गुड मॉर्निंग स्टूडेंट्स। बच्चे ਤੁਹਾਡਾ जो ਅੱਜ ਸਭ ਤੋਂ ਬੜਾ ਇੰਪੋਰਟੈਂਟ ਟੌਪਿਕ ਹੈ ਥਿਊਰੀਜ਼ ਹੈ। ਮੋਰਲ ਡਿਵੈਲਪਮੈਂਟ ਦੀ ਥਿਊਰੀ ਤੋਂ ਪਹਿਲਾਂ ਸਾਨੇ ਦੋ ਥਿਊਰੀਜ਼ ਖਤਮ ਕੀਤੀਆਂ ਸੀ। ਵਿਗੋਸਕੀ ਦੀ ਥਿਊਰੀ ਖਤਮ ਕੀਤੀ ਸੀ ਔਰ ਤੁਹਾਨੂੰ ਆਪਣੀ ਮੇਰੇ ਨਾਲ ਜੀਨ ਪਿਆਜੇ ਦੀ ਥਿਊਰੀ ਕੀਤੀ ਸੀ। ਅੱਜ ਉਸ ਥਿਊਰੀ ਨੂੰ ਨਾਲ ਚੱਲਦੇ ਹੋਏ ਠੀਕ ਹੈ ਨਾ, ਅੱਜ ਤੁਹਾਡੀ ਥਰਡ ਥਿਊਰੀ ਕਰਵਾਉਣ ਜਾ ਰਹੇ ਹਾਂ ਜੋ ਤੁਹਾਡੀ ਹੈਗੀ ਮੋਰਲ ਡਿਵੈਲਪਮੈਂਟ ਉੱਤੇ ਥਿਊਰੀ ਹੈ। ਫਸਟ ਆਫ ਆਲ ਮੋਰਲ ਡਿਵੈਲਪਮੈਂਟ ਦੀ ਜਿਹੜੀ ਥਿਊਰੀ ਚੱਲ ਰਹੀ ਹੈ ਇਹ ਕਿਹਨਾਂ ਨੇ ਦਿੱਤੀ ਸੀ? ਪਹਿਲਾਂ ਤਾਂ ਤੁਹਾਨੂੰ ਡੈਫੀਨੇਸ਼ਨ ਦੇ ਅਕੋਰਡਿੰਗ ਮੋਰਲ ਡਿਵੈਲਪਮੈਂਟ ਪਤਾ ਹੋਣਾ ਜ਼ਰੂਰੀ ਹੈ। ਉਸ ਤੋਂ ਪਹਿਲਾਂ ਮੋਰਲ ਡਿਵੈਲਪਮੈਂਟ ਦੀ ਡੈਫੀਨੇਸ਼ਨ ਤੋਂ ਪਹਿਲਾਂ ਇਹ ਥਿਊਰੀ ਕਿਹਨੇ ਦਿੱਤੀ ਸੀ, ਕਿਹਨੇ ਨੂੰ मतलब ਥਿਊਰਾਈਜ਼ਡ ਕੀਤਾ ਸੀ। ਉਹ ਥਿਊਰੀ ਥਿੰਕਰ ਦਾ ਨਾਮ ਹੈਗਾ ਤੁਹਾਡਾ ਆਪਣਾ ਕੋਲਬਰਗ ਥਿਊਰੀ, ਠੀਕ ਹੈ, ਜਿਨ੍ਹਾਂ ਨੇ ਇਹਨੂੰ ਕੀ ਕੀਤਾ ਸੀਗਾ ਮੋਰਲ ਡਿਵੈਲਪਮੈਂਟ ਤੇ ਕੀ ਕੀਤੀ ਸੀ, ਰਿਸਰਚ ਕੀਤੀ ਸੀ। ਇਹਨਾਂ ਨੇ ਸਿਰਫ ਇੱਕ ਮਤਲਬ ਕਹਿਣ ਦਾ ਮਤਲਬ ਕੋਲਬਰਗ ਨੇ ਜੀਨ ਪਿਆਜੇ ਦੀ ਥਿਊਰੀ ਨੂੰ ਕੀ ਕੀਤਾ ਸੀ, ਸਿਰਫ ਐਕਸਟੈਂਡ ਕੀਤਾ ਸੀ। ਮਤਲਬ ਜਿਹੜਾ ਜੀਨ ਪਿਆਜੇ ਨੇ ਆਪਣਾ ਕੰਮ ਕੀਤਾ ਸੀਗਾ ਠੀਕ ਹੈ ਨਾ, ਉਸ ਥਿਊਰੀ ਨੂੰ ਇਹਨਾਂ ਨੇ ਕੀ ਕੀਤਾ, ਐਕਸਟੈਂਡ ਕੀਤਾ। ਉਹ ਬੰਦੇ ਦਾ ਨਾਮ ਕੀ ਸੀਗਾ, ਕੋਲਬਰਗ ਥਿਊਰੀ ਆਫ ਮੋਰਲ ਡਿਵੈਲਪਮੈਂਟ ਹੈ। ਇਹਨਾਂ ਨੇ ਆਪਣੀ ਜਿਹੜੀ ਥਿਊਰੀ ਪਰ ਮਤਲਬ ਥਿਊਰਾਈਜ਼ ਮਤਲਬ ਜਿਹੜੀ ਥਿਊਰੀ ਦਿੱਤੀ ਸੀਗੀ ਉਹ ਕਿਸ ਬੇਸ 'ਤੇ ਦਿੱਤੀ ਸੀ, ਕਿਹਨਾਂ ਨੇ ਦਿੱਤੀ ਸੀ? ਅਮਰੀਕਨ ਵਾਲਾ ਮਤਲਬ ਲਾਰੈਂਸ ਕੋਲਬਰਗ ਸੀ ਇਹਨਾਂ ਦਾ ਨਾਮ ਸੀਗਾ, ਜੋ ਤੁਹਾਡੇ ਜਿਹਨੇ ਥਿਊਰੀ ਡਿਵੈਲਪ ਕੀਤੀ ਸੀ ਕਿਹਦੇ ਉੱਤੇ, ਸਾਈਕੋਲੋਜਿਸਟ ਦੇ ਉੱਤੇ, ਠੀਕ ਹੈ, ਸਾਈਕੋਲੋਜੀ ਦੇ ਉੱਤੇ ਕੀਤੀ ਸੀ। ਫਸਟ ਆਫ ਆਲ ਤੁਹਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਮੋਰਲ ਡਿਵੈਲਪਮੈਂਟ ਤੋਂ ਪਹਿਲਾਂ ਇਹਨੇ ਥਿਊਰੀ ਨੂੰ ਕਰਨ ਤੋਂ ਪਹਿਲਾਂ ਮੋਰਲ ਡਿਵੈਲਪਮੈਂਟ ਹੁੰਦੀ ਕੀ ਹੈ, ਠੀਕ ਹੈ ਨਾ। ਪਹਿਲੀ ਗੱਲ ਤਾਂ ਮੋਰਲ ਡਿਵੈਲਪਮੈਂਟ ਬਣਦੀ ਕਿਵੇਂ ਹੈ, ਉਹ ਮੋਰਲ ਡਿਵੈਲਪਮੈਂਟ ਹੁੰਦੀ ਕੀ ਹੈ। ਫਸਟ ਆਫ ਆਲ ਡੈਫੀਨੇਸ਼ਨ ਸਟਾਰਟ ਕਰਨ ਜਾ ਰਹੇ ਹਾਂ। ਮੋਰਲ ਡਿਵੈਲਪਮੈਂਟ ਹੁੰਦੀ ਕੀ ਹੈ, ਠੀਕ ਹੈ ਨਾ। ਕਹਿੰਦਾ ਮੋਰਲ ਡਿਵੈਲਪਮੈਂਟ ਇੱਕ ਪ੍ਰੋਸੈਸ ਹੁੰਦੀ ਹੈ ਜਿਹਦੇ ਵਿੱਚ ਬੱਚੇ ਵਿਚਕਾਰ ਬੱਚਾ ਜਦੋਂ ਡਿਵੈਲਪ ਕਰਦਾ ਹੈ, ਬੱਚੇ ਵਿਚਕਾਰ ਕਿਹੜੀ ਕਿਹੜੀ ਚੀਜ਼ਾਂ ਆਉਂਦੀਆਂ ਨੇ, ਐਟੀਟਿਊਡ, ਪ੍ਰੋਪਰ ਐਟੀਟਿਊਡ ਆਉਂਦਾ ਹੈ ਔਰ ਆਪਣੇ ਆਪ ਦੇ ਬਿਹੇਵੀਅਰ ਨੂੰ ਕੰਡਕਟ ਕਰਦਾ ਹੈ। ਆਪਣੇ ਬਿਹੇਵੀਅਰ ਨੂੰ ਕੀ ਕਰਦਾ, ਕੰਡਕਟ ਕਰਦਾ ਹੈ। ਮਤਲਬ ਕਿ ਕਿੰਨਾਂ ਦੇ ਸਾਹਮਣੇ, ਪੀਪਲ ਦੇ ਐਟੀਟਿਊਡ ਦੇ ਸਾਹਮਣੇ, ਜਾਂ ਫਿਰ ਉਹ ਸੁਸਾਇਟੀ ਦੇ ਵਿੱਚ ਆਪਣੇ ਬਿਹੇਵੀਅਰ ਨੂੰ ਕੀ ਕਰਦਾ, ਮੇਨਟੇਨ ਕਰਕੇ ਰੱਖਦਾ। ਮਤਲਬ ਕਿ ਜਦੋਂ ਆਪਸ ਦੇ ਵਿੱਚ ਦੋ ਬੰਦੇ ਆਪਸ ਵਿੱਚ ਜਦੋਂ ਮਿਲਦੇ ਨੇ ਠੀਕ ਹੈ, ਚਾਈਲਡ ਉਦੋਂ ਡਿਵੈਲਪ ਕਰੂਗਾ, ਲੇਕਿਨ ਸਾਹਮਣੇ ਵਾਲੇ ਮਤਲਬ ਜੋ ਸਾਹਮਣੇ ਦੇ ਬੰਦੇ ਦੇ ਸਾਹਮਣੇ, ਬੱਚੇ ਸਾਹਮਣੇ ਜੋ ਬੰਦਾ ਖੜਾ ਹੈ ਉਸ ਦੇ ਸਾਹਮਣੇ ਆਪਣਾ ਬਿਹੇਵੀਅਰ ਕਿਸ ਤਰ੍ਹਾਂ ਦਾ ਕੰਡਕਟ ਕਰੂਗਾ ਔਰ ਸਾਹਮਣੇ ਆਪਣੀ ਮੋਰੈਲਿਟੀ ਕਿਸ ਤਰ੍ਹਾਂ ਦੀ ਲੈ ਕੇ ਆਊਗਾ, ਉਸ ਵਰਡ ਨੂੰ ਅਸੀਂ ਕੀ ਨਾਮ ਦਿੱਤਾ, ਮੋਰਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਹੈ, ਠੀਕ ਹੈ ਨਾ। ਮੋਰਲ ਡਿਵੈਲਪਮੈਂਟ ਦੀ ਥਿਊਰੀ ਅਸੀਂ ਮਤਲਬ ਕੋਲਬਰਗ ਨੇ, ਲਾਰੈਂਸ ਕੋਲਬਰਗ ਨੇ। ਹੁਣ ਦੇਖੋ ਮੋਰਲ ਡਿਵੈਲਪਮੈਂਟ ਦੇ ਵਿੱਚ ਕਹਿੰਦਾ ਕੀ ਹੈ, ਮੋਰਲ ਡਿਵੈਲਪਮੈਂਟ ਇਜ਼ ਐਵਰੀ ਪੇਰੈਂਟ ਕੰਸਰਨ। ਕਹਿੰਦਾ ਕਿ ਜਿਹੜੇ ਮੋਰਲ ਡਿਵੈਲਪਮੈਂਟ ਦੀ ਥਿਊਰੀ ਦਿੱਤੀ ਵੀ ਹੈ ਉਹ ਮੇਨਲੀ ਕਿਹਦੇ ਤੇ ਡਿਪੈਂਡ ਕਰਦੀ ਹੈ, ਉਹ ਮੇਨ ਡਿਪੈਂਡ ਕਰਦੀ ਹੈ ਸਾਡੇ ਵਾਸਤੇ ਕਿਹੜੀ ਚੀਜ਼ ਸਹੀ ਹੈ ਔਰ ਸਾਡੇ ਵਾਸਤੇ ਕਿਹੜੀ ਚੀਜ਼ ਗਲਤ ਹੈ, ਵਟ ਇਜ਼ ਰਾਈਟ ਐਂਡ ਵਟ ਇਜ਼ ਰੋਂਗ। ਜੋ ਸਾਡੇ ਵਾਸਤੇ ਕਿਹੜੀ ਚੀਜ਼ ਸਾਡੇ ਵਾਸਤੇ ਸਹੀ ਹੈ ਔਰ ਕਿਹੜੀ ਚੀਜ਼ ਸਾਡੇ ਵਾਸਤੇ ਰੋਂਗ ਹੈ। ਬਟ ਜੇ ਧਿਆਨ ਰੱਖਿਓ ਜਿਹੜੀ ਮੋਰਲ ਡਿਵੈਲਪਮੈਂਟ ਹੈ ਇਹ ਬੱਚੇ ਨੂੰ ਜਨਮ ਤੋਂ ਪਹਿਲਾਂ ਨਹੀਂ ਮਿਲਦੀ, ਬੱਚੇ ਦੇ ਜਨਮ ਤੋਂ ਹੀ ਸਿੱਖੀ ਜਾਂਦੀ ਹੈ। ਕਹਿੰਦਾ ਮਤਲਬ ਜਦੋਂ ਬੱਚਾ ਜਨਮ ਲੈਂਦਾ ਹੈ ਉਸ ਟਾਈਮ ਤੇ ਬੱਚਾ ਆਪਣੇ ਆਪ ਨੂੰ ਮੋਰਲ ਡਿਵੈਲਪਮੈਂਟ ਦੀ ਧਾਰਨਾ ਦੇ ਵਿੱਚ ਲੈਣਾ ਸ਼ੁਰੂ ਕਰ ਦਿੰਦਾ ਹੈ। ਹੁਣ ਇੱਥੇ ਮੈਂਸ਼ਨ ਵੀ ਕੀਤਾ ਗਿਆ ਮੋਰੈਲਿਟੀ ਇਜ਼ ਨੋਟ ਬੋਰਨ, ਜਿਹੜੀ ਮੋਰੈਲਿਟੀ ਹੈ ਜਨਮ ਨਹੀਂ ਲੈਂਦੀ, ਬਟ ਜਦੋਂ ਬੱਚਾ ਜਨਮ ਲੈਂਦਾ ਐਟ ਦ ਟਾਈਮ ਆਫ ਬਰਥ ਚਿਲਡਰਨ ਪਾਸ ਜਿਹੜਾ ਬੱਚਾ ਹੁੰਦਾ ਨਾ ਹੀ ਉਹ ਮੋਰਲ ਹੁੰਦਾ ਨਾ ਹੀ ਉਹ ਇਮੋਰਲ ਹੁੰਦਾ। ਕਹਿੰਦਾ ਮਤਲਬ ਬੱਚਾ ਜੋ ਜਨਮ ਲੈਂਦਾ ਬੱਚੇ ਨੂੰ ਕੁਝ ਨਹੀਂ ਪਤਾ ਵੀ ਮੋਰਲ ਕੀ ਹੁੰਦਾ, ਇਮੋਰਲ ਕੀ ਹੁੰਦਾ। ਪੇਰੈਂਟਸ ਦੀ ਹੈਲਪ ਦੇ ਨਾਲ ਬੱਚੇ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ, ਪੇਰੈਂਟਸ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਬੱਚੇ ਨੂੰ ਸਿਖਾਉਣਾ ਕੀ ਹੈ। ਇਟ ਮੀਨ ਕਿ ਜਦੋਂ ਇੱਕ ਮੋਰਲ ਡਿਵੈਲਪਮੈਂਟ ਦੀ ਸਾਨੇ ਕੀ ਕਰਨੀ ਹੈ, ਡਿਵੈਲਪਮੈਂਟ ਕਰਨੀ ਹੈ, ਤਾਂ ਪੇਰੈਂਟਸ ਦੀ ਡਿਊਟੀ ਆਪਦੀ ਬਣ ਜਾਂਦੀ ਹੈ ਕਿ ਬੱਚੇ ਨੂੰ ਸਿਖਾਇਆ ਜਾ ਸਕੇ ਉਹਦੇ ਵਾਸਤੇ ਕਿਹੜੀ ਚੀਜ਼ ਸਹੀ ਹੈ, ਉਹਦੇ ਵਾਸਤੇ ਕਿਹੜੀ ਚੀਜ਼ ਗਲਤ ਹੈ। ਉਸ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ, ਮੋਰੈਲਿਟੀ ਬੋਲਦੇ ਹਾਂ। ਜਦੋਂ ਬੱਚਾ ਉਸ ਚੀਜ਼ ਨੂੰ ਇੰਟਰਨਲਾਈਜ਼ ਕਰ ਲੈਂਦਾ, ਆਪਣੇ ਆਪ 'ਚ ਧਾਰਨ ਕਰ ਲੈਂਦਾ, ਤਾਂ ਸਾਡੇ ਵਾਸਤੇ ਕੀ ਬਣ ਜਾਂਦੀ, ਮੋਰਲ ਡਿਵੈਲਪਮੈਂਟ ਬਣ ਜਾਂਦੀ ਹੈ। ਇਹ ਧਿਆਨ ਰੱਖਿਓ, ਠੀਕ ਹੈ। ਪਹਿਲਾਂ ਮਾਂ ਬਾਪ ਸਿਖਾਉਂਦੇ ਨੇ ਬੱਚੇ ਨੂੰ ਉਹਦੇ ਵਾਸਤੇ ਕਿਹੜੀ ਚੀਜ਼ ਸਹੀ ਹੈ ਔਰ ਉਹਦੀ ਚੀਜ਼ ਵਾਸਤੇ ਕਿਹੜੀ ਚੀਜ਼ ਗਲਤ ਹੈ, ਠੀਕ ਹੈ। ਇਹ ਪੇਰੈਂਟਸ ਦੀ ਕੀ ਹੈ, ਪੇਰੈਂਟਸ ਦੀ ਆਪਣੀ ਚਿੰਤਾ ਹੈ, ਪੇਰੈਂਟਸ ਦੀ ਆਪਣੀ ਰਿਸਪੌਂਸਿਬਿਲਿਟੀ ਹੈ ਕਿ ਬੱਚੇ ਨੂੰ ਸਮਝਾਇਆ ਜਾ ਸਕੇ ਕਿ ਬੱਚੇ ਵਾਸਤੇ ਕਿਹੜੀ ਚੀਜ਼ ਸਹੀ ਹੁੰਦੀ ਹੈ, ਕਿਹੜੀ ਚੀਜ਼ ਕੀ ਹੋਊਗੀ, ਗਲਤ ਹੋਊਗੀ। ਕਹਿਣ ਦਾ ਮਤਲਬ ਜਿਹੜੀ ਮੋਰੈਲਿਟੀ ਹੁੰਦੀ ਹੈ ਉਹ ਕਦੀ ਜਨਮ ਨਹੀਂ ਲੈਂਦੀ, ਲੇਕਿਨ ਬੱਚੇ ਦੇ ਜਨਮ ਦੇ ਦੌਰਾਨ ਜਦੋਂ ਬੱਚਾ ਬੜਾ ਹੁੰਦਾ ਜਾਂਦਾ ਹੈ, ਡਿਵੈਲਪਮੈਂਟ 'ਤੇ ਜਾਂਦਾ ਹੈ, ਤਾਂ ਪੇਰੈਂਟਸ ਉਹਨੂੰ ਸਮਝਾਉਂਦੇ ਨੇ ਵੀ ਬੱਚਾ ਗਰੋਥਿੰਗ 'ਤੇ ਹੈ, ਇਹਨੂੰ ਸਿਖਾਇਆ ਜਾ ਸਕੇ ਕਿਹੜੀ ਚੀਜ਼ ਵਾਸਤੇ ਸਹੀ ਹੋਊਗੀ, ਕਿਹੜੀ ਚੀਜ਼ ਉਹਦੇ ਵਾਸਤੇ ਗਲਤ ਹੋਊਗੀ। ਇਟ ਮੀਨ ਕਿ ਇੱਕ ਬੱਚੇ ਨੂੰ ਸ਼ੇਪ ਦੇਣਾ, ਕਿਸੇ ਚੀਜ਼ ਦੀ ਸ਼ੇਪ ਦੇਣਾ, ਸੁਸਾਇਟੀ ਦਾ ਤੇਰੇ ਵਾਸਤੇ ਐਟੀਟਿਊਡ ਕੀ ਹੋਊਗਾ ਔਰ ਤੇਰਾ ਐਟੀਟਿਊਡ ਸੁਸਾਇਟੀ ਵਾਸਤੇ ਕੀ ਹੋਣਾ। ਇਟ ਮੀਨ ਕਿ ਸਾਰੀਆਂ ਚੀਜ਼ਾਂ ਸਿਖਾਉਣੀਆਂ ਮੋਰਲ ਡਿਵੈਲਪਮੈਂਟ ਦੀ, ਸਾਰੀ ਚੀਜ਼ਾਂ ਕਿਹੜੀਆਂ, ਸੁਸਾਇਟੀ ਦੇ ਵਿੱਚ ਕਿਸ ਤਰ੍ਹਾਂ ਦਾ ਰਹਿਣਾ ਹੁੰਦਾ, ਕਲਚਰ ਕਿਸ ਤਰ੍ਹਾਂ ਦਾ, ਬੱਚੇ ਦੇ ਸਟੈਂਡਰਡਸ ਕਿਸ ਤਰ੍ਹਾਂ ਦੇ, ਮਤਲਬ ਲਿਵਿੰਗ ਆਫ ਸਟੈਂਡਰਡ ਕਿਸ ਤਰ੍ਹਾਂ ਦਾ ਹੋਊਗਾ, ਕਿਹੜੇ ਕਾਨੂੰਨ ਬਣੇ ਹੋਏ ਨੇ ਬੱਚੇ ਨੂੰ ਪ੍ਰੋਟੈਕਟ ਕਰਨ ਵਾਸਤੇ, ਕਿਹੜੇ ਰਾਈਟਸ ਬਣੇ ਹੋਏ ਨੇ ਜਿਸ ਵਿੱਚ ਬੱਚਾ ਰਹਿੰਦਾ ਔਰ ਉਸ ਚੀਜ਼ ਦੇ ਅਕੋਰਡਿੰਗ ਆਪਣੇ ਆਪ ਨੂੰ ਕੀ ਕਰਦਾ, ਨਰਿਸ਼ ਕਰਦਾ। ਮਤਲਬ ਕਿ ਇੱਕ ਰੂਲ ਸਿਖਾਣੇ, ਇਹ ਰੂਲ ਸਿਖਾਉਣ ਦਾ ਮਤਲਬ ਕਿੰਨਾ ਦਾ ਹੁੰਦਾ, ਇਹ ਰਿਸਪੌਂਸਿਬਿਲਿਟੀ ਕਿੰਨਾ ਦੀ ਹੁੰਦੀ ਹੈ, ਜਾਂ ਤਾਂ ਸੁਸਾਇਟੀ ਦੀ ਹੋਊਗੀ। सोसाइटी तो पहला किन्ना दी बनती है, पेरेंट्स की भी बनती है, ताकि सोसाइटी तो की सिखावे भी बाहर किमें रहना है, लेकिन पेरेंट्स भी सिखाते हैं भी वो वास्ते किहड़ी चीज़ सही है और किहड़ी चीज़ गलत है। ये ध्यान रखियो, ठीक है। हाँ जी,
ਅਗਲੀ ਲਾਈਨ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ। ਅਗਲੀ ਲਾਈਨ ਦੇ ਵਿੱਚ ਕਹਿੰਦਾ ਕੀ ਹੈ, ਜਿਹੜਾ ਇੱਕ ਮਾਈਂਡ ਹੁੰਦਾ ਨਾ ਉਹ ਕਲੀਨ ਸਟੇਟ ਦਾ ਹੁੰਦਾ। ਕਲੀਨ ਸਟੇਟ ਮਤਲਬ ਮਾਈਂਡ ਨੂੰ ਕੁਝ ਨਹੀਂ ਪਤਾ ਵੀ ਉਹਦੇ ਵਾਸਤੇ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ। ਅਗਰ ਗਲਤ ਚੀਜ਼ ਦਿਮਾਗ 'ਚ ਰੱਖ ਲਓਗੇ ਤਾਂ ਓਬਵੀਅਸ ਗਲਤ ਚੀਜ਼ ਸਿੱਖੋਗੇ, ਅਗਰ ਸਹੀ ਚੀਜ਼ ਰੱਖ ਲਓਗੇ ਤਾਂ ਓਬਵੀਅਸ ਸਹੀ ਚੀਜ਼ ਸਿੱਖੋਗੇ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਮੋਰੈਲਿਟੀ ਦੇ ਵਿੱਚ ਡਿਫਰੈਂਟ ਨੰਬਰ ਆਫ ਫੈਕਟਰਸ ਹੁੰਦੇ ਨੇ, ਮਲਟੀਪਲ ਫੈਕਟਰਸ ਹੁੰਦੇ ਨੇ ਜੋ ਇੱਕ ਬੱਚੇ ਨੂੰ ਕੀ ਦਿੰਦੇ ਨੇ, ਐਕਸਪੀਰੀਅੰਸ ਦਿੰਦੇ ਨੇ। ਕਿਹੜੇ ਕਿਹੜੇ ਐਕਸਪੀਰੀਅੰਸ ਕੀ ਦੇਊਗਾ, ਕੌਣ ਐਕਸਪੀਰੀਅੰਸ ਦੇਊਗਾ, ਬੱਚੇ ਨੂੰ ਐਕਸਪੀਰੀਅੰਸ ਕਿੰਨਾ ਤੋਂ ਮਿਲਦਾ ਹੈ, ਤਾਂ ਬੱਚੇ ਨੂੰ ਐਕਸਪੀਰੀਅੰਸ ਕਿੰਨਾ ਤੋਂ ਮਿਲੂਗਾ, ਫੈਮਿਲੀ ਤੋਂ ਮਿਲਦਾ ਹੈ, ਪੀਅਰਸ ਗਰੁੱਪ ਜੋ ਉਹਦੇ ਨਾਲ ਦੇ ਮੇਟਸ ਹੁੰਦੇ ਨੇ, ਸੁਸਾਇਟੀ 'ਚ ਬੰਦੇ ਹੁੰਦੇ ਨੇ ਉਹਨਾਂ ਤੋਂ ਮਿਲੂਗਾ, ਜਾਂ ਫਿਰ ਉਹਨਾਂ ਦੇ ਜੋ ਸੀਨੀਅਰਸ ਹੁੰਦੇ ਨੇ ਜਿਹਨੂੰ ਅਸੀਂ ਐਡਲਟ ਬੋਲਦੇ ਹਾਂ ਉਹਨਾਂ ਨੂੰ ਕੀ ਸਿਖਾਉਣਗੇ, ਐਕਸਪੀਰੀਅੰਸ ਦੇਣਗੇ ਸੁਸਾਇਟੀ ਦੇ ਵਿੱਚ ਕਿਵੇਂ ਰਹਿਣਾ ਕਿਵੇਂ ਨਹੀਂ। ਆਫਟਰ ਦੈਨ ਇਹ ਸਿਖਾਉਣ ਤੋਂ ਬਾਅਦ ਬੱਚੇ ਦੀ ਕੀ ਹੋਊਗੀ, ਡਿਵੈਲਪਮੈਂਟ ਹੋਊਗੀ। ਕਾਹਦੀ ਡਿਵੈਲਪਮੈਂਟ ਹੋਊਗੀ, ਬੱਚਾ ਜ਼ਿਆਦਾ ਮੈਚਿਓਰ ਹੋਏਗਾ, ਠੀਕ ਹੈ, ਮੈਚਿਓਰਿਟੀ ਪਾਵਰ ਆਏਗੀ ਬੱਚੇ ਦੇ ਵਿੱਚ, ਫਿਜ਼ੀਕਲੀ ਗਰੋਥ ਹੋਏਗੀ, ਕੋਗਨੀਟਿਵ ਡਿਵੈਲਪਮੈਂਟ ਹੋਏਗੀ। ਬੱਚਾ ਇਮੋਸ਼ਨਲੀ ਸਟੇਜ ਤੇ ਜ਼ਿਆਦਾ ਇਮੋਸ਼ਨ ਮਤਲਬ ਜ਼ਿਆਦਾ ਰੋਂਦਾ ਤਾਂ ਨਹੀਂ, ਜ਼ਿਆਦਾ ਹੱਸਦਾ ਨਹੀਂ, ਇਟ ਮੀਨ ਕਿ ਇਮੋਸ਼ਨਲ ਵਾਈਜ਼ ਮੈਚਿਓਰ ਹੋਏਗਾ। ਸੁਸਾਇਟੀ 'ਚ ਕਿਸ ਤਰ੍ਹਾਂ ਰਹਿਣਾ ਬੱਚਾ ਉਹ ਸਿੱਖੂਗਾ। ਮਤਲਬ ਕਿ ਮਾਤਾ ਪਿਤਾ ਕੀ ਸਿਖਾਉਂਦੇ ਨੇ ਬੱਚੇ ਵਾਸਤੇ, ਕਿਹੜੀ ਚੀਜ਼ ਸਹੀ ਹੈ ਔਰ ਕਿਹੜੀ ਚੀਜ਼ ਗਲਤ ਹੈ। ਬਟ ਸੁਸਾਇਟੀ ਕੀ ਸਿਖਾਉਂਦੀ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੈਨੂੰ ਕਿਹੜੇ ਲੋਅ ਨੂੰ ਕੀ ਕਰਨਾ ਪਊਗਾ, ਲਾਸ ਨੂੰ ਕੀ ਲੋਅ ਨੂੰ ਕੀ ਕਰਨਾ ਪਊਗਾ, ਫੋਲੋ ਕਰਨਾ ਪਊਗਾ, ਸੁਸਾਇਟੀ 'ਚ ਤੈਨੂੰ ਕਿਵੇਂ ਰਹਿਣਾ ਪਊਗਾ, ਠੀਕ ਹੈ ਨਾ। ਇਹ ਧਿਆਨ ਰੱਖਿਓ। ਹੁਣ ਇੱਕ ਐਗਜ਼ਾਮਪਲ ਦੇ ਦੇਣਾ। ਐਗਜ਼ਾਮਪਲ ਕੀ ਹੈ, ਲਾਈਕ ਤੁਹਾਡੇ ਸਾਹਮਣੇ ਮੰਮੀ ਪਾਪਾ ਦਾ ਕੀ ਹੋ ਜਾਂਦਾ, ਆਪਸ ਵਿੱਚ ਡਿਵੋਰਸ ਹੋ ਜਾਂਦਾ ਹੈ। ਤਾਂ ਇੰਡੀਅਨ ਕਲਚਰ ਦੇ ਅਕੋਰਡਿੰਗ ਮੰਮੀ ਪਾਪਾ ਦਾ ਅਗਰ ਡਿਵੋਰਸ ਹੋ ਜਾਂਦਾ ਬੱਚੇ ਸਾਹਮਣੇ, ਤਾਂ ਬੱਚੇ ਉੱਤੇ ਕੀ ਪਊਗਾ, ਕਾਫੀ ਜ਼ਿਆਦਾ ਇਫੈਕਟ ਪੈਂਦਾ ਹੈ। ਲੇਕਿਨ ਇਹੀ ਅਗਰ ਮੈਂ ਵੈਸਟਰਨ ਕਲਚਰ ਦੀ ਗੱਲ ਕਰਾਂ ਤਾਂ ਵੈਸਟਰਨ ਕਲਚਰ 'ਚ ਇਹ ਚੀਜ਼ਾਂ ਬੱਚੇ ਵਾਸਤੇ ਨੋਰਮਲ ਹੁੰਦੀਆਂ ਕਿ ਮੰਮੀ ਪਾਪਾ ਦਾ ਡਿਵੋਰਸ ਹੋ ਗਿਆ, ਆਫਟਰ ਦੁਬਾਰਾ ਤੋਂ ਰੀਮੈਰਿਜ ਹੋ ਜਾਂਦੀ ਹੈ, ਫਿਰ ਡਿਵੋਰਸ ਹੋ ਜਾਂਦਾ। ਇਟ ਮੀਨ ਕਹਿੰਦਾ ਮਤਲਬ ਇੰਡੀਅਨ ਕਲਚਰ ਦਾ ਬੱਚੇ ਉੱਤੇ, ਅਗਰ ਇੰਡੀਅਨ ਕਲਚਰ ਦੇ ਅਕੋਰਡਿੰਗ ਆਹ ਚੀਜ਼ ਹੁੰਦੀ ਤਾਂ ਬੱਚੇ ਉੱਤੇ ਬਹੁਤ ਜ਼ਿਆਦਾ ਇਫੈਕਟ ਹੁੰਦਾ। ਅਗਰ ਆਪਾਂ ਵੈਸਟਰਨ ਕਲਚਰ ਦੀ ਗੱਲ ਕਰੀਏ ਬੱਚੇ ਉੱਤੇ ਡਿਪੈਂਡ ਕਰਦਾ ਕਿ ਬੱਚਾ ਕਿਸ ਤਰ੍ਹਾਂ ਆਪਣੇ ਆਪ ਨੂੰ, ਮਤਲਬ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਮੈਚੋਰਿਟੀ ਲੈਵਲ ਤੇ ਲੈ ਕੇ ਜਾਏਗਾ। ਉਸ ਤਰ੍ਹਾਂ ਇੱਕ ਤਰ੍ਹਾਂ ਦੀ ਮੋਰਲ ਡਿਵੈਲਪਮੈਂਟ ਹੋਊਗੀ। ਅਗਰ ਬੱਚਾ ਡਿਵੋਰਸ ਤੋਂ ਬਾਅਦ ਮੰਮੀ ਤੋਂ ਪਾਸ ਰਹਿੰਦਾ ਹੈ ਤਾਂ ਪਾਪਾ ਕੰਨੀ ਤੋਂ ਵਾਂਝਾ ਹੋ ਜਾਂਦਾ ਹੈ, ਅਗਰ ਪਾਪਾ ਕੰਨੀ ਕੋਲ ਰਹਿੰਦਾ ਤਾਂ ਮੰਮੀ ਤੋਂ ਵਾਂਝਾ ਹੋ ਜਾਂਦਾ ਹੈ। ਲੇਕਿਨ ਹੁਣ ਅਗਰ ਮੈਂ ਵੈਸਟਰਨ ਕਲਚਰ ਦੀ ਗੱਲ ਕਰਾਂ ਤਾਂ ਵੈਸਟਰਨ ਕਲਚਰ ਸੁਣਨ ਦੇ ਵਿੱਚ ਆਇਆ ਕਿ 18 ਸਾਲ ਤੋਂ ਬਾਅਦ ਉੱਥੇ ਦੀ ਗੌਰਮੈਂਟ ਉੱਥੇ ਦੇ ਮੰਮੀ ਪਾਪਾ ਬੱਚੇ ਨੂੰ ਬਾਹਰ ਕਰ ਦਿੰਦੇ ਨੇ। ਬੱਚਾ ਆਪਣੇ ਅਕੋਰਡਿੰਗ ਸਿੱਖਦਾ ਕਿ ਸਾਨੂੰ ਅੱਗੇ ਜੋਬ ਕਰਨੀ ਹੈ, ਫੈਮਿਲੀ ਨਾਲ ਕਿਵੇਂ ਰਹਿਣਾ, ਕਿੱਥੇ ਕਿਹਦੇ ਨਾਲ ਰਹਿਣਾ, ਕਿਵੇਂ ਨਹੀਂ ਰਹਿਣਾ। ਇਹ ਡਿਪੈਂਡ ਕਰਦਾ ਬੱਚੇ ਦੇ ਡਿਵੈਲਪਮੈਂਟ ਉੱਤੇ। ਅਗਰ ਬੱਚਾ ਇੰਡੀਅਨ ਕਲਚਰ ਦਾ ਬੱਚੇ ਕਦੋਂ ਕਿਵੇਂ ਇਫੈਕਟ ਪਊਗਾ, ਅਗਰ ਬੱਚਾ ਫੋਰਨ ਕੰਟਰੀ ਦੇ ਅਕੋਰਡਿੰਗ ਮਤਲਬ ਵੈਸਟਰਨ ਕਲਚਰ ਦੇ ਵਿੱਚ ਰਹਿੰਦਾ ਹੋਇਆ ਤਾਂ ਬੱਚੇ ਉੱਤੇ ਕਿਸ ਤਰ੍ਹਾਂ ਡਿਵੈਲਪਮੈਂਟ ਹੋਏਗੀ। ਸਮਝ ਆਇਆ ਬੱਚੇ? ਕੋਈ ਡਾਊਟ ਹੈਗਾ ਇਹਦੇ ਵਿੱਚ? ਇਹ ਧਿਆਨ ਰੱਖਿਓ ਜਿਹੜੇ ਮੋਰਲ ਡਿਵੈਲਪਮੈਂਟ ਹੁੰਦੀ ਹੈ ਉਹ ਦੋ ਕੰਨੀ ਤੋਂ ਰੱਖੀ ਜਾਂਦੀ, ਇੱਕ ਸੁਸਾਇਟੀ ਕੰਨੀ ਤੋਂ, ਇੱਕ ਤੁਹਾਡੇ ਆਪਣੇ ਫੈਮਿਲੀ ਮੈਂਬਰ ਜਾਂ ਪੀਰ ਗਰੁੱਪ ਕੰਨੀ ਤੋਂ। ਫੈਮਿਲੀ ਮੈਂਬਰ ਕੀ ਸਿਖਾਉਂਦੇ ਨੇ ਬੱਚੇ ਵਾਸਤੇ, ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ। ਲੇਕਿਨ ਜੋ ਸੁਸਾਇਟੀ ਸਿਖਾਉਂਦੀ ਹੈ ਤੁਹਾਨੂੰ ਸੁਸਾਇਟੀ ਕੀ ਦੱਸਦੀ ਹੈ ਕਿ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿਹੜੀ ਚੀਜ਼ ਤੁਹਾਡੇ ਵਾਸਤੇ ਸਹੀ ਹੈ ਕਿਹੜੀ ਚੀਜ਼ ਤੁਹਾਡੇ ਵਾਸਤੇ ਗਲਤ ਹੈ। ਬਟ ਸੁਸਾਇਟੀ ਜੇਕਰ ਰਹਿਣਾ ਤਾਂ ਤੁਹਾਨੂੰ ਡਿਫਰੈਂਟ ਲੋਅ ਨੂੰ ਕੀ ਕਰਨਾ ਪਊਗਾ, ਫੋਲੋ ਕਰਨਾ ਪਊਗਾ। ਤੁਹਾਡੇ ਰਾਈਟਸ ਕਿਹੜੇ ਨੇ, ਤੁਹਾਨੂੰ ਕਿਹੜੇ ਰਾਈਟਸ ਕੀ ਕਰਦੇ ਨੇ, ਪ੍ਰੋਟੈਕਟ ਕਰਕੇ ਰੱਖਦੇ ਨੇ, ਉਹ ਚੀਜ਼ਾਂ ਤੁਹਾਨੂੰ ਪਤਾ ਲੱਗਣੀ ਚਾਹੀਦੀਆਂ ਨੇ। ਅਗਰ ਸੁਸਾਇਟੀ ਮਤਲਬ ਕਿ ਜਿਹੜੀ ਫੈਮਿਲੀ ਹੁੰਦੀ ਹੈ ਤੁਹਾਨੂੰ ਇੰਟਰਨਲ ਵੇ ਨਾਲ ਸਿਖਾਉਂਦੀ ਹੈ, ਬਟ ਜਿਹੜੀ ਸੁਸਾਇਟੀ ਹੁੰਦੀ ਤੁਹਾਨੂੰ ਉਹ ਐਕਸਟਰਨਲ ਵੇ ਨਾਲ ਸਿਖਾਊਗੀ, ਠੀਕ ਹੈ। ਇਹ ਦੋਨੋਂ ਮਿਲਾ ਕੇ ਤੁਹਾਡੀ ਬੱਚੇ 'ਚ ਕੀ ਲੈ ਕੇ ਆਉਂਦੀ ਹੈ, ਮੋਰੈਲਿਟੀ ਲੈ ਕੇ ਆਉਂਦੀ ਹੈ। ਮੋਰੈਲਿਟੀ ਕੀ ਹੈਲਪ ਕਰਦੀ ਹੈ, ਬੱਚੇ ਦੀ ਕੋਗਨੀਟਿਵ ਡਿਵੈਲਪਮੈਂਟ ਕਰਦੀ ਹੈ, ਠੀਕ ਹੈ, ਇਮੋਸ਼ਨਲੀ ਕਰਦੀ ਹੈ, ਸੋਸ਼ਲੀ ਕਰਦੀ ਹੈ। ਇਹ ਚੀਜ਼ਾਂ ਬੱਚੇ 'ਚ ਇੱਕ ਸਮਾਰਟਨੈਸ ਲੈ ਕੇ ਆਉਂਦੀ ਹੈ, ਜੋ ਚੀਜ਼ਾਂ ਬੱਚੇ ਦੇ ਵਿੱਚ ਕੀ ਡਿਵੈਲਪ ਕਰਦੀ ਹੈ, ਮੋਰੈਲਿਟੀ ਡਿਵੈਲਪ ਕਰਦੀ ਹੈ, ਠੀਕ ਹੈ ਬੱਚੇ। ਕੋਈ ਡਾਊਟ ਇੱਥੇ ਤੱਕ? ਕੋਈ ਵੀ ਡਾਊਟ? ਨੈਕਸਟ ਕਹਿੰਦਾ ਕੀ ਹੈ, ਮੋਰਲ ਡਿਵੈਲਪਮੈਂਟ ਉੱਤੇ ਇੱਕ ਥਿਅਰਿਸਟ ਬੰਦਾ ਸੀਗਾ ਜਿਹਨੂੰ ਅਸੀਂ ਲਾਰੈਂਸ ਕੋਲਬਰਗ ਬੋਲਦੇ ਹਾਂ, ਠੀਕ ਹੈ। ਉਹਨਾਂ ਨੇ ਸਾਈਕੋਲੋਜੀ ਉੱਤੇ ਕੀ ਦਿੱਤਾ ਸੀ, ਆਪਣੀ ਡਿਵੈਲਪਮੈਂਟ ਦਿੱਤੀ ਸੀ ਕਿ ਬੱਚਾ ਕੁਝ ਸਟੇਜਾਂ ਤੋਂ ਗੁਜ਼ਰਦਾ ਹੈ, ਬੱਚਾ ਕੁਝ ਸਟੇਜਾਂ ਤੋਂ ਗੁਜ਼ਰਦਾ ਹੈ। ਉਹ ਸਟੇਜ ਮੈਨੇ ਨੀਚੇ ਲਿਖੀ ਹੋਈਆਂ ਨੇ। ਪਹਿਲੀ ਗੱਲ ਤਾਂ ਆਪਾਂ ਪੜਾਂਗੇ ਲਾਰੈਂਸ ਕੋਲਬਰਗ ਜਿਨ੍ਹਾਂ ਨੇ ਸੋਸ਼ਲ ਮਤਲਬ ਕਿ ਮੋਰਲ ਡਿਵੈਲਪਮੈਂਟ ਉੱਤੇ ਕੀ ਦਿੱਤੀ ਸੀ, ਆਪਣੀ ਕੀ ਕੀਤਾ ਸੀ, ਵਰਕ ਕੀਤਾ ਸੀ ਉਸ ਚੀਜ਼ ਉੱਤੇ। ਲਾਰੈਂਸ ਕੌਣ ਨੇ, ਅਮਰੀਕਨ ਸਾਈਕੋਲੋਜਿਸਟ ਨੇ। ਔਰ ਵੈਸੇ ਇਹਨਾਂ ਦੀ ਇੱਕ ਸਟੇਜ ਹੈ, ਕਹਿੰਦਾ ਮਤਲਬ ਇਹਨਾਂ ਨੇ ਮੋਰਲ ਡਿਵੈਲਪਮੈਂਟ ਇੱਕ ਥਿਊਰੀ ਦਿੱਤੀ ਸੀ। ਮਤਲਬ ਜਦੋਂ ਬੱਚਾ ਇੱਕ ਪੈਦਾ ਹੁੰਦਾ ਨਾ ਉਹ ਡਿਫਰੈਂਟ ਏਜ ਤੋਂ ਗੁਜ਼ਰ ਕੇ ਨਿਕਲਦਾ। ਡਿਫਰੈਂਟ ਏਜ ਮਤਲਬ ਉਹਨੂੰ ਡਿਫਰੈਂਟ ਫੇਸਿਸ ਦਾ ਕੀ ਕਰਨਾ, ਸਟੇਜਸ ਦਾ ਕੀ ਕਰਨਾ ਪੈਂਦਾ, ਫੇਸ ਆਊਟ ਕਰਨਾ ਪੈਂਦਾ। ਉਹਨਾਂ ਜਿਹੜਾ ਜਨਮ ਹੋਇਆ ਸੀ ਲਾਰੈਂਸ ਕੋਲਬਰਗ ਦਾ, ਉਹਨੇ ਜਨਮ ਜਿਹੜਾ ਹੋਇਆ ਸੀ ਨਿਊਯਾਰਕ ਦੇ ਵਿੱਚ 25 ਅਕਤੂਬਰ ਤੋਂ ਲੈ ਕੇ ਉਹਦੀ ਡੈਥ ਕਦੋਂ ਹੋਈ ਸੀ, 1987 'ਚ ਡੈਥ ਹੋ ਗਈ ਸੀ। ਮੈਨੇ ਜਿਵੇਂ ਕਿ ਪਹਿਲਾਂ ਕਿਹਾ ਸੀ ਕੀ ਕਿਹਾ ਸੀ ਵੀ ਜਿਹੜਾ ਕੋਲਬਰਗ ਸੀਗੇ ਉਹਨਾਂ ਨੇ ਜੀਨ ਪਿਆਜੇ ਦੀ ਵਰਕ ਨੂੰ ਕੀਤਾ ਸੀ, ਅੱਗੇ ਵਧਾਇਆ ਸੀ। ਇਟ ਮੀਨ ਕਿ ਉਹਨਾਂ ਨੇ ਜੀਨ ਪਿਆਜੇ ਦੀ ਜਿਹੜੀ ਥਿਊਰੀ ਸੀ ਉਹਨੂੰ ਕੀ ਕੀਤਾ ਸੀ, ਐਕਸਟੈਂਡ ਕੀਤਾ ਸੀ। ਜਾਂ ਕਹਿ ਸਕਦੇ ਹੋ ਕੋਲਬਰਗ ਨੇ ਜੀਨ ਪਿਆਜੇ ਦੀ ਕੀ ਕੀਤੀ ਸੀ, ਹੈਲਪ ਕੀਤੀ ਸੀ। ਹੀ ਐਕਸਟੈਂਡਡ ਦਾ ਵਰਕ ਆਫ ਜੀਨ ਪਿਆਜੇ, ਜੋ ਮੈਨੇ ਪਹਿਲਾਂ ਤੁਹਾਨੂੰ ਇਸ ਤੋਂ ਪਹਿਲਾਂ ਕਰਵਾ ਚੁੱਕਿਆ ਤੁਹਾਨੂੰ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਸੀ, ਜਿਹੜਾ ਇੱਕ ਬੱਚਾ ਹੈ ਉਹ ਕੁਝ ਸਟੇਜਿਸ ਤੋਂ ਗੁਜ਼ਰਦਾ ਹੈ। ਮਤਲਬ ਕਿ ਇੱਕ ਮੋਰਲ ਡਿਵੈਲਪਮੈਂਟ ਵਾਸਤੇ, ਇੱਕ ਮੋਰੈਲਿਟੀ ਦੀ ਡਿਵੈਲਪਮੈਂਟ ਵਾਸਤੇ ਜਿਹੜਾ ਬੱਚਾ ਹੈ ਉਹ 6 ਸਟੇਜਾਂ ਤੇ ਗੁਜ਼ਰੂਗਾ। ਉਸ 6 ਸਟੇਜਿਸ ਮੈਨੇ ਨੀਚੇ ਮੈਂਸ਼ਨ ਕੀਤੇ ਵੀ ਹਨ, ਬਟ ਇਹਨੇ ਮੇਰੇ ਬ੍ਰੈਕਟ 'ਚ ਕੀ ਲਿਖਿਆ ਹੋਇਆ ਹੈ, ਮੈਨੇ 3 ਲੈਵਲ ਲਿਖੇ ਨੇ।
ਤੇ ਹਰ ਇੱਕ ਲੈਵਲ ਦੇ ਵਿੱਚ ਮੈंने 2-2 ਸਟੇजेस ਪਾਈਆਂ ਮਤਲਬ ਕਿ ਅਗਰ ਮੈਂ 3 ਲੈਵਲ ਦੀ ਗੱਲ ਕਰਾਂ ਤੇ ਟੋਟਲ ਕਿੰਨੀ ਸਟੇजेस ਪਾਈ ਜਾਣਗੀਆਂ ਟੋਟਲ ਤੁਹਾਡੀ 6 ਸਟੇਜਾਂ ਪਾਈ ਜਾਣਗੀਆਂ ਇਹ ਧਿਆਨ ਰੱਖਿਓ ਠੀਕ ਹੈ ਬੱਚਾ ਕੋਈ ਡਾਊਟ ਇੱਥੇ ਤੱਕ ਕਿਸੇ ਨੂੰ ਵੀ ਵੈਰੀ ਗੁੱਡ ਨੈਕਸਟ ਪਹਿਲੀ ਲੈਵਲ ਹੁੰਦੀ ਹੈ ਫਸਟ ਲੈਵਲ ਦਾ ਨਾਮ ਹੈਗਾ ਤੁਹਾਡੇ ਮੇਰੇ ਅਕੋਰਡਿੰਗ ਆਪਣੇ ਥਿਊਰੀ ਦੇ ਅਕੋਰਡਿੰਗ ਪ੍ਰੀ ਕਨਵੈਂਸ਼ਨ ਮੋਰੈਲਿਟੀ ਪ੍ਰੀ ਕਨਵੈਂਸ਼ਨ ਮੋਰੈਲਿਟੀ ਜੋ ਹੁੰਦੀ ਹੈ ਉਮਰ ਕਿੰਨੇ ਤੱਕ ਦੀ ਹੁੰਦੀ ਹੈ ਔਰ 4 ਤੋਂ ਲੈ ਕੇ 10 ਸਾਲ ਤੱਕ ਦੀ ਉਮਰ ਹੁੰਦੀ ਹੈ ਇਹਨੂੰ ਅਸੀਂ 2 ਸਟੇਜ 'ਚ ਡਿਵਾਈਡ ਕਰਦੇ ਹਾਂ ਪਹਿਲੀ ਸਟੇਜ ਦਾ ਹੁੰਦਾ ਹੈ ਸਟੇਜ ਆਫ ਓਬੀਡੈਂਸ ਆਫ ਅਵੋਇਡਿੰਗ ਪੁਨਿਸ਼ਮੈਂਟ ਬੱਚਾ ਉਹੀ ਕੰਮ ਕਰੂਗਾ ਜਿਹੜਾ ਬੱਚਾ ਪੁਨਿਸ਼ਮੈਂਟ ਤੋਂ ਕੀ ਹੋਊਗਾ ਬਚੂਗਾ ਮਤਲਬ ਕਿ ਅਗਰ ਮੈਨੂੰ ਲੱਗਦਾ ਕਿ ਮੰਮੀ ਮੈਂ ਜੇ ਇਹ ਕੰਮ ਕਰੂੰਗਾ ਤਾਂ ਮੰਮੀ ਮੈਨੂੰ ਪੁਨਿਸ਼ ਕਰਨਗੇ ਮੰਮੀ ਮੈਨੂੰ ਮਾਰਨਗੇ ਤਾਂ ਬੱਚਾ ਉਹੀ ਕੰਮ ਕਰੂਗਾ ਮਤਲਬ ਕਿ ਓਬੀਡੈਂਟ ਬਣੂਗਾ ਅੱਗੇਕਾਰੀ ਬਣੂਗਾ ਬੱਚਾ ਜਿਹੜੀ ਉਹ ਚੀਜ਼ ਬੱਚੇ ਨੂੰ ਕੀ ਬਚਾਊਗੀ ਪੁਨਿਸ਼ਮੈਂਟ ਤੋਂ ਬਚਾਊਗੀ ਫਸਟ ਪੁਆਇੰਟ ਇਹ ਦੱਸਿਆ ਗਿਆ ਸੈਕੰਡ ਸਟੇਜ ਦੇ ਵਿੱਚ ਕਹਿੰਦਾ ਕੀ ਹੈ ਦ ਸਟੇਜ ਆਫ ਕਨਫਰਮਿੰਗ ਆਬਟੇਨ ਰਿਵਾਰਡਸ ਐਂਡ ਫੇਵਰਸ ਇਨ ਰਿਟਰਨ ਹੁਣ ਕਹਿਣ ਦਾ ਮਤਲਬ ਕੀ ਹੈ ਇਸ 'ਚ ਕਿਹੜੀ ਗੱਲ ਕੀਤੀ ਗਈ ਐਕਸਚੇਂਜ ਰੇਟ ਦੀ ਗੱਲ ਕੀਤੀ ਐਕਸਚੇਂਜ ਰੇਟ ਮਤਲਬ ਬੱਚਾ ਹਮੇਸ਼ਾ ਉਹੀ ਕੰਮ ਕਰੂਗਾ ਜਿਹੜਾ ਮੰਮੀ ਪਾਪਾ ਤੋਂ ਕੀ ਦਵਾਊਗਾ ਰਿਵਾਰਡ ਦਵਾਊਗਾ ਲਾਈਕ ਹੁਣ ਅਗਰ ਬੱਚਾ ਪੜੂਗਾ ਨਹੀਂ ਤਾਂ ਰਿਪੋਰਟ ਕਾਰਡ ਦੇ ਵਿੱਚ ਉਹਦਾ ਗ੍ਰੇਡ ਸੀ ਆਊਗਾ ਹੁਣ ਅਗਰ ਜੇ ਬੱਚਾ ਪੜੂਗਾ ਤਾਂ ਰਿਪੋਰਟ ਕਾਰਡ ਦੇ ਵਿੱਚ ਉਹਦਾ ਗ੍ਰੇਡ ਕੀ ਆਊਗਾ A1 ਆਊਗਾ ਇਹਦੀ ਵੈਸੇ ਮੈंने ਨੀਚੇ ਪਿਕਚਰਸ ਹੀ ਸ਼ੋਅ ਕੀਤੀ ਵੀਆਂ ਨੇ ਆਪਾਂ ਉਹ ਵੀ ਕਰਾਂਗੇ ਠੀਕ ਹੈ ਇਹਨਾਂ ਦੋਨਾਂ ਦੀ ਸਟੇਜਿਸ ਨੂੰ ਧਿਆਨ ਰੱਖਿਓ ਇਹ ਦੋਨੋਂ ਜਿਹੜੀ ਸਟੇਜਿਸ ਹੈਗੀਆਂ ਨੇ ਆਪਣੀਆਂ ਇਹਨੂੰ ਅਸੀਂ ਕਿਹੜੀ ਸਟੇਜ ਬੋਲਦੇ ਹਾਂ ਡਿਸਟ੍ਰੀਬਿਊਟਿਵ ਰਿਲੀਜ਼ਮ ਬੋਲਦੇ ਆ ਇਹ ਧਿਆਨ ਰੱਖਿਓ ਪੇਪਰ 'ਚ ਪੁੱਛ ਲੈਂਦੇ ਨੇ ਸੀਟੈਟ ਦੇ ਪੇਪਰ 'ਚ ਹਮੇਸ਼ਾ ਪੁੱਛਿਆ ਜਾਂਦਾ ਇਹ ਚੀਜ਼ ਇਹਨੂੰ ਅਸੀਂ ਕੀ ਬੋਲਦੇ ਆ ਡਿਸਟ੍ਰੀਬਿਊਟਿਵ ਰੀਅਲਿਜ਼ਮ ਬੋਲਦੇ ਆ ਜਿਹਦੇ ਵਿੱਚ ਬੱਚਾ ਆਪਣੀਆਂ ਕੀ ਦਿਖਾਉਂਦਾ ਹੈ ਸਿਰਫ ਓਬੀਡੈਂਸ ਹੀ ਦਿਖਾਉਂਦਾ ਓਬੀਡੈਂਸ ਮਤਲਬ ਅਗਰ ਮੈਂ ਪੜੂੰਗਾ ਤਾਂ ਮੈਂ ਓਬਵੀਅਸ ਹੈ ਮੰਮੀ ਪਾਪਾ ਦੀ ਡਾਂਟ ਤੋਂ ਬਚੂੰਗਾ ਆਗਿਆਕਾਰੀ ਬਣੂੰਗਾ ਜਿਸ ਤਰ੍ਹਾਂ ਪੜ੍ਹ ਕੇ ਦਿਖਾਊਂਗਾ ਤਾਂ ਮੰਮੀ ਪਾਪਾ ਨੂੰ ਰਿਵੋਰਡਸ ਵੀ ਦਵਾਉਂਗਾ ਮਤਲਬ ਕਿ ਰਿਪੋਰਟ ਕਾਰਡ ਦੇ ਵਿੱਚ ਮੇਰਾ ਗ੍ਰੇਡ ਕੀ ਆਊਗਾ A+ ਵੀ ਆ ਸਕਦਾ ਅਗਰ ਪੜ੍ਹਿਆ ਅਗਰ ਨਾ ਪੜ੍ਹਿਆ ਤਾਂ ਮੰਮੀ ਪਾਪਾ ਮੈਨੂੰ C ਗ੍ਰੇਡ ਦਵਾ ਕੇ ਮੈਨੂੰ ਡਾਂਟ ਵੀ ਸਕਦੇ ਨੇ ਇਸ ਵਿੱਚ ਬੱਚਾ ਕੀ ਬਣਦਾ ਓਬੀਡੈਂਸ ਬਣਦਾ ਇਟ ਮੀਨ ਕਿ ਮੇਰੇ ਲੈਵਲ 1 ਦੇ ਵਿੱਚ 2 ਸਟੇਜਾਂ ਸ਼ੋਅ ਕੀਤੀਆਂ ਨੇ ਔਰ 2 ਸਟੇਜਸ ਕਿਹੜੀਆਂ ਨੇ ਸਟੇਜ ਆਫ ਓਬੀਡੈਂਸ फर्स्ट वन एंड स्टेज ऑफ कन्फर्मिंग टू ऑब्टेन रिवॉर्ड्स मतलब कि ये कंफर्म करना कि वाकई मैनू की मिले रिवॉर्ड्स मिले मतलब कि बदले में कुछ ना कुछ करके दिखाना उस तो बाद लेवल 2 किहड़ा हुंदा है हुण लेवल 2 हुंदा कन्वेंशनल मोरैलिटी ध्यान रखियो ये है तुहाडे वास्ते प्री कन्वेंशनल मोरैलिटी और लेवल 2 तुहाडे वास्ते है कन्वेंशनल मोरैलिटी इहदे विच दो स्टेजेस ने थर्ड स्टेज और फोर्थ स्टेज पहली गल तां थर्ड स्टेज की गल कर रहे हैं गुड इंटरपर्सनल रिलेशनशिप गुड बॉय गुड गर्ल ਹੁਣ ਕਹਿਣ ਦਾ ਮਤਲਬ ਕੀ ਹੈ ਇਹਦੇ ਵਿੱਚ ਅਗਰ ਮੈਨੂੰ ਰਿਵਾਰਡ ਮਿਲ ਜਾਂਦਾ ਅੱਛਾ ਰਿਵਾਰਡ ਮਿਲਦਾ ਤਾਂ ਘਰ ਆ ਕੇ ਮੈਨੂੰ ਅਗਰ ਛਿੱਤਰ ਦੀ ਜਗ੍ਹਾ ਕੀ ਮਿਲਦੀ ਹੈ ਪ੍ਰੇਜ਼ ਮਿਲਦੀ ਹੈ ਤਾਂ ਅਗਰ ਮੰਮੀ ਬੋਲਣਗੇ ਅੱਛਾ ਕੰਮ ਕਰ ਰਿਹਾ ਤੇ ਗੁੱਡ ਬॉय ਹੈ ਅਗਰ ਬੈਡ ਗੱਲ ਕਰ ਰਿਹਾ ਤੇ ਬੈਡ ਬॉय ਹੈ ਅਗਰ ਅੱਛੀ ਲੜਕੀ ਹੈ ਅੱਛਾ ਕੰਮ ਕਰ ਰਹੀ ਤੇ ਗੁੱਡ ਗਰਲ ਹੈ ਮਤਲਬ ਕਿ ਬੱਚੇ ਨੂੰ ਕੀ ਮਿਲ ਜਾਂਦਾ ਉਸ ਚੀਜ਼ ਤੋਂ ਮੋਟੀਵੇਸ਼ਨ ਮਿਲ ਜਾਂਦਾ ਹੈ ਜੇ ਅਸੀਂ ਬੱਚੇ ਨੂੰ ਕਹਿ ਦਈਏ ਕਿ ਤੈਨੇ ਗੰਦਾ ਕੰਮ ਕੀਤਾ ਤੂੰ ਬੈਡ ਬॉय ਹੈ ਬੱਚੇ ਤੇ ਇੰਪ੍ਰੈਸ਼ਨ ਕੀ ਜੋ ਇਫੈਕਟਿਵ ਮਤਲਬ ਕਿ ਨੈਗੇਟਿਵ ਇਫੈਕਟ ਪਊਗਾ ਅਗਰ ਬੱਚੇ ਨੂੰ ਅਸੀਂ ਕਹੀਏ ਗੁੱਡ ਗਰਲ ਜਾਂ ਗੁੱਡ ਬॉय ਮਤਲਬ ਕਿ ਬੱਚੇ ਤੇ ਇਫੈਕਟ ਕੀ ਪਊਗਾ ਉਨਾ ਹੀ अच्छा पऊगा मतलब कि बच्चा ज़्यादा की होगा मोटिवेट होगा उस तो बाद फोर्थ स्टेज मेनटेन अ सोशल ऑर्डर की होंगे ने लाइक अगर तुहानूं देखी हो ना मेन रोड ते जांदे हो इनू सिग्नल लिखे होंगे ने राइट सिग्नल येलो सिग्नल और ग्रीन सिग्नल मतलब होंगे कि राइट सिग्नल ग्रीन हो चुकी है ठीक है तुसीं चल पवो येलो सिग्नल का मतलब की होंगे भी लाइट हुण बंद हो रही है या लाइट ग्रीन होगी तुसीं खड़े रहो रुके रहो 2 मिनट वास्ते ठीक है भी तैयार हो जाओ भी अपने अगले स्टेज के वास्ते और जो तुहाडा पर रेड सिग्नल होंगे रेड सिग्नल की शो करता है भी हाँ भाई अपनी गड्डी रोक लो क्योंकि अगे होर ट्रैफिक भी हो रहा है इट मीन के ਜਿਹੜੇ ऑर्डर मतलब गौरमेंट ने बनाए हुए ने उस ऑर्डर ਨੂੰ ਕੀ ਕਰਨਾ ਇੱਕ ਨਾ ਉਹਨੂੰ ਕੀ ਕਰਨਾ फॉलो करना मतलब कि एक मेनटेन करके रखना भी कहना मैं रूल और रेगुलेशन की करना फॉलो करना ध्यान रखियो इस लेवल 2 ਨੂੰ ਅਸੀਂ ਕਿਹੜਾ ਬੋਲਦੇ ਆ ਮੋਰਲ ਰਿਅਲਿਜ਼ਮ ਬੋਲਦੇ ਆ ਇਹ ਧਿਆਨ ਰੱਖਿਓ ਕਿਹੜਾ ਰਿਅਲਿਜ਼ਮ ਬੋਲਦੇ ਆ ਮੋਰਲ ਰਿਅਲਿਜ਼ਮ ਬੋਲ ਰਹੇ ਆ ਪਹਿਲੀ ਸਟੇਜ ਨੂੰ ਅਸੀਂ ਕੀ ਪਹਿਲੇ ਲੈਵਲ ਨੂੰ ਕੀ ਬੋਲਿਆ ਸੀ ਡਿਸਟ੍ਰੀਬਿਊਟਿਵ ਰਿਅਲਿਜ਼ਮ ਬੋਲਿਆ ਸੀ ਉਸ ਤੋਂ ਬਾਅਦ ਦੂਜੀ ਨੂੰ ਅਸੀਂ ਕੀ ਬੋਲਿਆ ਸੀ ਮੋਰਲ ਰਿਅਲਿਜ਼ਮ ਬੋਲਿਆ ਸੀ ਠੀਕ ਹੈ ਜੀ ਅੱਗੇ ਆਓ ਥਰਡ ਸਟੇਜ ਦੇ ਅਕੋਰਡਿੰਗ ਥਰਡ ਲੈਵਲ ਦੇ ਅਕੋਰਡਿੰਗ ਥਰਡ ਲੈਵਲ 'ਚ ਆ ਕੇ 2 ਸਟੇਜਸ ਆਣਗੀਆਂ ਕਨਵੈਨਸ਼ਨਲ ਮੋਰੈਲਿਟੀ ਜਾਂ ਫਿਰ ਉਹਨੂੰ ਅਸੀਂ ਕੀ ਬੋਲਦੇ ਪ੍ਰਿੰਸਿਪਲ ਮੋਰੈਲਿਟੀ ਆਹ ਜਿਹੜੀ ਹੁੰਦੇ 10 ਤੋਂ ਲੈ ਕੇ 13 ਸਾਲ ਤੱਕ ਦੀ ਹੁੰਦੀ ਹੈ ਲੇਕਿਨ ਆਹ ਜਿਹੜੀ ਹੁੰਦੀ 13 ਤੋਂ ਲੈ ਕੇ ਟਿਲ ਡੈਥ ਤੱਕ ਚੱਲਦੀ ਹੈ ਠੀਕ ਹੈ ਜੀ ਟਿਲ ਡੈਥ ਤੱਕ ਚੱਲਦੀ ਹੈ ਹੁਣ ਇਹਦੇ ਵਿੱਚ ਕੀ ਦੇਖਦੇ ਹਾਂ ਸਟੇਜ 5 ਦੇ ਵਿੱਚ ਸੋਸ਼ਲ ਕੰਟਰੈਕਟ ਅਸੀਂ ਓਬਵੀਅਸ ਹੈ ਫੈਮਿਲੀ ਨਾਲ ਨਹੀਂ ਜੁੜਨਾ ਸਾਨੂੰ ਸੁਸਾਇਟੀ ਨਾਲ ਵੀ ਜੁੜਨਾ ਹੈ ਦੂਸਰੀ ਗੱਲ ਅੱਗੇ ਸਟੇਜ 6 ਦੇ ਵਿੱਚ ਯੂਨੀਵਰਸਲ ਇਥੀਕਲ ਪ੍ਰਿੰਸੀਪਲ ਕੁਝ ਪ੍ਰਿੰਸੀਪਲਸ ਹੁੰਦੇ ਨੇ ਲਾਈਕ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਗਾਂਧੀ ਜੀ ਮਹਾਤਮਾ ਗਾਂਧੀ ਜੀ ਉਹ ਇੱਕ ਪ੍ਰਿੰਸੀਪਲ ਨੂੰ ਉਹਨਾਂ ਨੇ ਫੋਲੋ ਕੀਤਾ ਸੀ ਉਸੇ ਪ੍ਰਿੰਸੀਪਲ ਦੇ ਉੱਤੇ ਆਪਣੀ ਸਾਰੀ ਜ਼ਿੰਦਗੀ ਕੱਟਦੀ ਹੈ ਨਾ ਕਢਾਤੀ ਜਾਂ ਕੱਢ ਲਈ ਉਸ ਤੋਂ ਬਾਅਦ ਦੂਸਰੇ ਸਾਡਾ ਆ ਜਾਂਦੇ ਨੇ ਲਾਈਕ ਨੈਲਸਨ ਮੰਡੇਲਾ ਠੀਕ ਹੈ ਜਿਨ੍ਹਾਂ ਨੇ ਨੈਲਸਨ ਮੰਡੇਲਾ ਦਾ ਮਤਲਬ ਕੀ ਸੀ ਨੈਲਸਨ ਮੰਡੇਲਾ ਇੱਕ
ਨੇ ਇੱਕ ਪ੍ਰਿੰਸੀਪਲ ਦਿੱਤਾ ਸੀ। ਉਹਨਾਂ ਵੈਸੇ ਤਾਂ ਉਹ ਹੈਗੇ ਸੀਗੇ ਇੱਕ ਤਰ੍ਹਾਂ ਦੇ ਫੋਰਨ ਕੰਟਰੀ ਦੇ, ਜਿਨ੍ਹਾਂ ਦੇ ਵਿੱਚ ਕੀ ਕੀਤਾ ਗਿਆ ਸੀ, ਗੋਰੇ ਔਰ ਕਾਲੇ ਦੇ ਵਿੱਚ ਭੇਦਭਾਵ ਕੀਤਾ ਜਾਂਦਾ ਸੀ, ਰੇਸਿਜ਼ਮ ਦੇ ਵਿੱਚ ਭੇਦਭਾਵ ਕੀਤਾ ਜਾਂਦਾ ਸੀ। ਤਾਂ ਉਹਨਾਂ ਨੇ ਕੀ ਕਿਹਾ ਸੀ ਵੀ ਕਾਲੇ ਔਰ ਗੋਰੇ 'ਚ ਭੇਦਭਾਵ ਨਾ ਕੀਤਾ ਜਾ ਸਕੇ। ਇਟ ਮੀਨ ਕਿ ਇਹ ਜਿਹੜੇ ਦੋਨੋਂ ਬੰਦੇ ਸੀ, ਗੋਰੇ ਮਤਲਬ ਗਾਂਧੀ ਜੀ ਔਰ ਇੱਕ ਤੁਹਾਡੇ ਆਪਣੇ ਨੈਲਸਨ ਮੰਡੇਲਾ, ਇਹਨੇ ਦੋਨੋਂ ਜਿਹੜੇ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਕਿਤੇ ਕੱਢੀ ਹੈ ਪ੍ਰਿੰਸੀਪਲ ਉੱਤੇ ਕੱਢੀ ਹੈ। ਸਾਡੇ ਵੀ ਕੁਝ ਪ੍ਰਿੰਸੀਪਲ ਨੇ, ਮੰਮੀ ਪਾਪਾ ਕਹਿ ਦਿੰਦੇ ਨੇ ਵੀ ਬਾਹਰਲਾ ਖਾਣਾ ਨਹੀਂ ਖਾਣਾ, ਠੀਕ ਹੈ, ਜਾਂ ਸ਼ਾਮ ਨੂੰ ਜਦੋਂ ਘਰੇ ਰਹਿਣਾ ਤਾਂ 8 ਵਜੇ ਤੋਂ ਪਹਿਲਾਂ ਬਾਅਦ ਤੈਨੇ ਬਾਹਰ ਨਹੀਂ ਨਿਕਲਣਾ, ਠੀਕ ਹੈ, ਮਾਰਨਿੰਗ ਵਾਕ ਤੇ ਜਾਇਆ ਕਰ, ਜਗ੍ਹਾ ਜਗ੍ਹਾ ਲੋਕਾਂ ਨੂੰ ਮਿਲਿਆ ਕਰ, ਲੇਕਿਨ ਸ਼ਰਾਬ ਤੋਂ ਦੂਰ ਰਹਿਣਾ, ਐਲਕੋਹਲ ਤੋਂ ਦੂਰ ਰਹਿਣਾ। ਆਹ ਜਿਹੜੇ ਪ੍ਰਿੰਸੀਪਲ ਸਾਡੇ ਮੰਮੀ ਪਾਪਾ ਸਾਨੂੰ ਸਿਖਾਉਂਦੇ ਨੇ, ਇਹ ਸੋਸਾਇਟੀ ਸਾਨੂੰ ਸਿਖਾਉਂਦੀ ਹੈ, ਉਹ ਵੀ ਸਾਡੇ ਵਾਸਤੇ ਕੀ ਬਣਦੇ ਨੇ, ਯੂਨੀਵਰਸਲ ਇਥੀਕਲ ਪ੍ਰਿੰਸੀਪਲ ਬਣਦੇ ਨੇ। ਮਤਲਬ ਕੀ ਹੈ, ਇਹ ਸਾਰੀ ਦੋਨੋਂ ਚੀਜ਼ਾਂ, ਆਹ ਰਾਈਟਸ ਔਰ ਜਿਹੜੇ ਸਾਡੇ ਪ੍ਰਿੰਸੀਪਲ ਨੇ, ਇਹ ਸਾਡੇ ਟਿਲ ਡੈਥ ਤੱਕ ਕੰਮ ਆਉਂਦੇ ਨੇ। ਔਰ ਅਸੀਂ ਉਹਨੂੰ ਕਿਹੜੀ ਮੋਰੈਲਿਟੀ ਬੋਲਦੇ ਹਾਂ, ਮੋਰੈਲਿਟੀ ਆਫ ਕਾਰਪੋਰੇਸ਼ਨ ਬੋਲਦੇ ਹਾਂ। ਇਹ ਧਿਆਨ ਰੱਖਿਓ, ਕਿਹੜੀ ਮੋਰੈਲਿਟੀ ਬੋਲਦੇ ਹਾਂ, ਮੋਰੈਲਿਟੀ ਆਫ ਕਾਰਪੋਰੇਸ਼ਨ ਬੋਲਦੇ ਹਾਂ। ਮਤਲਬ ਕਿ ਇੱਕ ਸਹਿਯੋਗ ਦੀ ਭਾਵਨਾ ਇਸ ਸਟੇਜ ਵਿੱਚ ਬੱਚੇ 'ਚ ਆ ਜਾਂਦੀ ਹੈ, ਚਾਹੇ ਬੱਚਾ 13 ਸਾਲ ਦਾ ਹੈ, ਚਾਹੇ ਬੱਚਾ 14 ਸਾਲ ਦਾ ਹੈ, ਚਾਹੇ ਬੱਚਾ 40 ਸਾਲ ਦਾ ਹੈ। ਇਟ ਮੀਨ ਕਿ ਉਹ ਸੁਸਾਇਟੀ ਨੂੰ ਜਦੋਂ ਮਿਲਦਾ ਆਪਸ ਦੇ ਵਿਚਕਾਰ, ਤਾਂ ਦੋਨਾਂ, ਇੱਕ ਬੰਦਾ ਸੁਸਾਇਟੀ ਦੇ ਵਿੱਚੋਂ, ਇੱਕ ਖੁਦ ਆਪ, ਦੋ ਬੰਦੇ ਜੋ ਆਪਸ ਸੁਸਾਇਟੀ 'ਚ ਮਿਲਦੇ ਨੇ, ਆਪਸ ਇੱਕ ਸਹਿਯੋਗ ਦੀ ਭਾਵਨਾ ਆਉਂਦੀ ਹੈ। ਮਤਲਬ ਇੱਕ ਦੂਜੇ ਦੇ ਕੰਮ ਨੂੰ ਕਰਨ ਨੂੰ ਪਰਸਪਰ ਤਿਆਰ ਰਹਿੰਦੇ ਨੇ ਵੀ ਜਿਹੜਾ ਬੰਦਾ ਉਹ ਸਾਡਾ ਕੰਮ ਕਰਦਾ ਵੈ ਤਾਂ ਅਸੀਂ ਵੀ ਉਹਨੂੰ ਕੰਮ ਕਰਕੇ ਦਿਖਾਈਏ। ਮਤਲਬ ਟਿਟ ਫੋਰ ਟੈਟ ਜਿਹਨੂੰ ਅਸੀਂ ਬੋਲਦੇ, ਜੈਸੇ ਕੋ ਤੈਸਾ, ਉਹ ਭਾਵਨਾ ਬੰਦੇ ਵਿਚਕਾਰ 13 ਸਾਲ ਤੋਂ ਬਾਅਦ ਸਟਾਰਟ ਹੋ ਜਾਂਦੀ ਹੈ। ਇਹ ਜਿਹੜੀ ਮੋਰੈਲਿਟੀ ਹੈ ਟਿਲ ਡੈਥ ਤੱਕ ਜਾਂਦੀ ਹੈ, ਚਾਹੇ ਤੁਸੀਂ ਆਪਣੇ ਪੋਜ਼ਿਟਿਵ ਮੈਨਰ ਨਾਲ ਲੈ ਸਕਦੇ ਹੋ, ਚਾਹੇ ਤੁਸੀਂ ਆਪਣੀ ਨੈਗੇਟਿਵ ਮੈਨਰ ਨਾਲ ਲੈ ਸਕਦੇ ਹੋ, ਠੀਕ ਹੈ। ਇਹ ਅੱਗੇ ਤੁਹਾਡੀ 3 ਸਟੇਜਸ ਬਣਦੀਆਂ ਸੀ, 3 ਲੈਵਲ ਬਣਦੇ ਸੀ। ਇਸ 3 ਲੈਵਲ ਨੂੰ ਮੈਂ ਅੱਗੇ 6 ਸਟੇਜਸ ਡਿਵਾਈਡ ਕੀਤਾ ਹੋਇਆ ਹੈ। ਇਹ ਕਦੋਂ ਆਉਂਦੀ ਹੈ, ਜਦੋਂ ਬੱਚਾ 4 ਸਾਲਾਂ ਤੋਂ ਲੈ ਕੇ ਟਿਲ ਬੱਚੇ ਦੀ ਡੈਥ ਤੱਕ ਨਹੀਂ ਹੋ ਜਾਂਦੀ, ਮਤਲਬ ਕਿ ਐਡਲਟਹੁੱਡ, ਉਸ ਤੋਂ ਬਾਅਦ ਐਡੋਲਸੈਂਸ ਆ ਜਾਂਦੀ ਹੈ, ਦੈਨ ਆਫਟਰ ਬਾਅਦ 올ਡ ਏਜ ਆ ਜਾਂਦੀ ਹੈ। ਟਿਲ ਡੈਥ ਤੱਕ ਜਦੋਂ ਮਤਲਬ ਡੈਥ ਨਹੀਂ ਹੁੰਦੀ, ਆਹ 6 ਸਟੇਜ ਤੁਹਾਡੇ ਕੀ ਆਣੀ, ਕੰਮ ਆਣੀ ਹੈ। ਧਿਆਨ ਰੱਖਿਓ, ਠੀਕ ਹੈ। ਜੋ ਕਾਰਨ ਵਾਸਤੇ ਹੈ, ਇੱਕ ਮੋਰਲ ਨੂੰ ਡਿਵੈਲਪਮੈਂਟ, ਮਤਲਬ ਕਿ ਇੱਕ ਡਿਵੈਲਪਮੈਂਟ ਵਾਸਤੇ ਹੈ, ਜੋ ਕਿਹਨੇ ਨੇ ਦਿੱਤੀ, ਤੁਹਾਡੇ ਆਪਣੇ ਲਾਰੈਂਸ ਕੋਲਬਰਗ ਨੇ ਦਿੱਤੀ ਸੀ। ਧਿਆਨ ਰੱਖਿਓ, ਠੀਕ ਹੈ। ਨੀਚੇ ਹੋਰ ਡਿਟੇਲ 'ਚ ਪੜਾਂਗੇ, ਠੀਕ ਹੈ, ਨੀਚੇ ਹੋਰ ਡਿਟੇਲ 'ਚ ਪੜਾਂਗੇ। ਬਟ ਇਹ 4 ਸਟੇਜਾਂ ਜਿਹੜੀ 3 ਲੈਵਲ ਕਰਾਏ ਨੇ, 6 ਸਟੇਜਸ ਕਰਾਏ ਨੇ, ਤੁਹਾਨੂੰ ਪਤਾ ਹੋਣੀ ਜ਼ਰੂਰੀ ਨਹੀਂ, ਠੀਕ ਹੈ। ਪਹਿਲੀ ਗੱਲ ਲੈਵਲ 1 ਦੀ ਗੱਲ ਕਰਵਾ ਜਾ ਰਹੇ, ਹੁਣ ਡਿਟੇਲ 'ਚ ਪੜਾਂਗੇ ਸਾਰਾ ਕੁਝ। ਲੈਵਲ 1 ਜੋ ਪ੍ਰੀ ਕਨਵੈਂਸ਼ਨ ਮੋਰੈਲਿਟੀ ਹੁੰਦੀ ਹੈ, ਜੋ ਬੱਚੇ ਵਿਚਕਾਰ 4 ਤੋਂ ਲੈ ਕੇ 10 ਸਾਲਾਂ ਤੱਕ ਦੀ ਆਉਂਦੀ ਹੈ। ਇੱਥੇ ਕੀ ਲਿਖਿਆ ਹੋਇਆ ਸਟੇਜ 1 ਦੇ ਵਿੱਚ, ਦ ਸਟੇਜ ਆਫ ਓਬੀਡੈਂਸ ਫॉर ਅਵੋਇਡਿੰਗ ਪਨਿਸ਼ਮੈਂਟ। ਬੱਚਾ ਸਿਰਫ ਉਹੀ ਕੰਮ ਕਰੂਗਾ ਜੋ ਉਹਨੂੰ ਪਨਿਸ਼ਮੈਂਟ ਤੋਂ ਬਚਾਊਗਾ, ਯਾਨੀ ਕਿ ਬੱਚਾ ਕੀ ਬਣੂਗਾ, ਓਬੀਡੈਂਟ ਬਣੂਗਾ, ਆਗਿਆਕਾਰੀ ਬਣੂਗਾ, ਠੀਕ ਹੈ ਨਾ। ਉਹਨੂੰ ਇਹ ਵੀ ਨਹੀਂ ਪਤਾ ਕਿ ਜੇ ਮੈंने ਕੰਮ ਗਲਤ ਕੀਤਾ ਤਾਂ ਮੰਮੀ ਕੀ ਪਨਿਸ਼ਮੈਂਟ ਦੇਣਗੇ, ਅਗਰ ਮੈंने ਕੰਮ ਅੱਛਾ ਕੀਤਾ ਤਾਂ ਮੰਮੀ ਮੈਨੂੰ ਕੀ ਕੰਮ ਦੇਣਗੇ, ਇਹ ਵੀ ਨਹੀਂ ਪਤਾ। ਇਟ ਮੀਨ ਕਿ ਇਹਦੇ ਵਿੱਚ ਕਾਹਦੀ ਗੱਲ ਕੀਤੀ ਵੀ ਹੈ, ਇੱਕ ਬੱਚੇ ਦੇ ਆਪਣੇ ਪੇਨ ਦੀ ਗੱਲ ਕੀਤੀ ਵੀ ਹੈ, ਜਾਂ ਇੱਕ ਬੱਚੇ ਦੀ ਆਪਣੀ ਖੁਸ਼ੀ ਦੀ ਗੱਲ ਕੀਤੀ ਵੀ ਹੈ। ਉਹਦੇ ਵਿੱਚ ਸਿਰਫ ਆਪਣਾ ਦੇਖਿਆ ਉਹਨੇ, ਬੱਚੇ ਨੇ ਆਪਣੀ ਪੇਨ ਦੇਖੀ ਹੈ, ਆਪਣਾ ਇੱਕ ਕੀ ਦੇਖਿਆ, ਖੁਸ਼ੀ ਦੇਖੀ ਹੈ, ਉਹਨੇ ਦੂਜੇ ਬੰਦੇ ਨੂੰ ਅਕਾਊਂਟ ਨਹੀਂ ਕੀਤਾ। ਹੀ ਡਸ ਨਾਟ ਟੇਕ ਅਦਰਸ ਇਨਟੂ ਦ ਅਕਾਊਂਟ। ਉਹ ਕਿਹਦੇ ਤੇ ਡਿਪੈਂਡ ਰਿਹਾ, ਇੱਕ ਰੂਲਸ ਤੇ ਡਿਪੈਂਡ ਰਿਹਾ। ਰੂਲਸ ਮਤਲਬ ਅਗਰ ਉਹ ਇਹ ਕੰਮ ਕਰੂਗਾ, ਕਿਉਂਕਿ ਮੰਮੀ ਪਾਪਾ ਨੇ ਸਿਖਾਇਆ ਹੋਇਆ ਨਾ ਵਟ ਇਜ਼ ਰੋਂਗ ਐਂਡ ਵਟ ਇਜ਼ ਮਤਲਬ ਰਾਈਟ, ਤਾਂ ਮੰਮੀ ਪਾਪਾ ਨੇ ਸਿਖਾਇਆ ਹੋਇਆ ਕਿ ਤੇਰੇ ਵਾਸਤੇ ਕਿਹੜੀ ਚੀਜ਼ ਸਹੀ ਹੈ, ਕਿਹੜੀ ਚੀਜ਼ ਸਾਡੇ ਵਾਸਤੇ ਗਲਤ ਹੈ। ਬੱਚਾ ਇੱਥੇ ਰੂਲ ਉੱਤੇ ਡਿਪੈਂਡ ਕਰੂਗਾ ਕਿ ਜਿਹੜੇ ਰੂਲ ਉਹ ਦੇਖਦਾ ਪਿਆ ਉਹ ਸਾਡੇ ਵਾਸਤੇ ਕੀ ਨੇ, ਫਿਕਸਡ ਨੇ, ਔਰ ਸਾਡੇ ਵਾਸਤੇ ਕੀ ਨੇ, ਅਬਸੋਲੂਟ ਨੇ। ਅਬਸੋਲੂਟ ਮਤਲਬ ਅਗਰ ਮੈਂ ਪੜ੍ਹਿਆ ਤਾਂ ਅੱਛੇ ਨੰਬਰ ਲੈ ਜਾਊਂਗਾ, ਅਗਰ ਮੈਂ ਨਾ ਪੜ੍ਹਿਆ ਤਾਂ ਓਬਵੀਅਸ ਮੈਨੂੰ ਬੁਰੇ ਨੰਬਰ ਆਉਣਗੇ। ਇਟ ਮੀਨ ਕਿ ਬੱਚਾ ਇੱਕ ਰੂਲ, ਮਤਲਬ ਕਿ ਇੱਕ ਰੂਲ ਨੂੰ ਕੀ ਕਰੂਗਾ, ਓਬੇ ਕਰੂਗਾ, ਮਤਲਬ ਓਬੀਡੈਂਟ ਬਣੂਗਾ, ਰੂਲ ਨੂੰ ਇੱਕ ਫੋਲੋ ਕਰੂਗਾ। ਜੋ ਕੀ ਕਰੂਗਾ, ਓਬੇਇੰਗ ਦ ਰੂਲ ਇਜ਼ ਇੰਪੋਰਟੈਂਟ। ਇਹਦੇ ਵਿੱਚ ਰੂਲ ਨੂੰ ਮੰਨਣਾ ਇੰਪੋਰਟੈਂਟ ਹੈ। ਕਿਉਂ? ਕਿਉਂਕਿ ਬੱਚਾ ਕਿੱਥੋਂ ਬਚੂਗਾ, ਅਵੋਇਡਿੰਗ ਦ ਪਨਿਸ਼ਮੈਂਟ। ਬੱਚਾ ਪਨਿਸ਼ਮੈਂਟ ਤੋਂ ਬਚੂਗਾ, ਇਹ ਧਿਆਨ ਰੱਖਿਓ, ਠੀਕ ਹੈ। ਉਸ ਤੋਂ ਬਾਅਦ ਕਿਉਂ, ਹੁਣ ਸਿੰਪਲ ਵਰਡਸ ਦੱਸਦਾ, ਦੀ ਐਲਡਰ ਇਜ਼ ਦ ਫੈਮਿਲੀ। ਘਰ ਦੇ ਵਿੱਚ ਸਭ ਤੋਂ ਬੜਾ ਬੰਦਾ ਪੁੱਛਦਾ ਕਿ ਬੱਚਿਆਂ ਨੂੰ ਕੁਝ ਕੰਮ ਕਰਨ ਵਾਸਤੇ। ਹੁਣ ਅਗਰ ਬੱਚਾ ਰਿਫਿਊਜ਼ ਕਰ ਦੇ ਤਾਂ ਓਬਵੀਅਸਲੀ ਤੁਹਾਨੂੰ ਕੀ ਮਿਲੂਗੀ, ਪਨਿਸ਼ਮੈਂਟ ਮਿਲੂਗੀ। ਅਗਰ ਬੱਚਾ ਉਹ ਕੰਮ ਨੂੰ ਕੀ ਕਰ ਦਿੰਦਾ, ਸਹੀ ਤਰੀਕੇ ਨਾਲ ਕਰ ਦਿੰਦਾ, ਇਟ ਮੀਨ ਕਿ ਤੁਹਾਨੂੰ ਕੀ ਮਿਲੂਗੀ, ਸ਼ਾਬਾਸ਼ੀ ਮਿਲੂਗੀ। ਇਹ ਕਦੋਂ ਸਟਾਰਟ ਹੋ ਜਾਂਦੀ ਹੈ, ਜਦੋਂ ਬੱਚੇ ਦੀ ਉਮਰ 4 ਤੋਂ ਲੈ ਕੇ ਕੀ ਹੋਊਗੀ, 10 ਸਾਲਾਂ ਦੀ ਹੋਊਗੀ। ਅਗਰ ਇਹ ਚੀਜ਼ ਅੱਗੇ ਵੱਧ ਗਈ, ਮਤਲਬ ਕਿ ਬੱਚੇ ਨੂੰ ਨਾ ਸਿਖਾਇਆ ਗਿਆ ਕਿ ਉਹਦੇ ਵਾਸਤੇ ਵਟ ਇਜ਼ ਰੋਂਗ ਵਟ ਇਜ਼ ਰਾਈਟ, ਨਾ ਸਿਖਾਇਆ ਗਿਆ, ਤਾਂ ਬੱਚੇ ਕੀ ਬਣ ਜੂ, ਆਦਤ ਬਣ ਜੂ। ਤੁਹਾਨੂੰ ਪਤਾ ਆਦਤ ਸਭ ਤੋਂ ਬੁਰੀ ਹੁੰਦੀ ਹੈ। ਦੈਨ ਆਫਟਰ ਦੈਨ ਬੱਚਾ ਅਗਰ ਲਾਡ ਪਿਆਰ ਦੇ ਵਿੱਚ ਪਲਿਆ ਹੋਇਆ ਤਾਂ ਬੱਚਾ ਵਿਗੜ ਵੀ ਸਕਦਾ ਹੈ। ਅਗਰ ਜ਼ਿਆਦਾ ਪੈਂਪਰਿੰਗ ਕੀਤੀ ਵੀ ਹੈ ਤਾਂ ਬੱਚਾ ਵਿਗੜ ਵੀ ਸਕਦਾ ਹੈ, ਉਹਦੀ ਆਦਤ ਕਦੇ ਵੀ ਨਹੀਂ ਸੁਧਰਨੀ। ਤਾਂ ਜ਼ਰੂਰੀ ਹੈ ਕਿ ਬੱਚੇ ਨੂੰ 10 ਸਾਲਾਂ ਦੇ ਅੰਦਰ ਅੰਦਰ ਉਹਨੂੰ ਸਿਖਾ ਦਿੱਤਾ ਜਾਵੇ ਕਿ ਉਹਦੇ ਵਾਸਤੇ ਕਿਹੜੀ ਚੀਜ਼ ਸਹੀ ਹੈ, ਕਿਹੜੀ ਚੀਜ਼ ਗਲਤ ਹੈ। ਇਹ ਕਿਹਦੇ ਵਿੱਚ ਆਉਂਦੀ ਹੈ, ਤੁਹਾਡੀ ਆਪਣੀ ਪ੍ਰੀ ਕਨਵੈਂਸ਼ਨ ਮੋਰੈਲਿਟੀ ਦੇ ਵਿੱਚ ਆਉਂਦੀ ਹੈ। ਹੁਣ ਮੈंने ਨੀਚੇ ਪਿਕਚਰ ਸ਼ੋ ਕੀਤੀ ਵੀ ਹੈ, ਠੀਕ ਹੈ। ਪਿਕਚਰ ਦੇਖੋ ਕੀ ਕਹਿੰਦਾ ਹੈ, ਓਬੀਡੈਂਸ ਐਂਡ ਪਨਿਸ਼ਮੈਂਟ ਓਰੀਐਂਟੇਸ਼ਨ। ਹੁਣ ਦੇਖੋ ਧਿਆਨ ਨਾਲ ਕੀ ਹੈ। ਹੁਣ ਇਹਦੇ ਵਿੱਚ ਇੱਕ ਮਦਰ ਹੈ,
ਇੱਕ ਉਹਨਾਂ ਦਾ ਬੱਚਾ ਹੈ। ਹੁਣ ਉਹਨਾਂ ਨੇ ਆਪਸ ਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਕੀ ਇੱਕ ਕੋਆਪਰੇਸ਼ਨ ਹੈ, ਪਿਆਰ ਹੈ। ਇਹ ਤਾਂ ਹੀ ਪਿਆਰ ਹੈ ਕਿਉਂਕਿ ਬੱਚਾ ਕੀ ਹੈ, ਓਬੀਡੈਂਟ ਹੈ। ਕਿਉਂਕਿ ਮੰਮੀ ਵੀ ਪਾਪਾ ਬੱਚੇ ਕਿ ਨਹੀਂ ਦੇਖ ਰਹੀ ਹੈ, ਉਹ ਬੱਚਾ ਵੀ ਮੰਮੀ ਕਿ ਨਹੀਂ ਦੇਖ ਰਿਹਾ। ਇਟ ਮੀਨ ਕਿ ਆਪਸ ਦੇ ਵਿੱਚ ਇਹਨਾਂ ਦਾ ਪਿਆਰ ਹੈ ਕਿਉਂਕਿ ਬੱਚੇ ਨੇ ਆਪਸ ਦੇ ਵਿੱਚ ਕੀ ਕੀਤਾ ਹੈ, ਓਬੇ, ਮੰਮੀ ਦੇ ਰੂਲਸ ਨੂੰ ਫੋਲੋ ਕੀਤਾ ਹੋਇਆ। ਮੰਮੀ ਨੇ ਪ੍ਰੋਪਰ ਬੱਚੇ ਨੂੰ ਸਮਝਾ ਰੱਖੀ ਕਿ ਉਹਦੇ ਵਾਸਤੇ ਕਿਹੜੀ ਚੀਜ਼ ਕੀ ਹੈ, ਕਿਹੜੀ ਚੀਜ਼ ਠੀਕ ਹੈ, ਕਿਹੜੀ ਚੀਜ਼ ਗਲਤ ਹੈ। ਇਟ ਮੀਨ ਕਿ ਬੱਚਾ ਕੀ ਹੈ, ਓਬੇ ਦੀ ਰੂਲਸ, ਬੱਚਾ ਕੀ ਮੰਨਦਾ ਵੇ, ਰੂਲਸ ਨੂੰ ਮੰਨਦਾ ਵੇ। ਉਸ ਤੋਂ ਬਾਅਦ ਦੂਸਰੀ ਪਿਕਚਰ ਕੀ ਸ਼ੋ ਕਰਦੀ ਵੀ ਹੈ, ਇੱਥੇ ਇੱਕ ਬੱਚਾ ਹੈ ਜੋ ਮਦਰ ਉਹਨੂੰ ਥੱਪੜ ਦਿਖਾ ਰਹੀ ਹੈ। ਥੱਪੜ ਮਤਲਬ ਬੱਚੇ ਨੂੰ ਪੁਨਿਸ਼ਮੈਂਟ ਦੇ ਰਹੀ ਹੈ। ਇਟ ਮੀਨ ਕਿ ਉਹਨੇ ਕੋਈ ਗਲਤ ਕੰਮ ਕੀਤਾ ਹੋਊਗਾ। ਇਟ ਮੀਨ ਕਿ ਬੱਚਾ ਕੀ ਇਹਦੇ ਵਿੱਚ ਪੁਨਿਸ਼ਮੈਂਟ ਓਰੀਐਂਟੇਸ਼ਨ ਦਾ ਸ਼ਿਕਾਰ ਹੈ। ਪੁਨਿਸ਼ਮੈਂਟ ਓਰੀਐਂਟੇਸ਼ਨ ਮਤਲਬ ਉਹਦੇ 'ਚ ਮਾਰਕਸ ਅੱਛੇ ਨਹੀਂ ਆਏ ਹੋਣੇ, ਜਾਂ ਉਹਨੂੰ ਕਿਸੇ ਬੱਚੇ ਨੇ ਗਲਤ ਬਿਹੇਵੀਅਰ ਕੰਡਕਟ ਕੀਤਾ ਹੋਊਗਾ, ਜਾਂ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੋ। ਤਾਂ ਮਦਰ ਕੀ ਦਿਖਾ ਰਹੀ ਉਸ ਬੱਚੇ ਨੂੰ, ਸੈਕਿੰਡ ਪੁਆਇੰਟ ਦੇ ਵਿੱਚ ਕੀ ਦਿਖਾ ਰਹੀ ਹੈ, ਇਹਦੇ ਵਿੱਚ ਥੱਪੜ ਦਿਖਾ ਰਹੀ। ਇਟ ਮੀਨ ਕਿ ਬੱਚਾ ਇੱਥੇ ਓਬੀਡੈਂਟ ਹੈ ਫਸਟ ਪਿਕਚਰ ਦੇ ਵਿੱਚ। ਇੱਥੇ ਬੱਚਾ ਕੀ ਹੈ, ਪੁਨਿਸ਼ਮੈਂਟ ਸਟੇਜ ਤੇ ਹੈ। ਇਟ ਮੀਨ ਕਿ ਬੱਚਾ ਕੀ ਕਰਦਾ ਹੋਇਆ, ਇੱਥੇ ਗਲਤ ਕੰਮ ਕਰਦਾ ਹੋ। ਇੱਥੇ ਹੈਗਾ ਵਟ ਇਜ਼ ਰਾਈਟ, ਇਹਦੇ ਵਾਸਤੇ ਕਿਹੜੀ ਚੀਜ਼ ਸਹੀ ਸੀ, ਔਰ ਇੱਥੇ ਬੱਚਾ ਕੀ ਹੈ, ਗਲਤ, ਯਾਨੀ ਕਿ ਉਹਦੇ ਵਾਸਤੇ ਕਿਹੜੀ ਚੀਜ਼ ਗਲਤ ਸੀ। ਤਾਂ ਮਦਰ ਕੀ ਦਿਖਾ ਰਹੀ ਹੈ, ਥੱਪੜ ਦਿਖਾ ਰਹੀ ਹੈ। ਠੀਕ ਹੈ ਬੱਚਾ, ਕੋਈ ਡਾਊਟ ਇਹਦੇ ਵਿੱਚ, ਕਿਸੇ ਨੂੰ ਵੀ ਕੋਈ ਡਾਊਟ? ਸਟੇਜ 2, ਸਟੇਜ ਦੇਖੋ ਕੀ ਹੈ ਇਹਦੇ ਵਿੱਚ। ਸਟੇਜ 2 ਦੇ ਵਿੱਚ ਹੁਣ ਐਕਸਚੇਂਜ ਸਟੇਜ, ਉਹ ਸਟੇਜ ਆਫ ਈਗੋ। ਹੁਣ ਧਿਆਨ ਰੱਖਿਓ ਤੇ ਬੱਚੇ ਦੇ ਵਿੱਚ ਆਰ ਕੀ ਹੋ ਜੂਗੀ, ਈਗੋ ਸਟਾਰਟ ਹੋ ਜੂਗੀ। ਜਾਂ ਬੱਚਾ ਸਿਰਫ ਆਪਣੇ ਬਾਰੇ ਹੀ ਸੋਚੂਗਾ। ਆਪਣੇ ਬਾਰੇ ਮਤਲਬ ਕੀ ਸੋਚੂਗਾ, ਹੁਣ ਤੁਹਾਨੂੰ ਉੱਪਰ ਦੱਸ ਕੇ ਆਇਆ ਸੀ, ਬੱਚੇ ਨੂੰ ਪਤਾ ਲੱਗ ਗਿਆ ਵੀ ਮੇਰੇ ਵਾਸਤੇ ਕਿਹੜੀ ਚੀਜ਼ ਸਹੀ ਹੈ, ਕਿਹੜੀ ਚੀਜ਼ ਗਲਤ ਹੈ, ਲੱਗ ਗਿਆ ਪਤਾ। ਹੁਣ ਇੱਥੇ ਬੱਚਾ ਕੀ ਸੋਚੂਗਾ ਕਿ ਅਗਰ ਮੇਰੇ ਵਾਸਤੇ, ਮੈਨੂੰ ਪਤਾ ਵੀ ਅਗਰ ਮੈਂ ਨਾ ਪੜ੍ਹਿਆ ਤਾਂ ਓਬਵੀਅਸ ਮੰਮੀ ਨੇ ਕਹਿਣਾ ਵੀ ਤੇਰੇ ਵਾਸਤੇ ਗਲਤ ਸੀ, ਤੂੰ ਪੜ੍ਹਿਆ ਨਹੀਂ ਹੈਗਾ ਤੇ ਤੇਰੇ ਮਾਰਕਸ ਵੀ ਨਹੀਂ ਆਏ। ਤਾਂ ਅਗਰ ਮੰਮੀ ਨੇ ਸਮਝਾਤਾ ਵੀ ਤੇਰੇ ਵਾਸਤੇ ਪੜ੍ਹਨਾ ਹੀ ਠੀਕ ਹੈ, ਠੀਕ ਹੈ, ਤਾਂ ਤੇਰੇ ਮਾਰਕਸ ਆਣੇ ਜ਼ਰੂਰੀ ਨਹੀਂ, ਤੇਰੇ ਮਾਰਕਸ ਨਾ ਆਏ ਤਾਂ ਤੂੰ ਤੇਰਾ ਬੁਰਾ ਹਾਲ ਕਰ ਦੂੰ। ਮਤਲਬ ਕਿ ਇੱਥੇ ਬੱਚਾ ਕੀ ਸੋਚਦਾ ਹੈ, ਸਿਰਫ ਆਪਣੇ ਬਾਰੇ ਸੋਚਦਾ, ਮਤਲਬ ਸੈਲਫ ਇੰਟਰਸਟ ਹੈ। ਉਹਨੂੰ ਇਹ ਵੀ ਨਹੀਂ ਪਤਾ ਕਿ ਉਹਦੇ ਦੂਸਰੇ ਬੱਚੇ ਤੁਹਾਡੇ ਬਾਰੇ ਕੀ ਸੋਚਦੇ ਵੀ ਨੇ। ਇੱਥੇ ਬੱਚਾ ਕੀ ਸੋਚਦਾ ਹੈ ਕਿ ਮੇਰੇ ਜਿਹੜੇ ਆਪਣੇ ਗੋਲਸ ਨੇ, ਜਿਹੜੀ ਮੇਰੀ ਆਪਣੀ ਪ੍ਰੈਫਰੈਂਸ ਨੇ, ਮੇਰੀ ਆਪਣੀ ਪਸੰਦ ਹੈ, ਸਿਰਫ ਮੈਂ ਉਹਨੂੰ ਹਾਸਿਲ ਕਰਨਾ, ਮੈਨੂੰ ਦੂਜੇ ਬੰਦਿਆਂ ਵਾਸਤੇ ਕੁਝ ਨਹੀਂ ਹੈ। ਇਟ ਮੀਨ ਕਿ ਇੱਥੇ ਬੱਚੇ ਵਿੱਚ ਕਿਹੜੀ ਸਟੇਜ ਆ ਜਾਊਗੀ, ਕੰਪੀਟੀਸ਼ਨ ਦੀ ਸਟੇਜ ਆ ਜੂ। ਦੂਜੇ ਬੱਚੇ ਨਾਲ ਕੀ ਸਿੱਖਦਾ, ਕੰਪੀਟੀਸ਼ਨ ਕਰਦਾ। ਕੰਪੀਟੀਸ਼ਨ ਮਤਲਬ ਮੇਰੇ ਮਾਰਕਸ ਉਹਦੇ ਨਾਲ ਕੀ ਆਉਣੇ ਚਾਹੀਦੇ ਨੇ, ਵੱਧ ਆਉਣੇ ਚਾਹੀਦੇ ਨੇ, ਮੈਨੂੰ ਦੂਜਾ ਤੋਂ ਕੋਈ ਮਤਲਬ ਨਹੀਂ। ਮਤਲਬ ਕਿ ਮੈਂ ਸਿਰਫ ਆਪਣੇ ਆਪ ਨੂੰ ਦੇਖੂੰਗਾ, ਮੇਰਾ ਸੈਲਫ ਇੰਟਰਸਟ ਹੋਣਾ ਜ਼ਰੂਰੀ ਹੈ। ਹੁਣ ਦੇਖੋ ਇੱਥੇ ਪਿਕਚਰ 'ਚ ਕੀ ਸ਼ੋ ਕਰਦਾ ਵੇ, ਇੰਡੀਵਿਜੂਅਲਿਜ਼ਮ ਆਫ ਐਕਸਚੇਂਜ ਐਂਡ ਪਰਸਨਲ ਰਿਵੋਰਡ। ਹੁਣ ਇੱਥੇ ਬੱਚਾ ਕੀ ਸੋਚ ਰਿਹਾ, ਸੈਲਫ ਇੰਟਰਸਟ। ਮਤਲਬ ਕਿ ਇਹਦੇ ਵਿੱਚ ਕਿਹੜੀ ਭਾਵਨਾ ਆਉਂਦੀ ਹੈ, ਟਿਟ ਫੋਰ ਟੈਟ। ਅਗਰ ਦੂਜਾ ਬੰਦਾ ਮੇਰੇ ਲਈ ਗਲਤ ਕਰੂਗਾ, ਠੀਕ ਹੈ, ਮੇਰੇ ਲਈ ਗਲਤ ਕਰੂਗਾ ਤਾਂ ਮੈਂ ਉਹਦੇ ਵਾਸਤੇ ਗਲਤ ਕਰੂੰਗਾ। ਅਗਰ ਬੱਚਾ ਕੋਈ ਮੇਰੇ ਵਾਸਤੇ ਸਹੀ ਕਰੂਗਾ ਤਾਂ ਮੈਂ ਉਹਦੇ ਵਾਸਤੇ ਸਹੀ ਕਰੂੰਗਾ। ਹੁਣ ਇੱਥੇ ਮੈंने ਇੱਕ ਪਿਕਚਰ 'ਚ ਸ਼ੋ ਕੀਤਾ ਹੋਇਆ ਹੈ, ਮਾਈ ਐਟੀਟਿਊਡ ਇਜ਼ ਆਲਵੇਜ਼ ਬੀ ਬੇਸਡ ਔਨ ਹਾਊ ਯੂ ਟਰੀਟ ਮੀ। ਮੇਰਾ ਐਟੀਟਿਊਡ ਤੁਹਾਡੇ ਵਾਸਤੇ ਉਹੀ ਹੋਊਗਾ ਜਿਹੜਾ ਐਟੀਟਿਊਡ ਤੁਸੀਂ ਮੇਰੇ ਵਾਸਤੇ ਰੱਖੋਗੇ। ਸਿੰਪਲ ਜੀ ਗੱਲ ਹੈ, ਅਗਰ ਤੁਸੀਂ ਮੇਰੇ ਵਾਸਤੇ ਗਲਤ ਕਰੋਗੇ ਤਾਂ ਮੈਂ ਤੁਹਾਡੇ ਵਾਸਤੇ ਗਲਤ ਕਰੂੰਗਾ। ਅਗਰ ਤੁਸੀਂ ਮੇਰੇ ਵਾਸਤੇ ਸਹੀ ਕਰੋਗੇ ਤਾਂ ਮੈਂ ਤੁਹਾਡੇ ਵਾਸਤੇ ਸਹੀ ਕਰੂੰਗਾ। ਇਹਦੇ ਵਿੱਚ ਬੱਚੇ ਨੇ ਆਪਣਾ ਸੈਲਫ ਇੰਟਰਸਟ ਦਿਖਾਇਆ ਹੈ ਕਿ ਅਗਰ ਤੈਨੇ ਮੇਰੇ ਵਾਸਤੇ ਗਲਤ ਕੀਤਾ ਤਾਂ ਮੈਂ ਆਪਣਾ ਐਟੀਟਿਊਡ ਉਹੀ ਰੱਖੂੰਗਾ ਜਿਹੜਾ ਐਟੀਟਿਊਡ ਤੈਨੇ ਮੇਰੇ ਵਾਸਤੇ ਰੱਖਿਆ। ਲੇਕਿਨ ਇਹਦੇ ਵਿੱਚ ਦੋਨੋਂ ਜਾਣੇ ਹੱਥ ਮਿਲਾ ਰਹੇ ਨੇ। ਇਟ ਮੀਨ ਕਿ ਦੋਨਾਂ ਨੇ ਕੋਈ ਚੰਗਾ ਕੰਮ ਕੀਤਾ ਹੋਊਗਾ। ਇਹ 'ਚ ਭਾਵਨਾ ਕਾਹਦੀ ਆਈ ਵੀ, ਸੈਲਫ ਈਗੋ ਦੀ ਭਾਵਨਾ ਆਈ ਵੀ। ਸੈਲਫ ਈਗੋ ਮਤਲਬ ਬੱਚਾ ਸਿਰਫ ਆਪਣੇ ਬਾਰੇ ਇੰਟਰਸਟ ਲੈਂਦਾ ਵੇ, ਹੋਰ ਕਿਸੇ ਬਾਰੇ ਇੰਟਰਸਟ ਨਹੀਂ ਲੈਂਦਾ। ਇਟ ਮੀਨ ਕਿ ਇਹਦੇ ਵਿੱਚ ਕੰਪੀਟੀਸ਼ਨ, ਦੋਨੋਂ ਚੀਜ਼ਾਂ ਦੇ ਵਿੱਚ ਕੰਪੀਟੀਸ਼ਨ ਦੇਖਿਆ ਗਿਆ। ਪਹਿਲੇ ਪੁਆਇੰਟ ਦੇ ਵਿੱਚ ਉਹਨੇ ਆਪਣੇ ਐਟੀਟਿਊਡ ਦਿਖਾਇਆ, ਅਗਰ ਨੈਗੇਟਿਵ ਸਟੇਜ ਦੇ ਵਿੱਚ ਹੈ ਤਾਂ ਨੈਗੇਟਿਵ ਹੈ, ਪੋਜ਼ਿਟਿਵ ਹੈ ਤਾਂ ਪੋਜ਼ਿਟਿਵ। ਲੇਕਿਨ ਦੂਸਰੇ 'ਚ ਦੋਨੇ ਜਾਨੇ ਕੀ ਸ਼ੇਕ ਕਰ ਰਹੇ ਨੇ, ਹੈਂਡ ਸ਼ੇਕ ਕਰ ਰਹੇ। ਇਟ ਮੀਨ ਕਿ ਦੋਨੋਂ ਟਿਟ ਫੋਰ ਟੈਟ ਦੀ ਭਾਵਨਾ ਨੂੰ ਵਿਅਕਤ ਕਰਦੇ ਪਏ ਨੇ, ਦੱਸਦੇ ਪਏ ਨੇ। ਇਹ ਧਿਆਨ ਰੱਖਿਓ, ਠੀਕ ਹੈ ਜੀ। ਨੈਕਸਟ ਉਹ ਲੇਬਲ 2 ਦੇ ਵਿੱਚ ਹੁਣ ਆਉਂਦੀ ਹੈ। ਲੇਬਲ 1 ਦੇ ਵਿੱਚ ਹੁਣ ਦੋ ਚੀਜ਼ਾਂ ਮੇਰੇ ਨਾਲ ਕੰਪਲੀਟ ਕੀਤੀਆਂ, ਇੱਕ ਓਬੀਡੀਐਂਸ ਵਾਲੀ ਕੀਤੀ ਹੈ, ਇੱਕ ਇੰਡੀਵਿਜੂਅਲ ਓਰੀਐਂਟੇਸ਼ਨ ਕੀਤੀ ਹੈ। ਇੰਡੀਵਿਜੂਅਲ ਮਤਲਬ ਇਹਦੇ ਵਿੱਚ ਬੱਚਾ ਆਪਣੀ ਸੈਲਫ ਸਟੇਜ ਦੇ ਉੱਤੇ ਰਹੂਗਾ, ਬੱਚੇ ਨੂੰ ਦੂਸਰੇ ਬੰਦੇ ਦਾ ਕੋਈ ਮਤਲਬ ਨਹੀਂ ਹੈਗਾ। ਲੇਕਿਨ ਅਗਰ ਜਿਹੜੀ ਲੇਬਲ 2 ਆਉਂਦੀ ਵੀ ਹੈ, ਲੇਬਲ 2 ਕੀ ਦੱਸਦਾ ਹੈ, ਕਨਵੈਨਸ਼ਨ ਮੋਰੈਲਿਟੀ। ਹੁਣ ਕਨਵੈਨਸ਼ਨ ਮੋਰੈਲਿਟੀ ਕੀ ਹੁੰਦੀ ਹੈ, ਇਹ 10 ਤੋਂ ਲੈ ਕੇ 13 ਸਾਲ ਤੱਕ ਦੇ ਬੱਚੇ ਵਿਚਕਾਰ ਚੱਲਦੀ ਹੈ, ਠੀਕ ਹੈ, ਜਿਸ 'ਚ ਸਟੇਜ 3 ਲਿਖੀ ਹੋਈ ਹੈ, ਗੁੱਡ ਬॉय ਔਰ ਗੁੱਡ ਗਰਲ ਸਟੇਜ। ਹੁਣ ਇਹਦੇ ਵਿੱਚ ਕੀ ਕਹਿੰਦੇ ਨੇ, ਇੱਥੇ ਜਿਹੜੇ ਬੱਚੇ ਦੀਆਂ ਇਸ ਦੇ ਵਿੱਚ ਜਿਹੜੀ ਲੈਵਲ ਪਾਈ ਜਾਂਦੀ ਹੈ, ਕਹਿਣ ਦਾ ਮਤਲਬ ਆਹ ਜਿਹੜਾ ਮੋਰੈਲਿਟੀ ਦਾ ਲੈਵਲ ਹੈ, ਲੈਵਲ 2, ਇਹਦੇ 'ਚ ਕੀ ਦੇਖੀ ਜਾਂਦੀ ਹੈ, ਟਰਸਟ ਦੇਖਿਆ ਜਾਂਦਾ ਹੈ, ਬੱਚੇ ਦਾ ਵਿਸ਼ਵਾਸ, ਬੱਚੇ ਦੀ ਲੋਇਲਟੀ, ਠੀਕ ਹੈ, ਜਾਂ ਫਿਰ ਬੱਚੇ ਦਾ ਕੰਸੈਪਟ ਕੀ ਹੈ, ਠੀਕ ਹੈ, ਵੀ ਅੱਗੇ ਬੱਚਾ ਕਰਨਾ ਕੀ ਚਾਹੁੰਦਾ ਹੈ, ਜਾਂ ਬੱਚੇ ਦੀ ਕੀ ਹੈ ਇੰਟੈਂਸ਼ਨਸ ਕੀ ਹੈ, ਪੜ੍ਹਾਈ ਨੂੰ ਲੈ ਕੇ, सोसाइटी ਨੂੰ ਲੈ ਕੇ, ਜਾਂ ਫਿਰ ਉਹਦੇ ਨਾਲ ਦੇ ਫੈਮਿਲੀ ਮੈਂਬਰ ਨੂੰ ਲੈ ਕੇ। ਇਟ ਮੀਨ ਕਿ ਸਾਰੀ ਚੀਜ਼ਾਂ 'ਚ ਦੇਖੀ ਜਾਣਗੀਆਂ, ਠੀਕ ਹੈ। ਹੁਣ ਦੇਖੋ ਨੀਚੇ ਇੱਕ ਪਿਕਚਰ ਬਣੀ ਵੀ ਹੈ, ਨੀਚੇ ਪਿਕਚਰ 'ਚ ਕੀ ਸ਼ੋ ਕਰਦਾ ਪਿਆ, ਇਹਦੇ ਵਿੱਚ ਗੁੱਡ ਬॉय ਔਰ ਨਾਈਸ ਗਰਲ ਦੀ ਗੱਲ ਕੀਤੀ ਵੀ ਹੈ। ਹੁਣ ਇੱਕ ਲੜਕੀ ਦਾ ਰਿਪੋਰਟ ਕਾਰਡ ਹੈ ਜਿਹਦੇ ਵਿੱਚ A+ ਆਇਆ, ਤਾਂ ਮੰਮੀ ਪਾਪਾ ਨੇ ਸਮਝਾ ਰੱਖਿਆ ਸੀਗਾ
कि अगर तेरे नंबर अगर तू पढ़ेंगी तो रिपोर्ट कार्ड तेरी अच्छी आनी चाहिए। देखो मदर भी खुश होनी चाहिए है क्योंकि रिपोर्ट कार्ड च बच्चे का A+ आया है, आप लड़की भी खुश है क्योंकि बच्चे का की है A+ हो। इतने पता लग जाऊगा कि अगर मदर कहूगी कि हाँ तेरे नंबर अच्छे आए ने है ना तो तू नाइस गर्ल है, तो बच्चे का उत्थे मोटिवेशन लेवल की हो जाऊगा, इंक्रीज हो जाऊगा। कहना मतलब बच्चा अगर हुणी तो असीं कह देंगे भी हाँ तेरी उम्र ज़्यादा बड़ी नहीं हैगी, 13 साल 14 साल तक का बच्चा है, अगे होर पढ़ने की कोशिश कर, जिते A+ आया उत्थे तू आउटस्टैंडिंग पोजीशन लेके आ। ठीक है, इट मीन के अगर A+ ग्रेड लेके आया तू, ठीक है, तो अगर तू अगे होर पढ़ेगा तो तेरा असीं कंसैप्ट देखांगे। अगर तेरे 10th क्लास तक तेरे अच्छे मार्क्स आए तो तेन +1 असीं मैडिकल नॉन मैडिकल दवावांगे। उस तरह बच्चे ना की हो जाता मोटिवेशन बिहेवियर की हो जाता बच्चे का चेंज हो जाता कि हाँ मम्मी पापा ने कहा तू अच्छी गर्ल है, तू होर पढ़, तेरे मार्क्स अच्छे आए ने, जिथे तू A+ लेके आई है उत्थे तेरी वैल्यू की आनी चाहिए है आउटस्टैंडिंग। आउटस्टैंडिंग मतलब जे तू क्लास विच A+ लेके आई है, मैनू ऑल ओवर पूरे इंडिया दे विच तू की चाहती आउटस्टैंडिंग पोजीशन ते चाहती है, और साडे वास्ते की बन जाऊगा गुड गर्ल या फिर साडे वास्ते की बन जाऊगा बैड बॉय। बैड बॉय भी हो सकता है, बैड गर्ल भी हो सकती है। ये डिपेंड करता बच्चे की अपने कंसैप्शन उत्ते और बच्चे की अपनी स्टडी मटीरियल उत्ते भी मम्मी पापा के बच्चे उत्ते मतलब कि किस तरह के इफैक्ट पाए ने, पॉजिटिव इफैक्ट है या फिर नैगेटिव इफैक्ट है। ठीक है जी, समझ आया बच्चे इत्थे तक? समझ आया? कोई डाउट है किसी को भी? एनीवन एल्स? हाँ जी, नैक्सट आओ अगले पॉइंट के विच जो साडे वास्ते बनती है स्टेज 4। हुण इत्थे बच्चा की करता है लॉ और ऑर्डर की मनना शुरू कर देता, स्वीकार करना शुरू करता। क्यों? क्योंकि बच्चा बड़ा हो चुका, बच्चा सोसाइटी के विच जान लग गया और बच्चे को पता लग गया कि मम्मी पापा ने सानू जिहड़ी चीज़ां समझा रखियां ने भी वो एरिया च नहीं जाना, उस एरिया के विच गलत बंदे रहंदे ने तो मैं उस एरिया च नहीं जाऊँगा। अगर मम्मी पापा ने समझा रखे वो चीज़ तेरे वास्ते सही है, वो दोस्त नाल रहना तेरे वास्ते सही है, तो मैं वो दोस्त नाल रहूँगा। लेकिन कहने का मतलब की है इत्थे जिहड़ा बच्चा हो चुका, बड़ा हो चुका, इट मीन के वो अडल्टहुड दे विच आ गया। अडल्टहुड मतलब बच्चा समझदा है कि हाँ वो चीज़ किहड़े वास्ते सही है, किहड़ी चीज़ उहदे वास्ते गलत है। इट मीन के उन्होंने सोसाइटी ते की होने लग गई, थोड़ी थोड़ी परख होने लग गई, सोसाइटी बारे की देन लग गया, अपनी जजमेंट देन लग गया। ये ध्यान रखियो, सोसाइटी बारे की देन लग गया, अपनी जजमेंट देन लग गया। हुण देखो थ्योरी विच की कहंदा है, कहंदा चिल्ड्रन नाउ टेक द पॉइंट ऑफ व्यू। हुण चिल्ड्रन के पॉइंट ऑफ व्यू तो असीं की करते हैं जिहड़ा सोशल सिस्टम एज अ होल, बच्चा की सोचता है भी जिहड़ी सोसाइटी है वो एज अ होल, मतलब सोसाइटी मेरे वास्ते सारे कुछ है। क्यों का सारा कुछ है? क्योंकि सोसाइटी ने मैनू की दिते हुए ने, रूल्स दिते हुए ने। किहड़े रूल्स दिते हुए ने, और वास्ते किहड़ी चीज़ सही होगी और किहड़ी चीज़ गलत होगी। ठीक है, उन्हें किहड़ा काम किवें करना है, उस तो बाद किहड़ी अथॉरिटी तो रिस्पैक्ट देनी है। रिस्पैक्ट मतलब जिहड़ा काम उन्होंने दिता गया कि वो वास्ते वो सही हैगी कि नहीं सही हैगी। अगर वो सही नहीं हैगा तो वो जवाब दे सकता है, अगर वो इस वास्ते सही है तो उन्होंने की कर सकता है, एक्सैप्ट कर सकता है। इट मीन की है बाय दिस टाइम, इस टाइम के जो इंडिविजुअल कितने पहुँच चुका है, एडल्टहुड स्टेज के पहुँच चुका है, जिथे बच्चे को पता है भी मैंने सोसाइटी मनना है, सोसाइटी मेरा एक पार्ट है। उत्थे जिहड़े सोसाइटी च काम किए जाएंगे, चाहे वो कोई भी ऑर्डर है चाहे कोई भी काम है, मैं उन्होंने फॉलो करना है, रूल्स में फॉलो करना है, और सारे दिते हुए कामों की करना, वो की करनी है, रिस्पैक्ट करनी है। ठीक है ना। हुण इत्थे पिक्चर च देखो की कहंदा पिया, मेंटेनिंग द सोशल ऑर्डर, जिन्होंने असीं लॉ एंड ऑर्डर बोलते हैं। हुण इत्थे की है, एक पुलिस ऑफिसर खड़ा है जिस मैंने एक साइन दिता हुआ, कारा साइन दिता हुआ है, एक सिग्नल का साइन दिता हुआ रेड का। हूँ रेड सिग्नल का मतलब की होंगे भी हाँ रेड सिग्नल मतलब होंगे साने अपनी गाड़ी या कोई भी व्हीकल सन अगे नहीं लेके जाने, मान कि उत्थे खड़ जाना है। अगर असीं अपनी गाड़ी या कोई भी व्हीकल अगे ले जाना रेड सिग्नल तो उत्थे पुलिस वाला थोड़ा की कर सकता है, चलान भी कर सकता है, कुछ भी कर सकता है। इट मीन कि सानी लॉ और ऑर्डर को दिता प्रैफरेंस दी है। हुण इत्थे एक थोड़े पिक्चर की शो किया हुआ है कि तुमने राइट साइड पर मुड़ना है, अगर तुम गलती लैफ्ट साइड पर मुड़ जाने हो तो पुलिस वाला थोड़ा की कर सकता, पुनिशेबल भी कर सकता है। मतलब कि सोसाइटी जो बंदा जाता है तो सोसाइटी के एक रूल को की करता फॉलो करता है, एक ऑर्डर को की करता फॉलो करता है। इस तरीके से की समझा रखे कि जो बच्चा मतलब कि जो बच्चा एडल्टहुड स्टेज से पहुंच चुका है ताकि रूल और रेगुलेशन की कर सके, फॉलो कर सके। ये ध्यान रखियो, मतलब कि मेनटेनिंग द लॉ एंड ऑर्डर, लॉ ते ऑर्डर, लॉ नूं मनना ते जिहड़े गवर्नमेंट दे रूल पास किए हुए असीं उन्हां नूं मनना। हुण इत्थे एक रेड सिग्नल भी लगा सकते हो या राइट साइड ते मुड़ना भी लगा सकते हो। अगर असीं गलत चाहते हैं तो जिहड़ा पुलिस ऑफिसर खड़े ने वो सानूं की दे कर सकते हैं, पुनिशेबल कर सकते। मतलब पुनिश करना बाकी ये नहीं हुंदा कि उन्होंने पुनिशमेंट देनी है। ठीक है, पुनिशेबल का मतलब हुंदा है कि वो गलती अगे ना करे। मतलब कि हुण अगर पुलिस वाले ने थोड़ा चलान कट्टे है तो इट मीन कि चलान तां कट्टे है भी हाँ उन्हें पैसे नहीं कमाने, उन्हें सिर्फ ये दसना कि तुसीं अपने रूल करोगे, फॉलो करोगे। मतलब कि सोसाइटी को सिखाया जाता है भी किहड़ी चीज़ तुमने अगे लेके जानी है, उसदे विच मोरैलिटी की डिवेलपमेंट की जाऊगी। ये ध्यान रखियो।
ਲਾਸਟ ਲੈਵਲ ਆਉਂਦਾ ਜੋ ਸਾਡੇ ਵਾਸਤੇ ਹੁੰਦਾ ਪੋਸਟ ਕਨਵੈਨਸ਼ਨਲ ਮੋਰੈਲਿਟੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਹ ਜਿਹੜੀ ਹੁੰਦੀ ਹੈ 13 ਸਾਲ ਤੋਂ ਬਾਅਦ ਟਿਲ ਡੈਥ ਤੱਕ ਬੱਚੇ ਨੂੰ ਕੀ ਲੈ ਕੇ ਜਾਂਦੀ ਹੈ, ਹੈਲਪ ਕਰਦੀ ਹੈ। ਇਹ ਸਾਡੇ ਵਾਸਤੇ ਵੀ ਚਾਹੇ ਸਾਡੀ ਉਮਰ 40 ਸਾਲ ਦੀ ਹੈ, ਚਾਹੇ ਸਾਡੀ ਉਮਰ 55 ਜਾਂ 60 ਸਾਲ ਦੀ ਹੈ। ਇਟ ਮੀਨ ਕਿ ਇਹ ਕਿਹੜੀ ਸਟੇਜ ਹੁੰਦੀ ਹੈ, ਪੋਸਟ ਕਨਵੈਨਸ਼ਨਲ ਮੋਰੈਲਿਟੀ ਸਟੇਜ ਹੁੰਦੀ ਹੈ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਪ੍ਰਿੰਸੀਪਲ ਮੋਰੈਲਿਟੀ ਬੋਲਦੇ ਹਾਂ। ਇਹਦੀ ਜਿਹੜੀ ਦੋ ਸਟੇਜ ਆਉਂਦੀ ਉਹ ਕਿਹੜੀ ਦੋ ਸਟੇਜ ਆਉਂਦੀ ਹੈ, ਇੱਕ ਸਟੇਜ 5 ਜਿਹ 'ਚ ਬੱਚਾ ਇੱਕ ਕਹਿੰਦੇ ਸੋਸ਼ਲ ਕੰਟਰੈਕਟ ਬਣਾ ਕੇ ਰੱਖਦਾ ਹੈ, ਮਤਲਬ ਸੁਸਾਇਟੀ ਦੇ ਬੰਦਿਆਂ ਨੂੰ ਮਿਲਦਾ ਹੈ, ਸੁਸਾਇਟੀ ਦੇ ਬੰਦਿਆਂ ਨਾਲ ਗੱਲਬਾਤ ਕਰਦਾ ਹੈ, ਸ਼ਾਮ ਨੂੰ ਜੋਬ ਤੋਂ ਆਉਣ ਤੋਂ ਬਾਅਦ ਸੁਸਾਇਟੀ ਨੂੰ ਥੋੜ੍ਹਾ ਆਪਣਾ ਟਾਈਮ ਦਿੰਦਾ ਹੈ, ਸੁਸਾਇਟੀ ਦੇ ਕਲਚਰ ਨੂੰ ਮੰਨਦਾ ਹੈ, ਸੁਸਾਇਟੀ ਦੇ ਵਿੱਚ ਜਿਹੜੇ ਕਲਚਰ ਮਤਲਬ ਕਿ ਕਲਚਰ ਕਹਿੰਦਾ ਮਤਲਬ ਜਿਹੜੇ ਰੀਤੀ ਰਿਵਾਜ ਨਿਭਾਏ ਜਾਂਦੇ ਨੇ ਉਹ ਸਟੈਂਡਰਡ ਨੂੰ ਕੀ ਕਰਦਾ, ਅਸੈਪਟ ਕਰਦਾ। ਹੁਣ ਇੱਥੇ ਮੈਂਸ਼ਨ ਕੀਤਾ ਹੋਇਆ ਪੋਸਟ ਕਨਵੈਨਸ਼ਨਲ ਮੋਰੈਲਿਟੀ ਦੇ ਵਿੱਚ ਜਿਹੜਾ ਬੱਚਾ ਆਪਣੇ ਇਥੀਕਲ ਵੈਲਿਊਜ਼ ਨੂੰ ਲੈ ਕੇ ਚੱਲਦਾ ਹੈ। ਇਥੀਕਲ ਵੈਲਿਊਜ਼ ਮਤਲਬ ਹੁੰਦਾ ਹੈ ਇੱਕ ਸਟੈਂਡਰਡ ਬਣਾ ਕੇ ਰੱਖਣਾ ਵੀ ਸਾਰਿਆਂ ਨੂੰ ਮਿਲਣਾ ਹੈ, ਘਰਦਿਆਂ ਨੂੰ ਵੀ ਬਰਾਬਰ ਦਾ ਟਾਈਮ ਦੇਣਾ ਹੈ, ਆਫਿਸ ਵਿੱਚ ਬਰਾਬਰ ਦਾ ਟਾਈਮ ਦੇਣਾ ਹੈ, ਆਫਿਸ ਤੋਂ ਬਾਅਦ ਮੇਰੇ ਵਾਸਤੇ ਸੁਸਾਇਟੀ ਦੇ ਵਿੱਚ ਮਿਲਣਾ ਜੁਲਣਾ। ਕਹਿੰਦਾ ਮਤਲਬ ਇੱਕ ਸੋਸ਼ਲ ਕੰਟਰੈਕਟ ਬਣਾ ਕੇ ਰੱਖਣਾ। ਸੋਸ਼ਲ ਕੰਟਰੈਕਟ ਕਿਵੇਂ ਹੋਊਗਾ, ਅਗਰ ਮੇਰੇ ਪਾਸ ਬੇਸਿਕ ਰਾਈਟਸ ਹੋਣਗੇ। ਬੇਸਿਕ ਰਾਈਟਸ ਕਿਹੜੇ ਹੋਣਗੇ, ਆਪਣੀ ਲਾਈਫ ਵੀ ਦੇਖਣੀ ਹੈ, ਆਪਣੀ ਲਿਬਰਟੀ ਵੀ ਦੇਖਣੀ ਹੈ, ਔਰ ਦੂਜੇ ਦੀ ਲਿਬਰਟੀ ਮਤਲਬ ਦੂਜੇ ਦੀ ਫਰੀडम 'ਚ ਮੈਨੇ ਇੰਟਰਫੀਰੈਂਸ ਨਹੀਂ ਕਰਨੀ, ਔਰ ਜੋ ਕਾਨੂੰਨ ਦੁਆਰਾ ਜਿਹੜੇ ਜਸਟਿਸ ਮਤਲਬ ਨਿਆਂ ਦਿੱਤੇ ਗਏ ਨੇ ਉਹਨਾਂ ਦੀ ਮੈਨੇ ਪਾਲਣਾ ਵੀ ਕਰਨੀ ਹੈ, ਮਤਲਬ ਕਿ ਰੂਲ ਨੂੰ ਕੀ ਕਰਕੇ ਰੱਖਣਾ, ਮੈਨੇ ਮੇਨਟੇਨ ਕਰਕੇ ਰੱਖਣਾ। ਠੀਕ ਹੈ ਜੀ, ਇਹ ਗੱਲ ਕੀਤੀ ਗਈ ਕਿਹਦੇ ਵਿੱਚ, ਸਟੇਜ ਆਫ ਸੋਸ਼ਲ ਕੰਟਰੈਕਟ ਦੇ ਵਿੱਚ। ਹੁਣ ਨੀਚੇ ਇੱਕ ਪਿਕਚਰ ਦਿਖਾ ਰੱਖੀ ਹੈ। ਹੁਣ ਇਹ ਪਿਕਚਰ ਦੇ ਵਿੱਚ ਕੀ ਹੈ, ਸੋਸ਼ਲ ਕੰਟਰੈਕਟ ਐਂਡ ਇੰਡੀਵਿਜੂਅਲ ਰਾਈਟਸ। ਹੁਣ ਧਿਆਨ ਦੇਖੋ ਸੋਸ਼ਲ ਕੰਟਰੈਕਟ ਕੀ ਹੈ, ਇਸ ਪਿਕਚਰ 'ਚ ਦੱਸਿਆ ਹੋਇਆ ਵੀ ਜਿਹੜੀ ਸਕੂਲਾਂ 'ਚ ਜਿਹੜੀ ਫੀਸਾਂ ਲਿੱਤੀ ਜਾਂਦੀਆਂ ਨੇ ਉਹ ਬਹੁਤ ਜ਼ਿਆਦਾ ਕੀ ਲਿੱਤੀ ਜਾਂਦੀ, ਹਾਈ ਲਿੱਤੀ ਜਾਂਦੀਆਂ ਨੇ। ਮਤਲਬ ਜੋ ਗਰੀਬ ਫੈਮਿਲੀ ਦੇ ਬੰਦੇ ਹੁੰਦੇ ਨੇ, ਬੱਚੇ ਹੁੰਦੇ ਨੇ, ਉਹ ਪ੍ਰਾਈਵੇਟ ਸਕੂਲ 'ਚ ਤਾਂ ਪੜ੍ਹ ਨਹੀਂ ਸਕਦੇ। ਗੌਰਮੈਂਟ ਸਕੂਲ ਦੇ ਵਿੱਚ ਜਦੋਂ ਪੜ੍ਹਦੇ ਨੇ ਤਾਂ ਉੱਥੇ ਜਿਹੜੀ ਫੀਸ ਨਹੀਂ ਚਾਰਜ ਹੁੰਦੀ, ਲੇਕਿਨ ਪੜ੍ਹਾਈ ਪ੍ਰਾਈਵੇਟ ਸਕੂਲ ਦੇ ਲੇਕਿਨ ਘੱਟ ਦਿੱਤੀ ਜਾਂਦੀ ਹੈ। ਘੱਟ ਮਤਲਬ ਬਰਾਬਰ ਦੀ ਪੜ੍ਹਾਈ ਨਹੀਂ ਦਿੱਤੀ ਜਾਂਦੀ। ਤਾਂ ਇੱਥੇ ਉਹਨਾਂ ਨੇ ਕੀ ਕੀਤਾ ਗਿਆ, ਸੋਸ਼ਲ ਕੰਟਰੈਕਟ ਬਣਾ ਕੇ ਰੱਖੇ ਨੇ। ਕੀ ਬਣਾ ਕੇ ਰੱਖਿਆ, ਸੋਸ਼ਲ ਕੰਟਰੈਕਟ। ਮਤਲਬ ਕਿ ਇੱਥੇ 4-5 ਲੇਡੀਜ਼ ਕੀ ਹੋ ਚੁੱਕੀਆਂ, ਇਕੱਠੀ ਹੋ ਚੁੱਕੀਆਂ ਨੇ, ਜਿਨ੍ਹਾਂ ਨੇ ਸਟ੍ਰਾਈਕ ਕੀਤੀ ਹੈ, ਮਤਲਬ ਪ੍ਰੋਟੈਸਟ ਕੀਤਾ ਹੈ, ਵਿਰੋਧ ਕੀਤਾ ਹੈ ਵੀ ਜਿਹੜੀ ਸਕੂਲਾਂ ਦੇ ਵਿੱਚ ਮਤਲਬ ਕਿ ਸਾਡੇ ਬੱਚੇ ਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ, ਉਹ ਤਾਂ ਸ਼ੋਸ਼ਣ ਕੀਤਾ ਜਾਂਦਾ ਹੈ। ਸਕੂਲੀ ਬੱਚੇ ਮਤਲਬ ਗਰਲਸ ਦਾ ਲਾਈਕ ਰੇਪ ਕੇਸ ਬਣ ਜਾਂਦੇ ਨੇ, ਟੀਚਰ ਔਰ ਬੱਚੇ ਦਾ ਰਿਲੇਸ਼ਨ ਬਣ ਜਾਂਦਾ ਹੈ, ਫੀਸਾਂ ਜ਼ਿਆਦਾ ਚਾਰਜ ਕੀਤੀਆਂ ਜਾਂਦੇ ਨੇ। ਇਟ ਮੀਨ ਕਿ ਬੱਚੇ ਨੂੰ ਗਨ ਦੀ ਪਾਵਰ ਦੇ ਅਧਿਕਾਰ 'ਤੇ ਮੋਢੇ 'ਤੇ ਬੰਦੂਕ ਰੱਖ ਕੇ ਉਹ ਤੋਂ ਕੰਮ ਕਰਾਇਆ ਜਾਂਦਾ ਹੈ। ਪ੍ਰੇਅਰ ਦਿੱਤੀ ਤਾਂ ਜਾਂਦੀ ਹੈ, ਬੱਚੇ ਨੂੰ ਸੁਣਾਇਆ ਤਾਂ ਜਾਂਦਾ ਹੈ ਜੋ ਮੰਗੇ ਠਾਕੁਰ ਸਵੈ ਆਪਣੇ ਸੇ, ਬਟ ਉਹਦੀ ਪਾਲਣਾ ਨਹੀਂ ਕੀਤੀ ਜਾਂਦੀ। ਠੀਕ ਹੈ ਨਾ, ਆਹ ਚੀਜ਼ਾਂ ਵਾਸਤੇ ਇੱਕ ਸੋਸ਼ਲ ਕੰਟਰੈਕਟ ਬਣਾ ਕੇ ਰੱਖਣਾ। ਲੇਕਿਨ ਇੰਡੀਵਿਜੂਅਲ ਰਾਈਟਸ ਕੀ ਹੋਣਗੇ, ਇੱਥੇ ਇੱਕ ਬੰਦਾ ਦੂਸਰੇ ਬੰਦੇ ਨੂੰ ਕੀ ਦਿੰਦਾ ਵੇ, ਰਿਸ਼ਵਤ ਦਿੰਦਾ ਵੇ, ਉਹ ਦੂਸਰਾ ਬੰਦਾ ਕੀ ਕਰਦਾ ਵੇ, ਮੈਂ ਰਿਸ਼ਵਤ ਨਹੀਂ ਲੈ ਸਕਦਾ, ਕਿਉਂਕਿ ਜਿਹੜੇ ਕੰਮ ਮੇਰੇ ਸੁਸਾਇਟੀ ਦੇ ਕੰਮ ਨੇ ਉਹ ਸੁਸਾਇਟੀ ਮੈਂ ਬਿਨਾਂ ਰਿਸ਼ਵਤ ਤੋਂ ਕੰਮ ਕਰੂੰਗਾ। ਕੁਝ ਬੰਦੇ ਹੁੰਦੇ ਜੋ ਰਿਸ਼ਵਤ ਲੈ ਕੇ ਕੰਮ ਕਰਦੇ ਨੇ, ਕੁਝ ਬੰਦੇ ਹੁੰਦੇ ਜੋ ਬਿਨਾਂ ਰਿਸ਼ਵਤ ਤੋਂ ਵੀ ਕੰਮ ਕਰ ਦਿੰਦੇ ਨੇ। ਇਹ ਰਾਈਟਸ 'ਤੇ ਡਿਪੈਂਡ ਕਰਦਾ ਕਿ ਸਾਡੇ ਪੇਰੈਂਟਸ ਨੇ, ਸਾਡੇ ਪੀਅਰ ਗਰੁੱਪਸ ਨੇ ਸਾਨੂੰ ਕੀ ਸਿਖਾ ਰੱਖਿਆ। ਇੱਥੇ ਇੱਕ ਬੰਦਾ ਤੁਹਾਨੂੰ ਪੈਸੇ ਤਾਂ ਦੇ ਰਿਹਾ ਬਟ ਤੁਸੀਂ ਪੈਸੇ ਨੂੰ ਕੀ ਕਰਦੇ ਹੋ, ਨਿਗਲੈਕਟ ਕਰਦੇ ਹੋ, ਵੀ ਪੈਸੇ ਦਾ ਕੀ ਕਰਦੇ ਹੋ, ਮਨਾ ਕਰਦੇ ਹੋ। ਇੱਕ ਰਾਈਟਸ ਬਣ ਜਾਂਦੇ, ਕਾਹਦੇ ਰਾਈਟਸ ਬਣ ਜਾਂਦੇ ਨੇ, ਇੰਡੀਵਿਜੂਅਲ ਦੇ ਰਾਈਟਸ ਬਣ ਜਾਂਦੇ ਵੀ ਉਹਦੇ ਵਾਸਤੇ ਕਿਹੜੀ ਚੀਜ਼ ਸਹੀ ਸੀ, ਕਿਹੜੀ ਚੀਜ਼ ਗਲਤ ਹੈ। ਅਗਰ ਰਿਸ਼ਵਤ ਲੈ ਕੇ ਕੰਮ ਕਰ ਸਕਦਾ ਹੈ ਤਾਂ ਕੰਮ ਜੇਬ 'ਚ ਰਿਸ਼ਵਤ ਪੈਸੇ ਜੇਬ 'ਚ ਪਾ ਕੇ ਕੰਮ ਹੋ ਜਾਊਗਾ। ਲੇਕਿਨ ਅਗਰ ਦਿਖਾਵਾ ਕਰਨਾ ਹੈ ਵੀ ਹਾਂ ਮੈਂ ਰਿਸ਼ਵਤ ਨਹੀਂ ਲੈਂਦਾ, ਦਿਖਾਵਾ ਮਤਲਬ ਉਹਨੂੰ ਦੱਸਦਾ ਵੀ ਮੇਰੇ ਰਿਸ਼ਵਤ ਲੈ ਕੇ ਕੰਮ ਨਹੀਂ ਕਰ ਸਕਦਾ, ਮੇਰੇ ਵੀ ਕੁਝ ਰਾਈਟਸ ਨੇ, ਮੈਂ ਉਹ ਰਾਈਟਸ ਉੱਪਰ ਆਪਣੀ ਪਾਲਣਾ ਕਰੂੰਗਾ, ਉਹ ਬਿਨਾਂ ਰਿਸ਼ਵਤ ਤੋਂ ਆਪਣਾ ਕੰਮ ਕਰਕੇ ਦਿਖਾਊਂਗਾ। ਇਹ ਵੀ ਸਾਡੇ ਵਾਸਤੇ ਇੱਕ ਸੋਸ਼ਲ ਕੰਟਰੈਕਟ ਦਾ ਕੰਮ ਕਰਦਾ ਹੈ। ਠੀਕ ਹੈ ਜੀ, ਨੈਕਸਟ ਹੋ ਅਗਲੀ ਸਟੇਜ ਬਹੁਤ ਇੰਪੋਰਟੈਂਟ ਸਟੇਜ ਹੈ, ਸਟੇਜ ਆਫ ਕੰਸਾਇੰਸ ਔਰ ਯੂਨੀਵਰਸਲ ਪ੍ਰਿੰਸੀਪਲ। ਮੈਂ ਇੱਥੇ ਪਹਿਲਾਂ ਦੱਸ ਚੁੱਕਿਆ ਸੀਗਾ, ਪਿਕਚਰ ਦੇ ਅਕੋਰਡਿੰਗ ਧਿਆਨ ਨਾਲ ਦੇਖੋ ਹੁਣ ਕੀ ਦਿੱਤਾ ਹੋਇਆ। ਇਹ ਸਾਡੇ ਮਹਾਤਮਾ ਗਾਂਧੀ ਜੀ ਨੇ, ਉਹ ਸਾਡੀ ਹੀ ਨੈਲਸਨ ਮੰਡੇਲਾ ਨੇ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇੱਕ ਪ੍ਰਿੰਸੀਪਲ ਉੱਤੇ ਕੱਢਤੀ, ਮਤਲਬ ਕਿ ਪ੍ਰਿੰਸੀਪਲ ਮਤਲਬ ਇੱਕ ਸਟੈਂਡਰਡ ਦੇ ਉੱਤੇ ਕੱਢਤੀ। ਉਹ ਆਪਣਾ ਸਾਰਾ ਜੀਵਨ ਇਹਨਾਂ ਨੇ ਕਿਹਦੇ ਉੱਤੇ ਬਤੀਤ ਕੀਤਾ, ਇੱਕ ਹਿਊਮਨ ਰਾਈਟਸ ਉੱਤੇ। ਵੀ ਜਿਹੜੇ ਸਾਡੇ ਹਿਊਮਨ ਰਾਈਟਸ ਨੇ ਪੜ੍ਹੇ ਨੇ, ਜਾਂ ਫਿਰ ਜਿਹੜੇ ਸਾਡੇ ਹਿਊਮਨ ਰਾਈਟਸ ਸਾਡੇ ਮੰਮੀ ਪਾਪਾ ਨੇ ਸਾਨੂੰ ਸਿਖਾਏ ਨੇ, ਪੇਰੈਂਟਸ ਨੇ ਸਾਨੂੰ ਸਿਖਾਏ ਨੇ, ਉਹ ਸਾਡੇ ਵਾਸਤੇ ਕੀ ਹੋਣੇ ਚਾਹੀਦੇ ਨੇ, ਸਾਨੂੰ ਉਹਦੇ 'ਤੇ ਪਾਲਣਾ ਕਰਨੀ ਚਾਹੀਦੀ ਹੈ। ਇਹਨਾਂ ਨੇ ਕੀ ਕਿਹਾ ਸੀਗਾ ਵੀ ਇਹਨਾਂ ਨੇ ਜਿਹੜੀ ਮਤਲਬ ਕਿ ਇਹਨਾਂ ਨੇ ਦੱਸਿਆ ਸੀਗਾ ਵੀ ਸਾਰੇ ਬੰਦੇ ਜ਼ਿੰਦਗੀ ਦੇ ਵਿੱਚ ਕੀ ਨੇ, ਬਰਾਬਰ ਦੇ ਨੇ, ਹਰੇਕ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਊਗਾ, ਓਪਰਚੁਨਿਟੀ ਇਕੁਅਲ ਹੋਊਗੀ। ਠੀਕ ਹੈ, ਸਭ ਨੇ ਜਸਟਿਸ ਮਤਲਬ ਬਰਾਬਰ ਦਾ ਨਿਆਂ ਦਿੱਤਾ ਜਾਊਗਾ। ਅਗਰ ਤੁਸੀਂ ਸਾਰੇ ਜਾਣੇ ਇਸ ਪ੍ਰਿੰਸੀਪਲ ਨੂੰ ਫੋਲੋ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਹੋ ਜਾਊਗੀ ਯੂਨੀਵਰਸਲ ਟਰੁੱਥ ਦੇ ਅਕੋਰਡਿੰਗ। ਮਤਲਬ ਕੀ ਹੈ, ਇੱਕ ਜ਼ਿੰਦਗੀ 'ਤੇ ਆਉਣਾ ਤੁਹਾਡੇ ਵਾਸਤੇ ਕੀ ਹੋ ਜਾਊਗਾ, ਇੱਕ ਜ਼ਿੰਦਗੀ ਦੇ ਵਿੱਚ ਆਉਣਾ ਤੁਹਾਡੇ ਵਾਸਤੇ ਕੀ ਹੋ ਜਾਊਗਾ, ਅੱਛਾ ਹੋਊਗਾ। ਮਤਲਬ ਕਿ ਤੁਸੀਂ ਆਪਣੇ ਨੂੰ ਸਮਝੋਗੇ ਮੇਰੀ ਸਾਰੀ ਜ਼ਿੰਦਗੀ ਕਿ ਪ੍ਰਿੰਸੀਪਲ 'ਤੇ ਡਿਪੈਂਡ ਕਰਤੀ, ਸਾਰੀ ਪ੍ਰਿੰਸੀਪਲ ਦੇ ਉੱਤੇ ਆਪਣੀ ਜ਼ਿੰਦਗੀ ਕਰਤੀ, ਬਤੀਤ ਕਰਤੀ। ਨੈਲਸਨ ਮੰਡੇਲਾ ਦਾ ਇੱਕ ਪ੍ਰਿੰਸੀਪਲ ਸੀ, ਇਹਨਾਂ ਨੇ ਇੱਕ ਵਿਰੋਧ ਕੀਤਾ ਸੀਗਾ ਵੀ ਹਾਂ ਉੱਥੇ ਜਿੱਥੇ ਅਸੀਂ ਰਹਿੰਦੇ ਹੋਏ ਹਾਂ, ਠੀਕ ਹੈ, ਜਿੱਥੇ ਮੈਂ ਰਹਿੰਦਾ ਹੋਇਆ
ਠੀਕ ਹੈ। ਉੱਥੇ ਸਾਡੇ ਵਾਸਤੇ ਕੀ ਹੁੰਦਾ ਵੀ ਭੇਦਭਾਵ ਕੀਤਾ ਜਾਂਦਾ ਗੋਰੇ ਔਰ ਕਾਲੇ ਦੇ ਵਿਚਕਾਰ, ਵੀ ਰੇਸਿਜ਼ਮ ਕੀ ਕਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ। ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇੱਕ ਕਮਰੇ ਦੇ ਵਿੱਚ ਕੱਢਤੀ। ਟੋਟਲ ਜ਼ਿੰਦਗੀ ਦੇ 28 ਸਾਲ ਇਹਨਾਂ ਨੇ ਆਪਣੀ ਜ਼ਿੰਦਗੀ 'ਚ ਕੱਢੇ ਨੇ। ਉਹ 28 ਸਾਲ ਤੋਂ ਬਾਅਦ ਜਾ ਕੇ ਇਹਨਾਂ ਨੂੰ ਕੀ ਮਿਲੀ ਹੈ, ਇੱਕ ਪ੍ਰੋਟੈਸਟ ਤੋਂ ਬਾਅਦ ਕੀ ਮਿਲੇ, ਸ਼ਾਂਤੀ ਮਿਲੇ ਕਿ ਵਾਕਈ ਜਿਹੜਾ ਰੇਸਿਜ਼ਮ ਹੋਣਾ ਚਾਹੁੰਦਾ ਉਹ ਖਤਮ ਹੋਣਾ ਚਾਹੁੰਦਾ ਹੈ, ਵੀ ਗੋਰੇ ਔਰ ਕਾਲੇ ਵਿਚਕਾਰ ਕਦੇ ਵੀ ਕੀ ਨਾ ਕੀਤਾ ਜਾ ਸਕੇ, ਭੇਦਭਾਵ ਨਾ ਕੀਤਾ ਜਾ ਸਕੇ। ਇੱਕ ਪ੍ਰਿੰਸੀਪਲ ਹੁੰਦਾ ਹੈ ਜੋ ਬੰਦੇ ਨੂੰ ਸਾਰੀ ਜ਼ਿੰਦਗੀ ਵਿੱਚ ਪਾਲਣਾ ਕਰਨੀ ਪੈਂਦੀ ਹੈ। ਉਸ ਚੀਜ਼ ਦਾ ਕੀ ਕਰਨਾ ਪੈਂਦਾ, ਕਮਿਟਮੈਂਟ ਕਰਨੀ ਪੈਂਦੀ ਹੈ, ਚਾਹੇ ਉਹ ਜ਼ਿੰਦਗੀ ਸਾਰੀ ਨਿਕਲ ਜੇ। ਅਗਰ ਪ੍ਰਿੰਸੀਪਲ ਤੇ ਕਮਿਟਮੈਂਟ ਉਹਨਾਂ ਨੇ ਛੱਡਤੀ ਵੀ ਮੈਨੇ ਪ੍ਰਿੰਸੀਪਲ ਤਾਂ ਕਰਤੇ ਬਟ ਉਹਨੂੰ ਫੋਲੋ ਨਹੀਂ ਕੀਤਾ, ਪਰ ਉਹ ਜ਼ਿੰਦਗੀ ਸਾਡੇ ਵਾਸਤੇ ਸਹੀ ਨਹੀਂ ਹੁੰਦੀ। ਕਹਿਣ ਦਾ ਮਤਲਬ ਤੁਹਾਡੀ ਵੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਪ੍ਰਿੰਸੀਪਲ ਹੋਣਗੇ ਜਿਹਦੇ ਤੋਂ ਤੁਸੀਂ ਆਪਣੇ ਆਪ ਨੂੰ ਫੋਲੋ ਕਰਦੇ ਹੋ, ਹੈ ਨਾ। ਹਰੇਕ ਬੰਦਾ ਕਰਦਾ ਹੈ, ਉਹ ਸਾਡੇ ਵਾਸਤੇ ਕੀ ਬਣਦਾ, ਯੂਨੀਵਰਸਲ ਇਥੀਕਲ ਪ੍ਰਿੰਸੀਪਲਸ ਬਣਦੇ। ਠੀਕ ਹੈ ਬੱਚੇ, ਕੋਈ ਡਾਊਟ ਇੱਥੇ ਤੱਕ ਕਿਸੇ ਨੂੰ ਵੀ, ਕੋਈ ਡਾਊਟ, कोई डाउट बच्चे? इट्स ऑल क्लियर? गुड आफ्टरनून स्टूडेंट्स। बच्चे आज हम थ्योरी करन जा रहे हैं एरिक्सन साइकोलॉजिकल थ्योरी। ठीक है जी, साइकोलॉजिकल थ्योरी। इस तो पहले साने कीती सी कोलबर्ग दी थ्योरी। ठीक है, हुणे अगली थ्योरी नूं असीं बोलांगे एरिक्सन साइकोलॉजिकल थ्योरी। इस तो पहले साने थ्योरी कीती सी एक कोलबर्ग दी थ्योरी, जिन्हां ने दित्ती सी अपनी थ्योरी सिर्फ मॉरल डिवेलपमेंट दी थ्योरी दित्ती सी। हुणे इन्हां ने जिहड़ी एरिक्सन दी थ्योरी दित्ती सी, इन्हें सोशियोलॉजिकल कहने मतलब साइको के अकॉर्डिंग। ठीक है, साइको के अकॉर्डिंग मतलब कि बच्चे के एक दिमाग के अकॉर्डिंग प्लस सोसाइटी, दो वर्ड नूं मिला के थ्योरी दित्ती सी। ਉਹ ਥਿਊਰੀ ਕਿਹੜੀ ਹੈ, ਐਰਿਕਸਨ ਦੀ ਥਿਊਰੀ ਹੈ। ਇਹ ਧਿਆਨ ਰੱਖਿਓ। ਠੀਕ ਹੈ, ਹੁਣ ਦੇਖੋ ਇਸ ਵਿੱਚ ਕੀ ਕਹਿੰਦਾ ਹੈ, ਇਹ ਜਿਹੜਾ ਮੋਡਲ ਹੈ ਦੋ ਵਰਡ ਤੋਂ ਮਿਲ ਕੇ ਬਣਿਆ ਹੈ, ਸਾਈਕੋ। ਠੀਕ ਹੈ, ਇੱਕ ਤੁਹਾਡਾ ਬਣਿਆ ਆਪਣਾ ਸੋਸ਼ਲ, ਦੋ ਵਰਡ ਤੋਂ ਮਿਲ ਕੇ ਬਣੇ ਹੈ। ਧਿਆਨ ਰੱਖਿਓ, ਦੋ ਵਰਡ ਅੱਗੇ ਨੀਚੇ ਦੱਸੂਗਾ ਕਿੱਥੋਂ ਮਿਲੇ ਨੇ। ਠੀਕ ਹੈ, ਅੱਗੇ ਜਿਹੜੀ ਥਿਊਰੀ ਬਣੀ ਹੈ ਨਾ ਐਰਿਕਸਨ ਦੇ ਮਤਲਬ ਐਰਿਕਸਨ ਥਿਊਰੀ, ਇਹ ਥਿਊਰੀ ਕਿੰਨੇ ਇਹਨਾਂ ਨੂੰ ਕਿਸ ਦੂਸਰੇ ਨਾਮ ਨਾਲ ਵੀ ਜਾਣਦੇ ਆ। ਉਹ ਥਿਊਰੀ ਦਾ ਨਾਮ ਕੀ ਹੈ, ਲਾਈਫ ਸਪੈਨ ਡਿਵੈਲਪਮੈਂਟ ਥਿਊਰੀ। समझ आ गया? वैसे इन दो नाम ना जानते हैं, एक एरिक्सन की थ्योरी बोलते हैं, दूसरी किहड़ी होगी साडे वास्ते लाइफ स्पैन डिवेलपमेंट थ्योरी होगी। एरिक्सन ने जो पब्लिश की सीगी है ना, ये स्टेज के विच पब्लिश की सी, 8वीं स्टेज के विच 8th स्टेज के विच की सी, पब्लिश की सी अपनी बुक के विच की सी 1958 के विच। वो बुक का नाम की है चाइल्डहुड एंड सोसाइटी। बुक का नाम की है चाइल्डहुड एंड सोसाइटी। और उस चैप्टर का नाम की जो पब्लिश की उस चैप्टर का नाम है 8 एजेस ऑफ मैन। मतलब कि एक बंदे नूं जन्म तो लैके टिल डेथ तक अपनी 8 उम्रां तो गुजरना पैंदा है। उस चैप्टर के विच उस चैप्टर का नाम की सी द 8 एजेस ऑफ द मैन, लेकिन बुक का नाम की सीगा चाइल्डहुड एंड द सोसाइटी। 1958 ਦੇ ਵਿੱਚ ਇਹ बुक की ਕੀਤੀ ਸੀ, पब्लिश की सी भी एक बंदे ਜਿਹੜੀ ਥਿਊਰੀ ਗੁਜ਼ਰਨੀ ਪੈਂਦੀ ਹੈ ਉਹ ਥਿਊਰੀ 8 ਸਟੇਜਾਂ ਦੇ ਅਕੋਰਡਿੰਗ ਹੈ। ਵੀ ਕਹਿਣ ਦਾ ਮਤਲਬ ਇੱਕ ਬੰਦਾ ਜਦੋਂ ਜਨਮ ਲੈਂਦਾ टिल डेथ तक ਉਹਨੂੰ ਆਪਣੀ 8 ਉਮਰਾਂ ਤੋਂ ਗੁਜ਼ਰਨਾ ਪਊਗਾ। ਉਹ ਕਿਹੜੀ बुक ਦਾ ਨਾਮ ਕੀ ਸੀਗਾ, 1958 ਦੇ ਵਿੱਚ बुक ਪਬਲਿਸ਼ ਕੀਤੀ ਸੀ। बुक ਦਾ ਨਾਮ ਕੀ ਸੀਗਾ, ਚਾਈਲਡਹੁਡ ਐਂਡ ਦੀ ਸੋਸਾਇਟੀ। ਠੀਕ ਹੈ ਜੀ, ਉਸ ਤੋਂ ਬਾਅਦ ਇਹ बुक ਫਿਊਚਰ ਦੀ बुक ਵਿੱਚ ਕੀ ਕੀਤੀ ਗਈ ਸੀ, ਅੱਗੇ ਫਿਊਚਰ बुक मतलब ਇਹ बुक ਦੁਬਾਰਾ ਤੋਂ ਰਿਵਾਈਜ਼ ਵੀ ਕੀਤੀ ਗਈ ਸੀ। ਰਿਵਾਈਜ਼ मतलब ਥੋੜੀ ਬਹੁਤ ਚੇਂਜਸ ਕੀਤੀ ਗਈਆਂ ਸੀਗੀਆਂ। ਕਿਹੜੀ ਚੇਂਜਸ ਕੀਤੀ ਗਈਆਂ, ਆਈਡੈਂਟੀਟੀ ਦਾ ਲਾਈਫ ਸਾਈਕਲ 1959, Insider Responsibility 1964, The Life Cycle Completed a Review 1989 and Revised in 1986। मतलब कि ਇਹਦਾ ਰਿਵਿਊ 1989 ਦੇ ਵਿੱਚ ਵੀ ਆਇਆ, ਦੁਬਾਰਾ ਤੋਂ ਰਿਵਾਈਜ਼ ਕੀਤੀ ਗਈ 1996 ਦੇ ਵਿੱਚ। ਉਸ ਤੋਂ ਬਾਅਦ एंड इन्वॉल्वमेंट इन एजेस 1989, एक इकट्ठा नाम है, ध्यान रखियो जी। हुण अगे आओ, तुहानूं याद की करना, बस तुहानूं मेन नाम यही याद करना है कि बुक का नाम की सी चाइल्डहुड एंड सोसाइटी, पर चैप्टर किहड़ा सी कि एक बंदे नूं अपनी 8 उम्रां तो गुजरना पऊगा। और साडे वास्ते कि 8 मैन ऑफ दी एजेस। बुक दे विच जिहड़ा चैप्टर पाया गया, चैप्टर का नाम है, ध्यान रखियो, 8 एजेस ऑफ दी मैन। हुण मैं तुहानूं किहा सीगा जिहड़ी एरिक्सन ने जिहड़ी थ्योरी दित्ती सीगी, जिहड़ी एरिक्सन ने थ्योरी दित्ती सी, ਉਹ ਜਿਹੜੀ ਥਿਊਰੀ ਪਾਸ ਆਊਟ ਕੀਤੀ ਸੀ ਦੋ ਵਰਡ ਤੋਂ ਮਿਲ ਕੇ ਬਣੀ ਸੀ, ਸਾਈਕੋਲੋਜੀਕਲ। ਠੀਕ ਹੈ, ਦੂਸਰਾ ਕਿਹੜਾ ਆ ਜਾਊਗਾ, ਸੋਸ਼ਲ। ਸਾਈਕੋਲੋਜੀਕਲ ਸਾਡੇ ਕਿਹੜੀ ਚੀਜ਼ਾਂ ਆਉਂਦੀਆਂ ਨੇ, ਸਾਡਾ ਮਾਈਂਡ ਆ ਜਾਂਦਾ, ਸਾਡਾ ਬ੍ਰੇਨ ਆ ਜਾਂਦਾ, ਔਰ ਸਾਡੀ ਪਰਸਨੈਲਿਟੀ ਆ ਜਾਂਦੀ। ਮਤਲਬ ਕਿ ਇੱਕ ਇੰਡੀਵਿਜੂਅਲ ਦਾ ਮਾਈਂਡ ਕੀ ਹੈ, ਇੰਡੀਵਿਜੂਅਲ ਦਾ ਬ੍ਰੇਨ ਕਿਸ ਤਰ੍ਹਾਂ ਦਾ, ਉਹਦੀ ਪਰਸਨੈਲਿਟੀ ਕੱਪੜੇ ਵਾਈਜ਼ ਨਹੀਂ ਕਹਿੰਦਾ ਹੋਇਆ ਮੈਂ, ਉਹਦੀ ਨੌਲੇਜ ਦੇ ਵਾਈਜ਼ ਗੱਲ ਕਰਦਾ ਹੋਇਆ, ਧਿਆਨ ਰੱਖਿਓ। ਉਸ ਤੋਂ ਬਾਅਦ ਸੋਸ਼ਲ ਦੀ ਗੱਲ ਕਰ ਰਹੇ ਹਾਂ। ਸੋਸ਼ਲ ਵਿੱਚ ਅਸੀਂ ਕੀ ਦੇਖਾਂਗੇ, ਬੰਦੇ ਦੀ ਰਿਲੇਸ਼ਨਸ਼ਿਪ, ਬੰਦਾ ਇੱਕ ਬੰਦੇ ਨਾਲ ਜਾਂ ਦੂਜੇ ਬੰਦੇ ਨਾਲ ਕਿਵੇਂ ਦਾ ਰਿਲੇਸ਼ਨਸ਼ਿਪ ਬਣਾ ਕੇ ਰੱਖਦਾ। ਉਸ ਤੋਂ ਬਾਅਦ ਐਕਸਟਰਨਲ ਇਨਵਾਇਰਮੈਂਟ, ਫੈਮਿਲੀ ਨੂੰ ਛੱਡ ਕੇ ਸੁਸਾਇਟੀ ਦੇ ਵਿੱਚ ਬੰਦਾ ਕਿਸ ਤਰ੍ਹਾਂ ਰਹਿੰਦਾ ਹੋਇਆ। ਮਤਲਬ ਕਿ ਇਹ 'ਚ ਮੈਂ ਇਕੱਲੇ ਫੈਮਿਲੀ ਦੀ ਗੱਲ ਨਹੀਂ ਕੀਤੀ, ਮੈਂ ਸਿਰਫ ਐਕਸਟਰਨਲ ਇਨਵਾਇਰਮੈਂਟ ਦੀ ਗੱਲ ਕੀਤੀ। ਕਿਹਦੀ ਗੱਲ ਕਰ ਰਿਹਾ, ਆਪਣੀ ਸੁਸਾਇਟੀ ਦੀ ਗੱਲ। ਮਤਲਬ ਕਿ ਇੱਕ ਬੰਦਾ ਜੋ ਘਰ ਤੋਂ ਬਾਹਰ ਨਿਕਲਦਾ ਤਾਂ ਸੁਸਾਇਟੀ ਦੇ ਕੰਨੀ ਤੋਂ ਆਪਣਾ ਬਿਹੇਵੀਅਰ ਕਿਸ ਤਰ੍ਹਾਂ ਵਿਅਕਤ ਕਰਦਾ, ਉਹ ਸਾਰੀ ਗੱਲ ਇਹਦੇ ਵਿੱਚ ਕੀਤੀ ਹੈ। ਕਹਿਣ ਦਾ ਮਤਲਬ ਕਿਹੜੀ ਥਿਊਰੀ ਹੈ, ਐਰਿਕਸਨ ਦੀ ਸਾਈਕੋਲੋਜੀਕਲ
प्लस सोशल थ्योरी की गल करन जा रहे हैं। ठीक है, मेरे दो नाम अलग अलग करते, साइकोलॉजिकल का नाम अलग किया, उस तो बाद सोशल का नाम इन्हें अलग करता। सोशलॉजिकल की आऊगा माइंड ब्रेन और परसनैलिटी आ जाऊगी, और सोशल की आऊगा तो अपना रिलेशनशिप या फिर तो अपना की आ जाऊगा एक्सटर्नल इन्वायरमेंट आ जाऊगा। ठीक है, हुण इन्होंने देखो इत्थे स्टार्ट होंदी अपनी थ्योरी। एरिक्सन की कहते सी जिहड़ी बच्चे की एक परसनैलिटी होंदी है ना, और डिवेलप कित्थों करती है, डिवेलप 8 स्टेजिस तो गुजरती है। मतलब कि डिवेलप करने वास्ते सानू 8 स्टेजां तो गुजरना पऊगा, 8 स्टेज सानू फेस आउट करनी पैणगियां। और स्टेज किहड़ी है, जो बच्चा जन्म लैंदा है या जो बच्चे की हो जाती डैथ। बच्चा भी हो सकता है, एडल्टहुड भी हो सकता है, एडोलसेंस भी हो सकता है, ओल्ड एज वाला बंदा भी हो सकता। मतलब कि 0 तो लैके जो तक बंदे की डैथ नहीं हो जाती टिल उत्थे तक की गल की गई। किन्होंने ने एरिक्सन ने गल की कि बच्चा अपनी डिवेलपमेंट कदों करूगा, किस तरह करूगा। 8 स्टेजिस ने, 8 से कितों निकलदियां ने, बच्चे के इन्फेंसी तो लैके टिल डैथ तक जांदियां ने। ठीक है ना, नैक्सट अगला इंपोर्टेंट बहुत पॉइंट है, दोनों अगले दोनों पॉइंट बहुत इंपोर्टेंट ने। ही गिवन द टर्म क्राइसिस। हुण ध्यान रखियो, उन्होंने एक वर्ड दिता सी, एक टर्म क्वाइंट किया क्राइसिस। ये क्राइसिस की होंगे ने, एक क्राइसिस साडे रिलेट करते हैं किहदे विचकार, एक साडी साइकोलॉजिकल नीड्स के अकॉर्डिंग। नीड्स मतलब जिहड़ी साडी अपनी बेसिक नीड्स ने, बेसिक नीड्स मतलब साडे दिमाग वाली नीड्स प्लस साडी सोसाइटी वाली नीड्स। क्योंकि एरिक्सन ने 2 थ्योरी दी सी ना, साइको दे उत्ते प्लस सोसाइटी दे उत्ते, तो दोनों नीड्स साडी की होनी चाहिए, पूरी होनी चाहिए ने। ओह पूरी वर्ड नूं की दिता सी उन्होंने, क्राइसिस दिता सी। हुण कहण दा मतलब अगर ये क्राइसिस पूरे हो गए तो बच्चे का जिहड़ा बिहेवियर है वह की होगा, पॉजिटिव बिहेवियर होगा। जे क्राइसिस पूरे ना होए, कहने मतलब अगर साइकोलॉजिकल नीड्स पूरी होगी तो सोसाइटी की नीड्स ना पूरी हुई तो फिर भी क्राइसिस खत्म हो जाऊगा, टुट जाऊगा। अगर सोसाइटी वाली पूरी होगी, साइकोलॉजिकल ना पूरी हुई तो भी क्राइसिस पूरा नहीं होगा। अगर दोनों वर्ड पूरे हो गए तो बच्चे का बिहेवियर की होगा, पॉजिटिव बिहेवियर होगा। अगर बच्चे के विचों एक नीड पूरी होती है, मतलब कि या तो साइकोलॉजिकल होगी या सोसाइटिकल होगी, तो बच्चा की हो जू जिंदगी की हो जाऊगा फेलर। फेलर मतलब बच्चे केड़ा बिहेवियर आऊगा, अपने सोसाइटी को लेके नैगेटिव बिहेवियर आऊगा। ये ध्यान रखियो, रिपीट कर रहे हैं, रिपीट की कर रहे हैं ये कि जेड़ा एरिक्सन ने एक वर्ड क्वाइन किया सी क्राइसिस। क्राइसिस मतलब की होंगे कि बच्चे की दोनों नीड्स पूरी होनी चाहिए, साइकोलॉजिकल नीड्स भी पूरी होनी चाहिए ने, प्लस थोड़ी अपनी सोसाइटी की नीड्स भी पूरी होनी चाहिए। अगर इन्होंने विचकार कोई भी झगड़ा हो जाता है, ठीक है, तो या तो बच्चा अगर झगड़ा सुलझ जाता है तो बच्चा पॉजिटिव भी हो सकता है, अपने रिजल्ट पॉजिटिव वे नाल भी लेके जा सकता है। या फिर अगर झगड़ा नहीं सुलझता, एक चीज़ पूरी होंगी है तो बच्चे का बिहेवियर नैगेटिव भी हो सकता है। मतलब की है हुण इहदे विच द स्टेजिस कंप्लीट, अगर बच्चे ने सारी स्टेजां अपनी कंप्लीट कर लिया और स्टेज कंप्लीट होने तो बाद बच्चे जो इन्वायरमेंट होगा, बिहेवियर होगा, वो साडे वास्ते की होगा, हैल्दी होगा, मतलब कि पॉजिटिव होगा। या फिर अगर नहीं पूरा करता, डिफिकल्टी आती कोई भी स्टेजिस तो बच्चा की हो जाऊगा अनहैल्दी, मतलब और जो बिहेवियर होगा नैगेटिव हो जाऊगा। ये ध्यान रखियो, ठीक है जी, लग गया पता। नैक्सट आओ, मैंने ना नीचे थ्योरी जी अपनी कंडक्ट की है, एरिक्सन की थ्योरी उन्होंने अपनी उम्र के अकॉर्डिंग वंडिया, 1 तो लैके 8 तक की स्टेज मैंने शो की हुई ने, जिहदे उन्हें की दस्सिया गया 0 तो लैके 18 तक की होगा ट्रस्ट और मिसट्रस्ट। ये 18 मंथ की गल की हुई है, ध्यान रखियो, ठीक है। ऑटोनमी और वर्सिस शेम और डाउट 18 तो लैके 2 या 3 साल तक होगी। इनिशिएटिव एंड गिल्टी 3 तो लैके 5 साल की होगी। इंडस्ट्री जिन्हें असीं बोलते कंपीटेंसी, कंपीटेंसी मतलब बच्चे की कंपीटिशन की भावना आनी, या फिर इन्फीरियरिटी या फिर कंपीटिशन की भावना ना आई, बच्चा ना कुछ सीखा तो बच्चा इन्फीरियर हो सकता है। लाइक 5 तो लैके 12 साल तक की है। आइडेंटिटी और रोल कन्फ्यूजन, अगर बच्चे को पता लग गया कि मैंने लाइफ में ये काम करना है तो बच्चे आइडेंटिटी आ जाऊगी। अदर बच्चा की करूगा, उन्होंने पता ही नहीं लगना कि मैंने काम किया कि नहीं, अपने रोल के नहीं तो की रहूगा, कन्फ्यूजन रहूगी उन्होंने, ठीक है। मम्मी पापा कुछ होर कहते हुए ने, दादा दादी कुछ होर कहते हुए ने, फ्रेंड सर्कल कुछ होर कहता भी है, मेरे नाल की सोसाइटी मैंने कुछ होर कहती भी है। मतलब कि अगर सबनों कर देखने तो बाद बच्चा अपनी आइडेंटिटी आप पाता है, भी अपना काम आप करता है, तो बच्चा ओबवियसली की हो जाऊगा, आइडेंटिफाई हो जाऊगा, सोसाइटी को लैके भी, फैमिली लेके भी। अगर सब दी सुनता रहा, ना कुछ कर पाया, तो टिल 18 साल तक की उम्र के बच्चा की हो जाऊगा, कन्फ्यूज हो जाऊगा। मतलब कि अपने स्टैप टू स्टैप देख के ही अपने आप को की करे, अगे बढ़ावे, सुने सब दी, लेकिन करे वही अपने मन की। अगर मन अच्छा कहता भी हाँ तेने यह काम करना है, तो ओबवियसली बच्चा अच्छा काम करूगा। अदरवाइज रोल हमेशा की रहूगा, कन्फ्यूज रहूगा। एक किहड़े साल तक की उम्र होंगी है, 12 तो लैके 18 साल की होंगी है। उस तो बाद इंटीमेसी और आइसोलेशन, अगर बच्चा सबनों मिलूगा, अगर सब नाल मिल वर्त के रहूगा, तो ओबवियसली बच्चा इंटीमेट है, बच्चा बिजी है। अदरवाइज अंदर की हो जाऊगा, चुरी जाऊगा, उसको की बोलता है आइसोलेट हो जाऊ, कला हो जाऊ, आउट ऑफ बॉक्स हो जाऊगा, ठीक है। वो उम्र कड़ी होंगी 19 तो लैके 40 साल की होंगी है, ध्यान रखियो, ठीक है। नैक्सट आओ, अगली आती है
ਜਨਰੇਟਿਵਿਟੀ ਔਰ ਸਟੈਗਨੇਸ਼ਨ ਇਹ 40 ਤੋਂ ਲੈ ਕੇ 65 ਸਾਲ ਦੀ ਹੁੰਦੀ ਹੈ। ਉਸ ਤੋਂ ਬਾਅਦ ਈਗੋਡੈਂਟ੍ਰਿਕ ਸਾਡੇ ਵਾਸਤੇ ਜਾਂ ਡਿਸਪੇਅਰ ਸਾਡੇ ਵਾਸਤੇ ਕੀ ਹੁੰਦੇ 65 ਤੋਂ ਲੈ ਕੇ ਟਿਲ ਡੈਥ ਤੱਕ ਹੁੰਦੀ ਹੈ। ਹੁਣ ਮੈਂ ਇਹੀ ਗੱਲ ਦੱਸੀ ਸੀ, ਅਰਿਕਸਨ ਨੇ ਜਿਹੜੀ ਆਪਣੀ ਸਾਈਕੋ ਪਲੱਸ ਸੋਸਾਇਟੀ ਜਿਹੜੀ ਥਿਊਰੀ ਕੰਡਕਟ ਕੀਤੀ ਹੈ ਉਹ 0 ਤੋਂ ਲੈ ਕੇ ਟਿਲ ਡੈਥ ਤੱਕ ਇੱਕ ਥਿਊਰੀ ਵਾਸਤੇ ਕੰਡਕਟ ਕੀਤੀ ਹੈ। ਇਹ ਸਾਰੇ ਵਾਸਤੇ ਜ਼ਰੂਰੀ, ਚਾਹੇ ਉਹ ਚਾਈਲਡਹੁੱਡ ਦੇ ਵਿੱਚ ਬੱਚਾ ਹੈ ਚਾਹੇ ਅਡਲਟਹੁੱਡ ਦੇ ਵਿੱਚ ਬੱਚਾ ਹੈ। ਠੀਕ ਹੈ, ਹੁਣ ਉਹਨਾਂ ਸਭ ਦੀ ਅਲੱਗ ਅਲੱਗ ਐਕਸਪਲੇਨੇਸ਼ਨ ਕਰਦੇ ਹਾਂ। ਫਸਟ ਪੁਆਇੰਟ ਆਉਂਦਾ ਟਰਸਟ ਵਰਸਿਸ ਮਿਸਟਰਸਟ। ਹੁਣ ਇੱਥੇ ਬੱਚੇ 'ਚ ਵਿਸ਼ਵਾਸ ਦੀ ਭਾਵਨਾ ਦਾ ਹੋਣਾ ਜਾਂ ਬੱਚਾ ਵਿਸ਼ਵਾਸ ਨਾ ਕਰਨਾ, ਹੁਣ ਉਹ ਭਾਵਨਾ ਦੇਖਣਾ ਹੈ। ਇਹ ਗੱਲ ਹੈਗੀ ਸਾਡੇ ਵਾਸਤੇ 0 ਤੋਂ ਲੈ ਕੇ 18 ਬੱਚੇ ਦੇ ਮਹੀਨੇ ਤੱਕ ਦੀ। ਹੁਣ ਅਗਰ ਮੈਂ ਐਗਜ਼ਾਮਪਲ ਦੇ ਦਾਂ, ਐਗਜ਼ਾਮਪਲ ਕੀ ਦੇਵਾਂ ਕਿ ਅਗਰ ਮੈਂ ਇੱਕ ਬੱਚੇ ਨੂੰ ਬੁਲਾਵਾਂ, ਹੱਥ ਨਾਲ ਇਸ਼ਾਰਾ ਕਰਾਂ, ਮੇਰੇ ਹੱਥ 'ਚ ਬੋਲ ਪਈ ਹੈ ਤਾਂ ਬੱਚਾ ਮੇਰੇ ਇਸ਼ਾਰੇ ਨੂੰ ਦੇਖ ਕੇ ਬੋਲ ਕੇ ਨਹੀਂ ਦੇਖੂਗਾ ਕਿ ਵਾਕਈ ਜਿਹੜਾ ਬੰਦਾ ਮੈਨੂੰ ਇਸ਼ਾਰਾ ਕਰਦਾ ਹੋਇਆ ਹੈ ਨਾ ਉਹ ਮੈਨੂੰ ਬੋਲ ਦਊਗਾ। ਬੋਲ ਮਤਲਬ ਖੇਲਣ ਵਾਸਤੇ ਬੋਲ ਦਊਗਾ। ਅਗਰ ਉਹ ਤੁਹਾਡਾ ਇਸ਼ਾਰੇ ਤੋਂ ਤੁਹਾਡੇ ਪਾਸ ਆ ਗਿਆ ਤਾਂ ਬੱਚੇ ਨੂੰ ਕੀ ਹੋ ਗਿਆ, ਵਿਸ਼ਵਾਸ ਹੋ ਗਿਆ ਕਿ ਵਾਕਈ ਮੈਂ ਇਹਦੇ ਪਾਸ ਆ ਗਿਆ, ਹੁਣ ਮੈਨੂੰ ਕੀ ਦਊਗਾ, ਬੋਲ ਦਊਗਾ। ਅਗਰ ਬਾਈ ਚਾਂਸ ਕੱਲ੍ਹ ਤੁਸੀਂ ਬੋਲ ਨਾ ਦਿੱਤੀ ਔਰ ਇਸ਼ਾਰੇਬਾਜ਼ੀ ਨੂੰ ਤੁਸੀਂ ਬੱਚੇ ਨੂੰ ਬੁਲਾਈ ਗਏ ਤਾਂ ਬੱਚੇ ਨੂੰ ਕੀ ਪਤਾ ਲੱਗ ਜਾਊਗਾ ਕਿ ਬੱਚੇ ਨੂੰ ਇਹ ਸਾਨੂੰ ਬੋਲ ਤਾਂ ਦਿੰਦਾ ਨਹੀਂ ਹੈਗਾ, ਸਾਨੂੰ ਬੁਲਾ ਲੈਂਦਾ, ਤਾਂ ਬੱਚੇ 'ਚ ਉੱਥੇ ਕੀ ਆ ਜਾਊਗਾ, ਮਿਸਟਰਸ ਆ ਜਾਊਗਾ। ਵੀ ਕਹਿਣ ਦਾ ਮਤਲਬ ਬੱਚਾ ਤੁਹਾਡੇ ਪਾਸ ਆਊਗਾ ਤਾਂ ਸਹੀ ਬਟ ਇਨਸਟੇਬਲ ਵੇ ਨਾਲ, ਵੀ ਪਤਾ ਨਹੀਂ ਬੋਲ ਦਊਗਾ ਕਿ ਨਹੀਂ ਦਊਗਾ। ਇਟ ਮੀਨ ਕਿ ਟਰਸਟ ਹੋ ਸਕਦਾ ਜੇ ਬੋਲ ਦੇ ਦੋਗੇ, ਜੇ ਬੋਲ ਨਾ ਦਿੱਤੀ ਤਾਂ ਬੱਚਾ ਕੀ ਹੋ ਜਾਊਗਾ, ਉੱਥੇ ਤੁਹਾਡੇ 'ਤੇ ਵਿਸ਼ਵਾਸ ਨਹੀਂ ਕਰ ਪਾਊਗਾ। ਮਤਲਬ ਕਿ ਬੱਚੇ ਵਿਚਕਾਰ ਕੀ ਹੋਊਗਾ, ਡਿਸਟਰਸਟ ਦੀ ਇੱਕ ਕਮੀ ਆ ਜਾਊ, ਮਤਲਬ ਕਿ ਲੈਕ ਆਫ, ਮਤਲਬ ਇੱਕ ਕਹਿੰਦਾ ਮਤਲਬ ਬੱਚਾ ਤੁਹਾਡੇ 'ਤੇ ਕੀ ਨਹੀਂ ਕਰ ਸਕਦਾ, ਵਿਸ਼ਵਾਸ ਨਹੀਂ ਕਰ ਪਾਊਗਾ। ਧਿਆਨ ਰੱਖਿਓ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਡਿਊਰਿੰਗ ਦਿਸ ਸਟੇਜ ਇਨਫੈਂਟ ਇਜ਼ ਅਨਸਰਟੇਨ ਅਬਾਊਟ ਦਾ ਵਰਡ। ਜਿਹੜਾ ਬੱਚਾ ਹੈ, ਜੋ ਨਇਆ ਜੰਮਿਆ ਬੱਚਾ ਹੈ, ਉਹ ਵਰਡ ਬਾਰੇ ਕੀ ਹੈ, ਅਨਸਰਟੇਨ ਹੈ, ਮਤਲਬ ਸੰਸਾਰ ਬਾਰੇ ਨਹੀਂ ਜਾਣਦਾ। ਉਹ ਬਸ ਇੰਨਾ ਜਾਣਦਾ ਹੈ ਕਿ ਮੈਨੇ ਇੱਥੇ ਰਹਿਣਾ ਹੈ ਔਰ ਆਸੇ ਪਾਸੇ ਦੁਨੀਆ ਨੂੰ ਕੀ ਕਰਨਾ, ਦੇਖਣਾ ਹੈ। ਠੀਕ ਹੈ, ਜੋ ਦੁਨੀਆ ਦੇਖੂਗਾ ਉਹਦੇ ਵਿੱਚ ਬੱਚੇ 'ਚ ਕੀ ਆਉਣੀ ਚਾਹੀਦੀ ਹੈ, ਸਟੇਬਿਲਿਟੀ ਆਉਣੀ ਚਾਹੀਦੀ ਹੈ। ਇਹ ਪੇਰੈਂਟਸ ਦੀ ਕੀ ਹੈ, ਇੱਕ ਰਿਸਪੌਂਸਿਬਿਲਿਟੀ ਕਿ ਬੱਚੇ ਨੂੰ ਕੀ ਕਰਨ, ਸਟੇਬਲ ਕਰਨ, ਜਾਂ ਫਿਰ ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਲਵ ਔਰ ਅਫੈਕਸ਼ਨ ਜਾਂ ਫਿਰ ਕੀ ਦੇਣ, ਕੇਅਰ ਦੇਣ। ਅਗਰ ਕੇਅਰ ਜ਼ਿਆਦਾ ਹੁੰਦੀ ਹੈ ਤਾਂ ਓਬਵੀਅਸ ਬੱਚੇ 'ਤੇ ਟਰਸਟ ਉਨਾ ਹੀ ਹੋਊਗਾ। ਜੇ ਬੱਚੇ ਨੂੰ ਆਕੜ ਕੇ ਬੋਲੋਗੇ ਓਬਵੀਅਸ ਬੱਚਾ ਮਿਸਟਰਸਟ ਵੀ ਹੋ ਸਕਦਾ ਹੈ। ਹੁਣ ਇੱਥੇ ਮੈਂ ਤੁਹਾਨੂੰ ਪਹਿਲੀ ਡੈਫੀਨੇਸ਼ਨ ਦਿੱਤੀ ਸੀ, ਕੀ ਡੈਫੀਨੇਸ਼ਨ ਦਿੱਤੀ ਹੈ ਕਿ ਅਗਰ ਅਸੀਂ ਹੱਥ ਨਾਲ ਬੱਚੇ ਨੂੰ ਮਿਲਾ ਲੈਂਦੇ ਹਾਂ, ਠੀਕ ਹੈ, ਵੀ ਤੂੰ ਇੱਥੇ ਆ, ਮੈਂ ਤੈਨੂੰ ਬੋਲ ਦਊਂਗਾ, ਅਗਰ ਉਹਨੇ ਬੋਲ ਦੇਤੀ ਤੇ ਇਟ ਮੀਨ ਕਿ ਕੀ ਹੋਊਗਾ, ਬੱਚਾ ਤੁਹਾਡੇ ਨਾਲ ਕੀ ਬਣਾਊਗਾ, ਰਿਲੇਸ਼ਨਸ਼ਿਪ ਬਣਾ ਕੇ ਰੱਖੂਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਤੇ ਕੀ ਕਰੂਗਾ, ਵਿਸ਼ਵਾਸ ਕਰੂਗਾ ਕਿ ਵਾਕਈ ਇਹ ਬੰਦਾ ਮੇਰੇ ਵਾਸਤੇ ਕੀ ਟਰਸਟ ਵਰਦੀ ਹੈ। ਕਹਿਣ ਦਾ ਮਤਲਬ ਅਗਰ ਸਿਚੁਏਸ਼ਨ ਅਨਕੰਸਿਸਟੈਂਟ ਵੇ ਨਾਲ ਮਿਲਦੀ ਹੈ, ਅਨਕੰਸਿਸਟੈਂਟ ਵੇ ਮਤਲਬ ਅਗਰ ਤੁਸੀਂ ਉਹਨੂੰ ਬੋਲ ਨਹੀਂ ਦਿੰਦੇ ਤਾਂ ਤੁਹਾਡੇ ਤੋਂ ਕੀ ਹੋਊਗਾ, ਪਰੇ ਪਰੇ ਹਟੂਗਾ, ਜਾਂ ਤੁਹਾਡੇ ਉਹਦੇ ਵਿਚਕਾਰ ਕੀ ਹੋਊਗਾ, ਮਿਸਟਰਸਟ ਆ ਜਾਊਗੀ, ਤੁਹਾਡੇ ਤੇ ਸ਼ੱਕ ਕਰੂਗਾ, ਐਂਗਜ਼ਾਇਟੀ ਫੀਲ ਕਰੂਗਾ। ਐਂਗਜ਼ਾਇਟੀ ਮਤਲਬ ਉਹਦੇ ਤੇ ਸਟ੍ਰੈਸ ਆ ਜਾਊਗਾ ਕਿ ਜਿਹੜਾ ਬੰਦਾ ਇਹ ਹੈਗਾ, ਇਹ ਲੈਕ ਆਫ ਕੌਨਫੀਡੈਂਸ ਦਾ ਬੰਦਾ ਹੈ, ਇਹ ਮੈਨੂੰ ਬੋਲ ਨਹੀਂ ਦਿੰਦਾ, ਮੈਨੂੰ ਬੁਲਾ ਲੈਂਦਾ। ਇਟ ਮੀਨ ਕਿ ਬੱਚੇ 'ਚ ਕੀ ਆ ਜਾਊਗੀ, ਮਿਸਟਰਸ ਆ ਜਾਊਗੀ, ਬੱਚਾ ਤੁਹਾਡੇ ਤੇ ਕੀ ਨਹੀਂ ਕਰੂਗਾ, ਵਿਸ਼ਵਾਸ ਨਹੀਂ ਕਰੂਗਾ। ਧਿਆਨ ਰੱਖਿਓ। ਠੀਕ ਹੈ ਜੀ, ਅਗਲੀ ਪੁਆਇੰਟ ਆਉਂਦਾ ਸੈਕਿੰਡ ਪੁਆਇੰਟ, ਆਟੋਨੋਮੀ, ਸ਼ੇਮ ਔਰ ਡਾਊਟ। ਇਹਨੂੰ ਅਸੀਂ ਕੀ ਬੋਲਦੇ ਹਾਂ, ਜਾਂ ਤਾਂ ਬੱਚਾ ਆਪਣੇ ਕੰਮ ਨੂੰ ਆਪ ਕਰਕੇ ਦਿਖਾਵੇ। ਜੇ ਬੱਚਾ ਆਪਣੇ ਕੰਮ ਨੂੰ ਆਪ ਕਰ ਲੈਂਦਾ ਤਾਂ ਬੱਚੇ 'ਚ ਕੀ ਆ ਜਾਂਦਾ, ਆਟੋਨੋਮੀ ਆ ਜਾਂਦੀ ਹੈ। ਅਦਰਵਾਈਜ਼ ਬੱਚਾ ਕੀ ਹੋ ਜਾਊਗਾ, ਜਾਂ ਸ਼ੇਮ ਦਾ ਅਧਿਕਾਰ ਹੋ ਜਾਊ ਜਾਂ ਫਿਰ ਉਹਨੂੰ ਕੀ ਹੋਊਗਾ, ਡਾਊਟ ਹੋਊਗਾ। ਇਹੀ ਸਾਡੀ ਉਮਰ ਹੁੰਦੀ ਹੈ 18 ਮਹੀਨਿਆਂ ਤੋਂ ਲੈ ਕੇ ਇੱਥੇ ਕੀ ਆ ਜਾਊਗਾ ਤੁਹਾਡਾ ਆਪਣਾ 2 ਤੋਂ ਲੈ ਕੇ 3 ਸਾਲ ਤੱਕ, ਇੱਥੇ ਈਅਰ ਆਊਗਾ। ਧਿਆਨ ਰੱਖਿਓ। ਠੀਕ ਹੈ, ਹੁਣ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ 'ਚ ਦੱਸਦੇ ਹਾਂ, ਇਫ ਦ ਚਿਲਡਰਨ ਦੀ ਸਟੇਜ, ਜਿਹੜਾ ਬੱਚਾ ਇਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਹੈ, ਅਗਰ ਅਸੀਂ ਉਹਨੂੰ ਹੋਰ ਇਨਕਰੇਜ ਕਰੀਏ ਜਾਂ ਅਸੀਂ ਉਹਨੂੰ ਸਪੋਰਟ ਕਰੀਏ ਵੀ ਹਾਂ ਜਿਹੜਾ ਤੂੰ ਕੰਮ ਕਰਦਾ ਵੇ ਅੱਛਾ ਕਰਦਾ ਵੇ, ਤਾਂ ਬੱਚੇ ਦੇ ਵਿਚਕਾਰ ਕੀ ਆਊਗੀ, ਇੰਟਰਡਿਪੈਂਡੈਂਸ ਆ ਜਾਊ। ਇੰਟਰਡਿਪੈਂਡੈਂਸ ਮਤਲਬ ਬੱਚਾ ਤੁਹਾਡੇ ਤੇ ਵਿਸ਼ਵਾਸ ਘੱਟ ਕਰੂਗਾ, ਆਪਣੇ ਆਪ ਦੇ ਉੱਤੇ ਵਿਸ਼ਵਾਸ ਵੱਧ ਕਰੂ, ਕਿਉਂਕਿ ਬੱਚੇ ਨੂੰ ਉਹਦੇ ਮੰਮੀ ਪਾਪਾ ਕੀ ਕਰਦੇ ਵੇ ਨੇ ਜਾਂ ਪੀਰ ਗਰੁੱਪ ਜਾਂ ਪੇਰੈਂਟਸ ਕੀ ਕਰਦੇ ਵੇ ਨੇ, ਬੱਚੇ ਨੂੰ ਸਪੋਰਟ ਕਰਦੇ ਵੇ ਨੇ ਔਰ ਬੱਚੇ ਨੂੰ ਇਨਕਰੇਜ ਕਰਦੇ ਵੇ ਨੇ। ਉਸ ਨਾਲ ਕੀ ਹੋਊਗਾ, ਜਦੋਂ ਬੱਚਾ ਇੰਡੀਪੈਂਡੈਂਸ ਹੋ ਜਾਊਗਾ ਤਾਂ ਬੱਚੇ 'ਚ ਕੌਨਫੀਡੈਂਸ ਦੀ ਭਾਵਨਾ ਆਊਗੀ ਔਰ ਬੱਚਾ ਸਿਕਿਉਰ ਫੀਲ ਕਰੂਗਾ ਵੀ ਜਿਹੜਾ ਮੈਨੇ ਕੰਮ ਕੀਤਾ ਹੋਇਆ, ਠੀਕ ਹੈ, ਉਹ ਅੱਛਾ ਕੀਤਾ ਹੋਇਆ। ਮਤਲਬ ਕੀ ਹੋ ਜੂ, ਬੱਚਾ ਕੀ ਹੋ ਜਾਊਗਾ, ਆਟੋਨੋਮੀ, ਆਪਣਾ ਬੱਚਾ ਆਪਣੇ ਆਪ ਤੋਂ ਕੀ ਕਰੂਗਾ, ਵਿਸ਼ਵਾਸ ਕਰੂਗਾ। ਅਦਰਵਾਈਜ਼ ਅਗਰ ਬੱਚੇ ਦਾ ਕੀ ਕੀਤਾ ਜਾਊਗਾ, ਕ੍ਰਿਟਿਸਿਜ਼ਮ ਕੀਤਾ ਜਾਊਗਾ। ਕ੍ਰਿਟਿਸਿਜ਼ਮ ਮਤਲਬ ਅਗਰ ਬੱਚੇ ਦੀ ਆਲੋਚਨਾ ਕੀਤੀ ਗਈ ਵੀ ਜਿਹੜਾ ਕੰਮ ਤੂੰ ਕਰਦਾ ਵੇ ਉਹ ਗਲਤ ਹੈ, ਤੈਨੂੰ ਇਹ ਕੰਮ ਨਹੀਂ ਕਰਨਾ ਚਾਹੁੰਦਾ, ਬੱਚੇ ਉੱਤੇ ਕੰਟਰੋਲ ਜ਼ਿਆਦਾ ਕਰਦੇ ਹੋ, ਤਾਂ ਬੱਚਾ ਕੀ ਹੋਊਗਾ, ਓਵਰ ਹੀ ਡਿਪੈਂਡੈਂਟ, ਤੁਹਾਡੇ ਤੇ ਕੀ ਹੋ ਜਾਊਗਾ, ਜ਼ਿਆਦਾ ਹੀ ਡਿਪੈਂਡੈਂਟ ਹੋ ਜਾਊਗਾ। ਬੱਚਾ ਆਪਣੇ ਕੰਮ ਨੂੰ ਕਰਨ ਵਾਸਤੇ ਕੀ ਹੋਊਗਾ, ਸ਼ੇਮਫੁਲ ਕਰੂਗਾ ਵੀ ਜਿਹੜਾ ਕੰਮ ਕਰੂੰਗਾ ਉਹ ਮੇਰੇ ਵਾਸਤੇ ਸ਼ੇਮਫੁਲ ਵੀ ਹੋ ਸਕਦਾ ਹੈ ਜਾਂ ਫਿਰ ਮੇਰੇ ਘਰ ਦੇ ਮੇਰੇ ਉੱਤੇ ਕੀ ਕਰ ਸਕਦੇ ਨੇ, ਡਾਊਟ ਵੀ ਕਰ ਸਕਦੇ। ਮਤਲਬ ਕਿ ਇੱਕ ਬੱਚੇ ਸੈਲਫ ਸਟੀਮ ਦੀ ਕੀ ਆ ਜਾਂਦੀ ਹੈ, ਕਮੀ ਆ ਜਾਂਦੀ ਹੈ। ਕਹਿੰਦਾ ਮਤਲਬ ਅਗਰ ਬੱਚੇ ਨੂੰ ਅਸੀਂ ਕੀ ਕਰੀਏ, ਬਾਰ-ਬਾਰ ਕ੍ਰਿਟਿਸਾਈਜ਼ ਕਰੀਏ, ਉਹਨੂੰ ਓਪਰਚੁਨਿਟੀ ਦੇ ਸਾਧਨ ਘੱਟ ਦਈਏ, ਕਹਿੰਦਾ ਮਤਲਬ ਇੱਕ ਕੰਮ ਨੂੰ ਕਰਨ ਦਾ ਸਾਧਨ ਮੌਕਾ ਕੀ ਦਈਏ, ਘੱਟ ਦਈਏ, ਤਾਂ ਬੱਚਾ ਕਿਉਂ ਤੁਹਾਡੇ ਉੱਤੇ ਡਿਪੈਂਡ ਹੋਊਗਾ, ਕੋਈ ਵੀ ਕੰਮ ਆਪਣੇ ਤਰੀਕੇ ਨਾਲ ਨਹੀਂ ਕਰ ਸਕਦਾ। ਮਤਲਬ ਕਿ ਸ਼ੇਮ ਔਰ ਡਾਊਟਫੁਲ ਦੀ ਭਾਵਨਾ ਬੱਚੇ 'ਚ ਇਹ ਬਣੀ ਰਹੂਗੀ। ਇਹ ਧਿਆਨ ਰੱਖਿਓ। ਉਸ ਤੋਂ ਬਾਅਦ ਥਰਡ ਸਟੇਜ ਹੈ ਇਨੀਸ਼ੀਏਟਿਵ ਵਰਸਿਸ ਗਿਲਟ। ਹੁਣ ਇਹ ਉਮਰ ਹੁੰਦੀ ਹੈ 3 ਤੋਂ ਲੈ ਕੇ 5 ਸਾਲ ਤੱਕ ਦੀ। ਬੱਚਾ ਅਗਰ ਇਨੀਸ਼ੀਏਟਿਵ ਮਤਲਬ ਪਹਿਲ ਕਦਮੀ ਕਰਨਾ,
अगर बच्चा अपने अकॉर्डिंग सारा काम करूगा, पहल कदमी मतलब एक प्लान के अकॉर्डिंग जाऊगा, सारी एक्टिविटी प्रॉपर प्लानिंग की हुई है, तो अगर प्लान के अकॉर्डिंग जाऊगा उस तरह स्टैप मिलाऊगा या स्टैप टू स्टैप चक के देखूगा और फ्यूचर के अपने आप डिवेलप करूगा, तो बच्चा की हो सकता है इनिशिएट हो सकता है। इनिशिएट मतलब हर एक काम प्लानिंग के अकॉर्डिंग करना, इनिशिएटिव भावना लेके आनी और काम में पॉजिटिव वे नाल देखना, नैगेटिव वे नाल देखना, तो बच्चा की करूगा अपने आप की ले सकता है मेक अ डिसीजन, तो अपने आप डिसीजन भी ले सकता। हुण इह देखो की कहता है चिल्ड्रन बिगेन टू प्लान एक्टिविटी। हुण आ उम्र दे विच आके बच्चा एक्टिविटी नूं प्लान करना शुरू कर दिंदा है, गेम्स खेलना शुरू कर दिंदा है और दूजे दे नाल की करदा एक्टिविटी करदा है। इफ दिस गिवन अपॉर्चुनिटी, जे ये चीज़ां बच्चे नूं अपॉर्चुनिटी दे दित्ती है पेरेंट्स से करनी तो बच्चे च की आऊगी एबिलिटी आऊगी और सेंस ऑफ इनिशिएटिव आऊ। बच्चा पहलकदमी खुद करूगा, पहलकदमी जो खुद होगी तो बच्चा अपना डिसीजन आप ही ले सकता है कि मैंने केड़ा काम कदों करना है। उस तो बाद अगले पंच की कहता है इफ दिस टेंडेंसी, अगर ये बच्चे को टेंडेंसी की कर दी है खत्म कर दी जाए, या तो कहना मेरे बच्चे का क्रिटिसिज्म किया जा सके या फिर बच्चे विचकार की किया जा सके कंट्रोल किया जा सके, तब बच्चा की करूगा, बच्चे एक डर बनया रहूगा कि जेड़ा काम मैं करता पाया वो मेरे वास्ते काम या तो सोर्सफुलनेस हो सकता है, मतलब कि यह जो काम मैं करता पाया वो काम मेरे वास्ते की होगा बेकार होगा, अच्छा नहीं होगा, घर दे मैनू की कर सकते हैं पुनिश द चाइल्ड, घर दे मैनू पुनिशेबल भी कर सकते हैं या फिर मैनू कोई भी काम करने तो की दे सकते हैं, पाबंदी भी लगा सकते हैं। ठीक है जी, ये ध्यान रखियो। हुण दूसरी गल, अगर पाबंदी लग गई, अगर पाबंदी होगी तो ओबवियस वो काम मेरे वास्ते की होगा गिल्टी लेवल का। गिल्टी मतलब दिमाग के एक ही गल बनी रहूगी, की गल बनी रहूगी कि जेड़ा मेरे काम किया है वो मेरे वास्ते की हो सकता है, एक गलत भी हो सकता है, दूसरे बंदे मेरा इंटरेक्शन करना बंद कर देंगे या फिर मेरी मम्मी पापा मैनू की कर सकते हैं, मतलब कि पुनिशेबल भी कर सकते हैं। उस विचकार की होगा तो बच्चे से सैल्फ कंट्रोल खत्म हो जाऊगा, मतलब कि बच्चा अपने आप की समझूगा कि मैं किसी काम जोगा नहीं हैगा, भी सारा काम मैं अपने पेरेंट्स के हाथ के नाल करदा। अगर ये अपॉर्चुनिटी दे दी जाए तो बच्चा की हो जाऊगा इनिशिएटिव हो जाऊगा, अगर नहीं दी इनिशिएटिव मतलब अपॉर्चुनिटी ना दिता तो बच्चा का अधिकार हो जाऊगा गिल्टी। गिल्टी मतलब वो यही सोचता मैंने ना कोई की है गलती की है, मतलब कोई ना कोई फॉल्ट नेचर के मैं फिरदा पाया। ठीक है ना, ये ध्यान रखियो। ठीक है, अगला पॉइंट है फोर्थ पॉइंट इंडस्ट्री, जिन्हें असं कंपीटेंसी बोलते हैं या इनफोरिटी। इनफीरियरिटी मतलब होंगे बच्चा अपने आप इनफीरियर समझने लग जाता है भी मेरे तो ਜਿਹੜੇ ਉੱਪਰਲੇ ਬੰਦੇ ਨੇ ਜਾਂ ਸ਼ਾਇਦ ਮੇਰੇ ਤੋਂ ਜਾਂ ਨੀਚੇ ਵਾਲੇ ਬੰਦੇ ਨੇ ਉਹ ਮੇਰੇ ਸੁਪੀਰੀਅਰ ਨੇ, ਹਰੇਕ ਕੰਮ ਉਹ ਵਧੀਆ ਤਰੀਕੇ ਨਾਲ ਕਰਦੇ ਨੇ, ਮੈਂ ਉਹਨਾਂ ਵਾਸਤੇ ਇੱਕ ਇਨਫੀਰੀਅਰ ਆ, ਵੀ ਮੈਂ ਉਹਨਾਂ ਵਾਸਤੇ ਇੱਕ ਨੈਗੇਟਿਵ ਵੇ ਦਾ। ਲੇਕਿਨ ਅਗਰ ਬੱਚੇ ਨੂੰ ਅੱਛਾ ਕੰਮ ਕਰਨ ਦੀ मतलब कि अच्छे काम करने की एक नीयत दी जाती है तो बच्चा कंपीटेंट भी होंदा है। ये ध्यान रखियो, आह उम्र दे विच आके बच्चा की हो जाता है एक कंपीटीशन की भावना नूं लड़न लग जाता है, अपने आप नूं दूजे बंदे दे नाल की करदा कंपीट करदा है, चाहे वह पढ़ाई के वे दे नाल है चाहे किसी गेम के वे नाल है, मतलब कि बच्चा अपने गोल्स नूं की करन वास्ते तैयार हो जाता है, अचीव करन वास्ते तैयार हो जाता है। ध्यान रखियो। ठीक है, इफ द चिल्ड्रन इंकरेज, कहता अगर असीं बच्चे नूं इंकरेज करिए, ठीक है, कार्य वास्ते कोई भी इनिशिएटिव लैन वास्ते, तो बच्चा की होगा फील इंडस्ट्रीअस मतलब बच्चा हार्ड वर्कर बनूगा, कंपीटीशन की भावना आऊगी तो वो की होगा फील कॉन्फिडेंस, और कॉन्फिडेंट फील करूगा और अपने गोल को कर लूगा अचीव करूगा। बट अगर असीं उसे इनिशिएटिव की करिए इनकरेज ना करिए तो की होगा, या इनकरेज करने की बजाय पेरेंट्स और टीचर और की रखन पाबंदी लगा के रखन तो बच्चा की हो जाऊगा इन पोटेंशियल मतलब हो जाऊगा, मतलब कि बच्चा अपनी योग्यता किसी सोसाइटी के अगे या फिर टीचर्स के अगे की करूगा दिखा नहीं सकूगा। बच्चे की जी होगी अबिलिटी और अपनी अबिलिटी उत्ते की किया जाऊगा शक किया जाऊगा, बच्चा की हो जाऊगा इनफीरियर हो जाऊगा, की सोचूगा कि फलाना बच्चा जोड़ा है मेरे वास्ते सही है वही सुपीरियर है, मैं तो अपने काम की है डाउटफुल है क्योंकि मेरे उत्ते रिस्ट्रिक्शन लगा दी गई है भी आह काम आए करना आह काम एवें करना। बच्चे विचकार कारी सेंस आ जाऊगी सेंस ऑफ इनफीरियरिटी, मतलब बच्चा अपने आप को समझूगा मैं दूजे नालों की है इनफीरियर हाँ, मतलब कि नैगेटिव भी हो सकता या फिर पॉजिटिव ना हो सके। जब सामने वाला बंदा पॉजिटिव है मैं वो नालों की एक घट आ, मतलब कि इनफीरियर नेचर च पाई जाना उन्होंने असं की बोलते हैं इनफीरियरिटी बोलते हैं। एक किहड़ी साल की उम्र में आता है 5 तो लैके 12 साल तक की उम्र में आता है। ठीक है जी, अगली आती है अगली उम्र आइडेंटिटी एंड कन्फ्यूजन। सब तो गंदी उम्र है 12 तो लैके 18 साल तक की, 12 तो लैके 18 साल तक की। इत्थे बच्चा गंदी उम्र इन सेंस मतलब इत्थे जिहड़ा बच्चा हुंदा है और चाइल्डहुड तो कित्थे तक पहुंच जाता है अडल्टहुड तक पहुंच जाता है। इत्थे बच्चे नूं बहुत सब तो ज़्यादा की होना पऊगा इंडिपेंडेंट होना पऊगा। यही स्टेज है बच्चे की पढ़ाई की, यही स्टेज है बच्चे की करियर की और यही स्टेज है बच्चे की अगे बिगड़न की। अगर पैंपरिंग ज़्यादा होंदी है घर का लाड़ प्यार बच्चे को बिगाड़ भी सकता यही स्टेज के। अगर बच्चे को फॉर्मैलिटी के अकॉर्डिंग रखा जाता मतलब कि रिस्ट्रिक्शन के ज़्यादा घेरे च रखा जाता बच्चा
ਢੀਠ ਵੀ ਹੋ ਸਕਦਾ ਹੈ। ਅਗਰ ਬੱਚੇ ਨੂੰ ਦੋਨੋਂ ਚੀਜ਼ਾਂ ਬਰਾਬਰ ਮਿਲਦੀਆਂ ਨੇ, ਰਿਸਟ੍ਰਿਕਸ਼ਨ ਵੀ ਹੋਵੇ ਔਰ ਲਾਡ ਪਿਆਰ ਵੀ ਹੋਵੇ, ਤਾਂ ਬੱਚਾ ਆਪਣਾ ਡਿਸੀਜ਼ਨ ਕਰੀਅਰ ਪਲੈਨਿੰਗ ਜਿਹਨੂੰ ਅਸੀਂ ਬੋਲਦੇ ਹਾਂ, ਉਹ ਬੱਚਾ ਅੱਗੇ ਕਰੀਅਰ ਪਲੈਨਿੰਗ ਅੱਛੀ ਵੀ ਕਰ ਸਕਦਾ ਹੈ। ਕਹਿਣ ਦਾ ਮਤਲਬ ਆਈਡੈਂਟੀਟੀ ਵਰਸਸ ਰੋਲ ਕਨਫਿਊਜ਼ ਦਾ ਮਤਲਬ ਇਹ ਹੁੰਦਾ ਹੈ ਕਿ ਅਗਰ ਬੱਚੇ ਉੱਤੇ ਜ਼ਿਆਦਾ ਰਿਸਟ੍ਰਿਕਸ਼ਨ ਰੱਖੀ ਜਾਂਦੀ ਹੈ ਤਾਂ ਬੱਚੇ ਨੂੰ ਇਹ ਵੀ ਨਹੀਂ ਪਤਾ ਸੀ ਬੱਚੇ ਨੇ ਅੱਗੇ ਕਰਵਾਉਣਾ ਕੀ ਹੈ, ਔਰ ਬੱਚੇ ਨੂੰ ਖੁਦ ਵੀ ਨਹੀਂ ਪਤਾ ਬੱਚੇ ਨੇ ਸਾਨੂੰ ਅੱਗੇ ਕਰਨਾ ਵੀ ਕੀ ਹੈ। ਇਟ ਮੀਨ ਕਿ ਉੱਥੇ ਬੱਚੇ ਨੂੰ ਕੀ ਰਹੂਗੀ, ਹਮੇਸ਼ਾ ਆਪਣੇ ਰੋਲ ਦੀ ਕਨਫਿਊਜ਼ਨ ਰਹੂਗੀ। ਅਗਰ ਬੱਚਾ ਲੱਗਦੇ ਬੱਲਾ ਕਹਿੰਦਾ ਮਤਲਬ ਅਗਰ ਫੈਮਿਲੀ ਮੈਂਬਰ ਉਹਨੂੰ ਜ਼ਿਆਦਾ ਇੰਕਰੇਜ ਕਰਦੇ ਵੇ ਨੇ, ਸਪੋਰਟ ਕਰਦੇ ਵੇ ਨੇ, ਤੂੰ ਜਿਵੇਂ ਕਰੇਂਗਾ ਅਸੀਂ ਉਵੇਂ ਕਵਾਂਗੇ, ਤਾਂ ਬੱਚਾ ਆਈਡੈਂਟੀਫਾਈ ਵੀ ਹੋ ਸਕਦਾ। ਆਈਡੈਂਟੀਫਾਈ ਮਤਲਬ ਬੱਚਾ ਆਪਣੀ ਕਰੀਅਰ ਦੀ ਪਲੈਨਿੰਗ ਜਾਂ ਆਪਣੇ ਕਹਿਣ ਦਾ ਮਤਲਬ ਜ਼ਿਆਦਾ ਤੋਂ ਜ਼ਿਆਦਾ ਆਪਣੇ ਆਪ ਦੇ ਵਿੱਚ ਕੀ ਹੋਊਗਾ, ਮੋਰ ਇੰਡੀਪੈਂਡੈਂਟ ਵੀ ਹੋਊਗਾ। ਇਹ ਧਿਆਨ ਰੱਖਿਓ, ਸਭ ਤੋਂ ਗੰਦੀ ਉਮਰ ਹੈ ਇਹ। ਚਾਈਲਡਹੁੱਡ ਤੋਂ ਬੱਚਾ ਕਿੱਥੇ ਪਹੁੰਚ ਜਾਂਦਾ ਹੈ, ਐਡਲਟਹੁੱਡ ਦੇ ਵਿੱਚ ਪਹੁੰਚ ਜਾਂਦਾ ਹੈ। ਇਹ ਜ਼ਿਆਦਾ ਜਿਹੜੇ ਬੱਚੇ ਹੁੰਦੇ ਨੇ ਜ਼ਿਆਦਾ ਆਪਣੇ ਆਪ 'ਚ ਕੀ ਹੋ ਜਾਂਦੇ ਨੇ, ਮੋਰ ਇੰਡੀਪੈਂਡੈਂਟ ਮਤਲਬ ਬੱਚਾ ਵਿਗੜ ਵੀ ਸਕਦਾ ਹੈ, ਬੱਚਾ ਕਰੀਅਰ ਪਲੈਨਿੰਗ ਕਰਨੀ ਮਤਲਬ ਕਿ ਬੱਚਾ ਸੁਧਰ ਵੀ ਸਕਦਾ ਹੈ। ਅਗਰ ਬੱਚਾ ਫਿਟ ਐਂਡ ਫਾਈਨ ਹੈ ਤਾਂ ਬੱਚਾ ਇੰਕਰੇਜਮੈਂਟ ਦੇਊਗਾ। ਅਗਰ ਬੱਚਾ ਅਨਹੈਲਦੀ ਹੈ, ਠੀਕ ਨਹੀਂ ਹੈਗਾ, ਕਹਿੰਦਾ ਮਤਲਬ ਫਿਰ ਕੀ ਹੋ ਸਕਦਾ, ਬੱਚਾ ਇਨਫੀਰੀਅਰ ਫੀਲ ਕਰ ਸਕਦਾ, ਆਪਣੇ ਆਪ ਨੂੰ ਕੀ ਸਮਝੂਗਾ ਵੀ ਮੇਰੇ ਰੋਲ ਦੇ ਵਿੱਚ ਕੀ ਪਾਈ ਗਈ ਹੈ, ਕਨਫਿਊਜ਼ਨ ਪਾਈ ਗਈ ਹੈ। ਹੁਣ ਕਹਿੰਦਾ ਮਤਲਬ ਇੱਥੇ ਗੱਲ ਕੀਤੀ ਜਾਂਦੀ ਹੈ ਜਿਹੜੇ 12 ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਹੁੰਦੀ ਹੈ, ਉਹ ਕਾਹਦੀ ਉਮਰ ਹੁੰਦੀ ਹੈ, ਬੱਚੇ ਦੇ ਕਰੀਅਰ ਦੀ ਉਮਰ ਹੁੰਦੀ ਹੈ, ਬੱਚੇ ਦੇ ਅਗਰ ਰਿਲੇਸ਼ਨਸ਼ਿਪ ਦੀ ਉਮਰ ਹੁੰਦੀ ਹੈ, ਫੈਮਿਲੀ ਦੀ ਉਮਰ ਹੁੰਦੀ ਹੈ, ਔਰ ਨਵਾਂ ਘਰ ਜਾਂ ਪੁਰਾਣਾ ਘਰ ਵੇਚਣ ਦੀ ਜਾਂ ਹਾਊਸਿੰਗ ਨਵਾਂ ਲੈਣ ਦੀ ਮਤਲਬ ਕਿ ਬੱਚੇ 'ਚ ਕੀ ਆ ਜਾਂਦੀ ਹੈ, ਇੱਕ ਫਿਊਚਰ ਮਤਲਬ ਫੀਲਿੰਗਸ ਆ ਜਾਂਦੀ ਹੈ। ਉਹ ਬੱਚਾ ਕਿਹੜੀ ਟਰਮਸ ਉੱਤੇ ਨਿਗਾਹ ਮਾਰਦਾ ਕਿ ਮੈਨੇ ਆਪਣੀ ਕਰੀਅਰ ਦੀ ਪਲੈਨਿੰਗ ਕਰਨੀ ਹੈ, ਲੋਕਾਂ ਨਾਲ ਰਿਲੇਸ਼ਨਸ਼ਿਪ ਬਣਾ ਕੇ ਰੱਖਣੇ ਨੇ, ਫੈਮਿਲੀ ਨੂੰ ਵੀ ਪ੍ਰੋਪਰ ਟਾਈਮ ਦੇਣਾ ਹੈ, ਆਪਣੀ ਫੈਮਿਲੀ ਮਤਲਬ ਜਾਂ ਅਗਰ ਵਿਆਹ ਮਤਲਬ ਕਿ ਕਹਿੰਦਾ ਮਤਲਬ ਮੰਮੀ ਪਾਪਾ ਤੋਂ ਬਾਅਦ ਦੂਸਰੇ ਅਗਰ ਫੈਮਿਲੀ ਮੈਂਬਰ ਨੇ ਉਹਨਾਂ ਨੂੰ ਪ੍ਰੋਪਰ ਟਾਈਮ ਵੀ ਦਿੱਤਾ ਜਾਊਗਾ। ਇਹ ਧਿਆਨ ਰੱਖਿਓ, ਠੀਕ ਹੈ। ਇਹ ਸਟੇਜ ਜਿਹੜੀ ਹੁੰਦੀ ਹੈ, ਇਸ ਸਟੇਜ ਦੇ ਵਿੱਚ ਜਿਹੜੇ ਬੱਚੇ 'ਚ ਆਪਾਂ ਮੋਰੈਲਿਟੀ ਨੂੰ ਮਤਲਬ ਕੀ ਕਰ ਸਕਦੀ ਹੈ, ਮੋਰੈਲਿਟੀ ਜਿੰਨੀ ਤੋਂ ਜਿੰਨੀ ਲਿਆ ਸਕਦੇ ਬੱਚੇ ਮਾਈਂਡ ਦੇ ਵਿੱਚ ਪਾ ਦਈਏ ਤਾਂ ਬੱਚਾ ਉਨਾ ਹੀ ਕੀ ਹੋ ਸਕਦਾ, ਡਿਵੈਲਪ ਹੋ ਸਕਦਾ ਹੈ। ਲੇਕਿਨ ਅਗਰ ਜ਼ਿਆਦਾ ਇਸ 'ਚ ਪੈਂਪਰਿੰਗ ਵੀ ਕਰਾਂਗੇ ਤਾਂ ਬੱਚਾ ਵਿਗੜ ਵੀ ਸਕਦਾ ਹੈ। ਕਹਿੰਦਾ ਮਤਲਬ ਬੱਚੇ ਉੱਤੇ ਇੰਨੀ ਜ਼ਿਆਦਾ ਟੈਨਸ਼ਨ ਨਾ ਰੱਖੋ ਕਿ ਬੱਚਾ ਆਪਣੇ ਰੋਲ ਦੇ ਵਿੱਚ ਕੀ ਹੋ ਜਾਏ, ਕਨਫਿਊਜ਼ ਹੋ ਜਾਏ, ਜਾਂ ਬੱਚੇ ਨੂੰ ਲਾਡ ਪਿਆਰ ਵੀ ਨਾ ਦਿਓ ਕਿ ਬੱਚਾ ਵਿਗੜ ਵੀ ਜਾਵੇ। ਕਹਿੰਦਾ ਮਤਲਬ ਬੱਚੇ ਨੂੰ ਓਨਾ ਹੀ ਇੰਕਰੇਜ ਕਰੋ ਕਿ ਜਿੰਨਾ ਬੱਚਾ ਕਰ ਸਕਦਾ ਹੈ। ਕਹਿੰਦਾ ਮਤਲਬ ਉਹ ਆਪਣੇ 'ਚ ਜਿੰਨਾ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਸਕਦਾ ਹੈ ਓਨਾ ਹੀ ਰੱਖੋ। ਅਦਰਵਾਈਜ਼ ਅਗਰ ਇਸ ਤੋਂ ਬਾਅਦ ਪੈਂਪਰਿੰਗ ਹੋਈ ਜਾਂ ਬੱਚਾ ਢੀਠ ਹੋਇਆ ਤਾਂ ਬੱਚੇ ਦੇ ਕਰੀਅਰ ਪਲੈਨਿੰਗ ਉੱਤੇ ਕੀ ਲੱਗ ਸਕਦਾ, ਦਾਗ ਵੀ ਲੱਗ ਸਕਦਾ ਹੈ। ਧਿਆਨ ਰੱਖਿਓ, ਠੀਕ ਹੈ ਜੀ। ਨੈਕਸਟ ਆਓ ਅਗਲਾ ਪੁਆਇੰਟ, ਇੰਟੀਮੇਸੀ ਵਰਸਿਸ ਦਾ ਆਈਸੋਲੇਸ਼ਨ। ਇਹ ਜਿਹੜੀ ਉਮਰ ਹੁੰਦੀ ਹੈ ਜਿਸ ਤੋਂ ਹਰ ਕੋਈ ਬੰਦਾ ਗੁਜ਼ਰਦਾ ਹੈ, ਇੱਥੇ ਬੱਚਾ 19 ਤੋਂ ਲੈ ਕੇ 40 ਸਾਲ ਤੱਕ ਦੀ ਉਮਰ ਵਾਸਤੇ ਹੈ। ਇੰਟੀਮੇਸੀ ਐਂਡ ਆਟੋਮੇਸ਼ਨ। ਇੰਟੀਮੇਸੀ ਮਤਲਬ ਹੁੰਦਾ ਹੈ ਹਰ ਇੱਕ ਦੇ ਨਾਲ ਮਿਲਣਾ ਜੁਲਣਾ, ਆਪਣੀ ਪਰਸੈਂਟ ਨੂੰ ਕੀ ਕਰਨਾ, ਵਧਾਉਣਾ, ਆਪਣੇ ਜਿਹੜੇ ਤੁਹਾਡੇ ਆਪਣੀ ਫੀਲਿੰਗਸ ਨੇ ਦੂਸਰੇ ਬੰਦੇ ਨਾਲ ਕੀ ਕਰਨਾ, ਸ਼ੇਅਰ ਕਰਨਾ, ਜਿਹੜੀ ਤੁਹਾਡੀ ਆਪਣੀ ਕਮਿਟਮੈਂਟ ਹੈ ਉਹ ਦੂਸਰੇ ਬੰਦਿਆਂ ਨਾਲ ਕਮਿਟਮੈਂਟ ਸ਼ੋਅ ਕਰਕੇ ਦਿਖਾਉਣਾ, ਮਤਲਬ ਕਿ ਆਪਣੀ ਰਿਲੇਸ਼ਨਸ਼ਿਪ ਨੂੰ ਕੀ ਕਰਨਾ, ਕੰਪਲੀਟ ਕਰਨਾ, ਆਪਣੀ ਰਿਲੇਸ਼ਨਸ਼ਿਪ ਨੂੰ ਕੀ ਕਰਨਾ, ਲੌਂਗ ਟਰਮ ਤੱਕ ਡਿਵੈਲਪ ਕਰਨਾ, ਜਾਂ ਫਿਰ ਆਪਣੇ ਰਿਲੇਸ਼ਨਸ਼ਿਪ ਨੂੰ ਦੂਜੇ ਬੰਦੇ ਨਾਲ ਹੈਪੀ ਰਿਲੇਸ਼ਨਸ਼ਿਪ ਬਣਾ ਕੇ ਰੱਖਣਾ, ਇੱਕ ਸੈਂਸ ਆਫ ਕਮਿਟਮੈਂਟ ਹੋਣਾ, ਇੱਕ ਰਿਲੇਸ਼ਨਸ਼ਿਪ ਹੋਣਾ, ਉਹ ਸਾਡੇ ਵਾਸਤੇ ਕਾਰੀ ਚੀਜ਼ਾਂ ਹੁੰਦੀਆਂ ਨੇ, ਇੱਕ ਇੰਟੀਮੇਸੀ ਨੂੰ ਲੈ ਕੇ ਆਉਂਦੇ। ਇੰਟੀਮੇਸੀ ਮਤਲਬ ਇੱਕ ਦੂਜੇ ਨੂੰ ਮਿਲਣਾ, ਇੱਕ ਦੂਜੇ ਨੂੰ ਸ਼ੇਅਰ ਕਰਨਾ, ਖੁਸ਼ੀ ਜ਼ਾਹਿਰ ਕਰਨੀ, ਉਹ ਸਾਡੇ ਵਾਸਤੇ ਕੀ ਹੋਊਗੀ, ਇੰਟੀਮੇਸੀ ਹੋਊਗੀ। ਅਦਰਵਾਈਜ਼ ਅਗਰ ਇੰਟੀਮੇਸੀ ਬੰਦੇ ਵਿਚਕਾਰ ਨਾ ਹੋਈ, ਦੂਜੇ ਬੰਦੇ ਨੂੰ ਨਾ ਹੀ ਮਿਲਦਾ ਜਾਂ ਆਪਣੇ ਆਪ ਦੇ ਵਿੱਚ ਰਹਿੰਦਾ, ਤਾਂ ਬੰਦਾ ਕੀ ਹੋ ਜਾਊ, ਇੱਕ ਕਮਰੇ 'ਚ ਬੰਦ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਆਈਸੋਲੇਸ਼ਨ ਬੋਲਦੇ ਹਾਂ। ਧਿਆਨ ਰੱਖਣਾ। ਹੁਣ ਕਹਿਣ ਦਾ ਮਤਲਬ ਕੀ ਹੈ, ਇਸ ਸਟੇਜ ਦੇ ਵਿੱਚ ਕੀ ਹੁੰਦਾ, ਬੰਦਾ ਆਪਣੇ ਆਪ ਨੂੰ ਕੀ ਕਰਦਾ, ਦੂਜੇ ਬੰਦੇ ਨਾਲ ਸ਼ੇਅਰ ਕਰਦਾ। ਸ਼ੇਅਰ ਕਰਨ ਦਾ ਮਤਲਬ ਕੀ ਹੁੰਦਾ, ਉਹ ਲੌਂਗ ਟਰਮ ਕਮਿਟਮੈਂਟ ਕਰਦਾ ਜਾਂ ਲੌਂਗ ਟਰਮ ਰਿਲੇਸ਼ਨਸ਼ਿਪ ਬਣਾ ਕੇ ਰੱਖਦਾ। ਮੈਂ ਇੱਥੇ ਗੱਲ ਕਰੂੰਗਾ ਸਿਰਫ ਸੁਸਾਇਟੀ ਦੀ। ਧਿਆਨ ਰੱਖਣਾ, ਫੈਮਿਲੀ ਮੈਂਬਰ ਤਾਂ ਹੁੰਦੇ ਹੀ ਹੁੰਦੇ ਨੇ, ਪਰ ਇੱਥੇ ਤੇ ਗੱਲ ਕੀਤੀ ਜਾਊਗੀ ਇਕੱਲੀ ਸੁਸਾਇਟੀ ਦੀ। ਮੈਂ ਸੁਸਾਇਟੀ ਨਾਲ ਆਪਣੀ ਫੀਲਿੰਗਸ ਨੂੰ ਕੀ ਕਰਦਾ, ਸ਼ੇਅਰ ਕਰਦਾ। ਮੈਂ ਆਪਣੀ ਰਿਲੇਸ਼ਨਸ਼ਿਪ ਨੂੰ ਕੀ ਬਣਾਉਣਾ, ਹੈਪੀ ਬਣਾਉਣਾ। ਫੈਮਿਲੀ ਨਾਲ ਤਾਂ ਬੱਚਾ ਜਿਵੇਂ ਰਹਿੰਦਾ, ਠੀਕ ਹੈ, ਇੱਕ ਬੰਦਾ ਜਿਵੇਂ ਮਰਜ਼ੀ ਰਹਿੰਦਾ, ਬਟ ਉਹਨੂੰ ਮੇਨ ਅਗਰ ਰਹਿਣਾ ਤਾਂ ਉਹਨੂੰ ਮੇਨ ਸੁਸਾਇਟੀ 'ਚ ਵੀ ਰਹਿਣਾ ਪਊਗਾ। ਕਿਉਂ? ਕਿਉਂਕਿ ਜਿਹੜੀ ਇਹ ਉਮਰ ਹੁੰਦੀ ਹੈ 19 ਤੋਂ ਲੈ ਕੇ 40 ਸਾਲ ਦੀ, ਇਹੀ ਉਮਰ ਕਾਲਜ ਦੀ ਉਮਰ ਵੀ ਹੁੰਦੀ ਹੈ, ਔਰ ਇਹੀ ਉਮਰ ਇੱਕ ਜੌਬ ਵਰਕ ਦੀ ਉਮਰ ਹੁੰਦੀ ਹੈ, ਪਲੱਸ ਇਹੀ ਉਮਰ ਇੱਕ ਸੁਸਾਇਟੀ ਦੇ ਵਿੱਚ ਰਹਿਣ ਦੀ ਹੁੰਦੀ ਹੈ। ਅਗਰ ਬੱਚੇ ਵਿਚਕਾਰ ਇੰਟੀਮੇਸੀ ਨਾ ਆਈ ਤਾਂ ਇਟ ਮੀਨ ਕਿ ਬੱਚਾ ਕੀ ਹੋ ਜਾਊਗਾ, ਫੀਅਰਿੰਗ ਹੋ ਜਾਊਗਾ, ਬੱਚੇ 'ਚ ਡਰ ਆ ਜਾਊਗਾ, ਬੱਚਾ ਕਿੱਥੇ ਚਲਾ ਜਾਊਗਾ, ਆਈਸੋਲੇਟ ਹੋ ਜਾਊਗਾ, ਬੱਚਾ ਕੀ ਹੋ ਜਾਊਗਾ, ਲੋਨਲੀਨੈਸ ਫੀਲ ਕਰੂਗਾ। ਇਟ ਮੀਨ ਕਿ ਇੱਕ ਕਾਹਦਾ ਸ਼ਿਕਾਰ ਹੋ ਸਕਦਾ, ਕਿਸ ਟਾਈਮ ਦੇ ਵਿੱਚ ਬੱਚਾ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਸਕਦਾ ਅਗਰ ਉਹਨੇ ਇਸ ਸਟੇਜ ਨੂੰ ਕੀ ਨਹੀਂ ਕੀਤਾ, ਕੰਪਲੀਟ ਨਾ ਕੀਤਾ। ਅਗਰ ਕੰਪਲੀਟ ਕਰ ਲਿਆ ਤਾਂ ਬੱਚਾ ਹੈਪੀ ਰਿਲੇਸ਼ਨਸ਼ਿਪ ਕੰਡਕਟ ਕਰੂਗਾ, ਉਹ 'ਚ ਸੈਂਸ ਆਫ ਕਮਿਟਮੈਂਟ ਆਊਗੀ, ਔਰ ਬੱਚਾ ਹਰੇਕ ਦਾ ਕੀ ਬਣਾ ਕੇ ਰੱਖੂਗਾ, ਰਿਲੇਸ਼ਨਸ਼ਿਪ ਬਣਾ ਕੇ ਰੱਖੂਗਾ। ਚਾਹੇ ਬੱਚਾ ਹੋ ਗਿਆ, ਚਾਹੇ ਅਡਲਟ ਹੋ ਗਿਆ, ਚਾਹੇ ਤੁਹਾਡਾ ਐਡੋਲਸੈਂਸ ਹੋ ਗਿਆ, ਕੁਝ ਵੀ ਕਹਿ ਸਕਦੇ ਹੋ, ਠੀਕ ਹੈ। ਨੈਕਸਟ ਪੁਆਇੰਟ ਆਓ, ਜਨਰੇਟਿਵਿਟੀ ਐਂਡ ਸਟੈਗਨੇਸ਼ਨ। ਹੁਣ ਸਟੈਗਨੇਸ਼ਨ ਹੁੰਦਾ ਮਤਲਬ ਕਿ ਉਹਨੂੰ ਵੱਖਰਾ ਕਰ ਦੇਣਾ। ਵੱਖਰਾ ਮਤਲਬ ਉਹਨੂੰ ਤੋੜ ਕੇ ਰੱਖ ਦੇਣਾ। ਔਰ ਜਨਰੇਟਿਵਿਟੀ ਕੀ ਹੁੰਦੀ ਹੈ, ਉਹਨੂੰ ਜੋੜ ਕੇ ਰੱਖ ਦੇਣਾ। ਹੁਣ ਦੇਖੋ ਧਿਆਨ ਦੇ ਵਿੱਚ ਕੀ ਹੁੰਦਾ ਹੈ, ਇਹ ਜਿਹੜੀ ਉਮਰ ਹੁੰਦੀ ਹੈ 40 ਤੋਂ ਲੈ ਕੇ 65 ਸਾਲ ਤੱਕ ਦੀ ਉਮਰ ਹੁੰਦੀ ਹੈ। ਪਹਿਲੀ ਗੱਲ ਤਾਂ ਇਸ ਦੇ ਵਿੱਚ ਜਿਹੜਾ ਬੱਚਾ ਪਹੁੰਚਦਾ ਹੈ ਉਹ ਮਿਡਲ
ਮਿਡਲ ਅਡਲਟਹੁੱਡ ਦੇ ਵਿੱਚ ਪਹੁੰਚ ਜਾਊਗਾ, ਜਿਹਦੀ ਉਮਰ 40 ਤੋਂ ਲੈ ਕੇ 65 ਸਾਲ ਤੱਕ ਦੀ ਹੈ। ਇਹ ਧਿਆਨ ਰੱਖਿਓ, ਠੀਕ ਹੈ। ਹੁਣ ਇੱਥੇ ਇੱਕ ਵਰਡ ਲਿਖਿਆ ਹੈ, ਵਰਡ ਧਿਆਨ ਰੱਖਿਓ, ਜਨਰੇਟਿਵਿਟੀ ਰੈਫਰਸ ਟੂ ਮੇਕਿੰਗ ਯੂਅਰ ਮਾਰਕ। ਮੇਕਿੰਗ ਯੂਅਰ ਮਾਰਕ ਮਤਲਬ ਤੁਸੀਂ ਆਪਣਾ ਬੈਂਚਮਾਰਕ ਇੱਥੇ ਆਪ ਬਣਾਉਂਦੇ ਹੋ। ਲਾਈਕ ਕਹਿਣ ਦਾ ਮਤਲਬ ਅਗਰ ਫਸਟ ਗੱਲ ਲਾਈਕ ਅਗਰ 40 ਸਾਲ ਦੀ ਉਮਰ ਹੈ, 40 ਸਾਲ ਤੋਂ ਉਮਰ ਤੋਂ ਬਾਅਦ ਤੁਹਾਡਾ ਮੋਸਟਲੀ ਇਹ ਹੁੰਦਾ ਹੈ ਕਿ ਜੇ ਤੁਸੀਂ ਆਪਣੀ ਜੋਬ ਨੂੰ ਜ਼ਿਆਦਾ ਪ੍ਰੈਫਰ ਕਰਨ ਲੱਗ ਜਾਂਦੇ ਹੋ, ਸੋਚਣ ਲੱਗ ਜਾਂਦੇ ਹੋ ਵੀ ਮੇਰੀ ਇਸ ਜੋਬ ਤੋਂ ਬਾਅਦ ਘਰੇ ਜੋ ਜਾਊਂਗਾ ਮੇਰੀ ਖੁਦ ਦੀ ਆਪਣੀ ਫੈਮਿਲੀ ਵੀ ਹੈ, ਮੇਰੇ ਆਪਣੇ ਬੱਚੇ ਵੀ ਨੇ, ਮੇਰੇ ਮੰਮੀ ਪਾਪਾ ਵੀ ਨੇ, ਉਹ ਸਾਡੇ ਵਾਸਤੇ ਕੀ ਹੈ, ਇੱਕ ਮਾਰਕ ਪੁਆਇੰਟ ਹੈ। ਮਾਰਕ ਪੁਆਇੰਟ ਮਤਲਬ ਮੈਨੇ ਸਿਰਫ ਜੋਬ ਨੂੰ ਨਹੀਂ ਦੇਖਣਾ, ਆਪਣੀ ਪਰਸਨਲ ਲਾਈਫ ਵੀ ਦੇਖਣੀ ਹੈ, ਆਪਣੀ ਪ੍ਰੋਫੈਸ਼ਨਲ ਲਾਈਫ ਦੇਣੀ ਹੈ। ਉਹ ਦੋਨੋਂ ਨੂੰ ਕੀ ਕਰਕੇ ਰੱਖਦਾ ਹੈ, ਨਰਿਸ਼ ਕਰਕੇ ਰੱਖਦਾ ਹੈ। ਨਰਿਸ਼ ਮਤਲਬ ਦੋਨਾਂ ਦਾ ਪਾਲਣ ਪੋਸ਼ਣ ਕੀ ਕਰਦਾ, ਬਰਾਬਰ ਕਰਦਾ ਹੈ। ਪਹਿਲਾਂ ਆਪਣੇ ਜੋਬ ਵਰਕ ਨੂੰ ਦੇਖੂਗਾ, ਦੈਨ ਆਫਟਰ ਦੈਨ ਕਿਹਨੂੰ ਦੇਖੂਗਾ, ਆਪਣੇ ਫੈਮਿਲੀ ਮੈਂਬਰ ਨੂੰ ਦੇਖੂਗਾ। ਇਟ ਮੀਨ ਕਿ ਉਹ ਦੇਖਦਾ ਕੀ ਹੈ ਵੀ ਮੇਰੇ ਤੋਂ ਬਾਅਦ ਮੇਰੀ ਸੁਸਾਇਟੀ ਵੀ ਹੈ, ਮੇਰੇ ਆਪਣੇ ਬੱਚੇ ਵੀ ਨੇ, ਜਿਹੜਾ ਕੰਮ ਮੈਂ ਕਰਦਾ ਵੇ ਉਹ ਪ੍ਰੋਡਕਟਿਵ ਨੇਚਰ ਦਾ ਹੋਣਾ ਚਾਹੀਦਾ। ਪ੍ਰੋਡਕਟਿਵ ਮਤਲਬ ਉਹਦੇ ਤੋਂ ਬਾਅਦ ਜਿਹੜਾ ਕੰਮ ਕੀਤਾ ਜਾਊਗਾ ਉਹ ਕੋਈ ਨਾ ਕੋਈ ਬੈਨੀਫਿਟ ਦਿੰਦਾ ਹੋਵੇ। ਇੱਕ ਪੁਆਇੰਟ ਕਾਹਦਾ ਬਣਦਾ, ਇਟ ਮੀਨ ਕਿ ਬੰਦਾ ਕਹਿੰਦਾ ਮਤਲਬ ਕੀ ਹੈ, ਜਿਹੜਾ ਕੰਮ ਕੀਤਾ ਜਾਊਗਾ ਇਹ ਜਿਹੜਾ ਕੰਮ ਹੈ ਇਹ ਐਕਟੀਵਿਟੀ ਅਕੋਰਡਿੰਗ ਸੁਸਾਇਟੀ 'ਚ ਵੀ ਕੀਤਾ ਜਾਵੇ ਔਰ ਆਪਣੀ ਜੋਬ ਵਰਕ ਮਤਲਬ ਆਰਗੇਨਾਈਜੇਸ਼ਨ 'ਚ ਵੀ ਕੀਤਾ ਜਾ ਸਕੇ। ਇਹ ਸਾਡੇ ਵਾਸਤੇ ਇੱਕ ਕੀ ਲੈ ਕੇ ਆਉਂਦੀ ਹੈ, ਜਨਰੇਟਿਵਿਟੀ ਲੈ ਕੇ ਆਉਂਦੀ। ਜਨਰੇਟਿਵਿਟੀ ਮਤਲਬ ਸਾਡੇ ਵਿੱਚ ਇੱਕ ਮਾਰਕ ਪੁਆਇੰਟ ਆਉਂਦਾ ਹੈ ਵੀ ਕਿਹੜਾ ਕੰਮ ਇਹਨੇ ਅੱਜ ਕਰਨਾ ਹੈ, ਇੱਕ ਕਿਹੜਾ ਪੁਆਇੰਟ ਮੈਨੇ ਕੱਲ ਕਰਨਾ ਹੈ। ਕਹਿੰਦਾ ਮਤਲਬ ਅਸੀਂ ਪਹਿਲਾਂ ਹੀ ਪ੍ਰੀ ਪਲੈਨਿੰਗ ਕਰਕੇ ਰੱਖਦੇ ਹਾਂ। ਇਟ ਮੀਨ ਕਿ ਜਿਹੜਾ ਕੰਮ ਮੈਨੇ ਅੱਜ ਕਰ ਲਿਆ ਉਹ ਕੰਮ ਕੱਲ੍ਹ ਦੁਬਾਰਾ ਤੋਂ ਨਾ ਕਰਨਾ ਪੈ ਜੇ, ਜਾਂ ਫਿਰ ਕੰਮ ਕਰਨ ਤੋਂ ਬਾਅਦ ਜਿਹੜਾ ਕੰਮ ਮੈਂ ਕਰਦਾ ਪਿਆ ਆਫਟਰ ਤਾਂ ਮੈਨੇ ਆਪਣੀ ਫੈਮਿਲੀ ਨੂੰ ਵੀ ਦੇਖਣਾ ਹੈ, ਮੇਰੇ ਮੰਮੀ ਪਾਪਾ ਨੂੰ ਵੀ ਦੇਖਣਾ ਹੈ। ਮੈਂ ਅਗਰ ਵਿਆਹਿਆ ਹੋਇਆ ਤਾਂ ਇਟ ਮੀਨ ਕਿ ਓਬਵੀਅਸ 40 ਸਾਲ ਦੀ ਉਮਰ ਦਾ ਵਿਆਹ ਹੀ ਹੋਊਗਾ, ਤਾਂ ਅਗਰ ਵਿਆਹਿਆ ਹੋਇਆ ਤਾਂ ਉਹਦੇ ਆਪਣੇ ਬੱਚੇ ਵੀ ਨੇ, ਉਹਦੀ ਆਪਣੀ ਵਾਈਫ ਵੀ ਹੈ, ਉਹਨੇ ਆਪਣੀ ਫੈਮਿਲੀ ਨੂੰ ਵੀ ਕਰਨਾ, ਨਰਿਸ਼ ਕਰਨਾ। ਇਟ ਮੀਨ ਕਿ ਆਹ ਜਿਹੜੀ ਉਮਰ ਆਉਂਦੀ ਹੈ ਉਹ ਸਾਡੀ ਇੱਕ ਪਰਸਨਲ ਉਮਰ ਵੀ ਆਉਂਦੀ ਹੈ, ਸਾਡੀ ਆਪਣੀ ਪਰਸਨਲ ਲਾਈਫ ਵੀ ਹੈ, ਪਲੱਸ ਸਾਡੀ ਆਪਣੀ ਕੀ ਹੈ ਪ੍ਰੋਫੈਸ਼ਨਲ ਲਾਈਫ ਵੀ ਹੈ। ਕਹਿੰਦਾ ਮਤਲਬ ਸਾਡਾ ਜੋਬ ਵਰਕ ਵੀ ਇੱਕ ਕੰਪਨੀ 'ਚ ਕੰਮ ਵੀ ਕਰਦੇ ਪਏ ਆ, ਸਾਡੇ ਇੱਕ ਘਰੇ ਵੀ ਆ, ਸਾਡੇ ਵਾਸਤੇ ਕੀ ਬਣ ਜੂਗਾ, ਪਰਸਨਲ ਕੰਮ ਵੀ ਬਣ ਜੂਗਾ। ਹੁਣ ਅਗਰ ਅਦਰਵਾਈਜ਼ ਅਗਰ ਮੇਰੇ ਦੋਨੋਂ ਲਾਈਫਾਂ ਨੂੰ ਕੰਪਲੀਟ ਨਾ ਕੀਤਾ, ਦੋਨੋਂ ਲਾਈਫ ਮਤਲਬ ਇੱਕ ਪਰਸਨਲ ਲਾਈਫ ਨੂੰ ਇੱਕ ਤੁਹਾਡੀ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਅਗਰ ਕੰਪਲੀਟ ਨਾ ਕੀਤਾ ਤਾਂ ਇਹ ਸਟੇਜ ਸਾਨੂੰ ਕਿੱਥੇ ਲੈ ਕੇ ਜਾ ਸਕਦੀ ਹੈ, ਸਟੈਗਨੇਸ਼ਨ ਤੇ ਵੀ ਲੈ ਸਕਦੀ ਹੈ। ਮਤਲਬ ਕਿ ਮੇਰੇ ਪਾਸ ਐਕਟੀਵਿਟੀ ਦੀ ਘਾਟ ਹੈ, ਜਾਂ ਗਰੋਥ ਨਹੀਂ ਹੈਗੀ, ਜਾਂ ਫਿਰ ਮੈਂ ਕੀ ਨਹੀਂ ਕਰ ਸਕਦਾ, ਡਿਵੈਲਪਮੈਂਟ ਨਹੀਂ ਕਰ ਸਕਦਾ। ਠੀਕ ਹੈ ਜੀ। ਨੈਕਸਟ ਆਓ ਅਗਲੀ, ਈਗੋ ਇੰਟੈਗ੍ਰਿਟੀ ਵਰਸ ਡਿਸਪੀਅਰ। ਇਹ ਹੁੰਦੀ ਹੈ 65 ਸਾਲ ਤੋਂ ਲੈ ਕੇ ਡੈਥ ਤੱਕ ਦੀ ਉਮਰ। ਹੁਣ ਸਿੰਪਲ ਜੀ ਗੱਲ ਦੱਸਣ ਜਾ ਰਿਹਾ, ਇਹਦੇ ਵਿੱਚ ਦੱਸਿਆ ਕੀ ਹੈ, ਅਗਰ ਮੇਰੀ ਉਮਰ ਆ ਚੁੱਕੀ ਹੈ 65 ਸਾਲ ਦੀ, ਇਟ ਮੀਨ ਕਿ ਜੋਬ ਦੇ ਵਿੱਚੋਂ ਮੈਂ ਕੀ ਹੋ ਚੁੱਕਿਆ, ਰਿਟਾਇਰ ਹੋ ਚੁੱਕਿਆ। ਠੀਕ ਹੈ। ਰਿਟਾਇਰ ਹੋਣ ਤੋਂ ਬਾਅਦ ਮੇਰੇ ਪਾਸ ਸਿਰਫ ਇੱਕੋ ਹੀ ਕੰਮ ਹੈ, ਆਪਣੀ ਫੈਮਿਲੀ ਨੂੰ ਦੇਖਣਾ, ਜਾਂ ਫਿਰ ਸੁਸਾਇਟੀ ਦੇ ਜਿਹੜੇ 2-4 ਬੰਦੇ ਮਿਲਦੇ ਨੇ ਉਹ 2-4 ਬੰਦਿਆਂ ਨੂੰ ਕੀ ਕਰਨਾ, ਮਿਲਣਾ। ਇਟ ਮੀਨ ਕਿ ਜਿਹੜੀ ਸਟੇਜ ਹੁੰਦੀ ਹੈ ਇਹ 65 ਸਾਲ ਤੋਂ ਲੈ ਕੇ ਟਿਲ ਡੈਥ ਤੱਕ ਆਉਂਦੀ ਹੈ। ਜਿਵੇਂ ਜਿਵੇਂ ਬੰਦਾ ਵੱਧਦਾ ਜਾਂਦਾ ਹੈ, ਠੀਕ ਹੈ, ਉਹ ਜਿਹੜੀ ਪ੍ਰੋਡਕਟਿਵਿਟੀ ਉਹ ਕੀ ਹੁੰਦੀ ਜਾਂਦੀ ਹੈ, ਘੱਟ ਹੁੰਦੀ ਜਾਂਦੀ। ਮਤਲਬ ਕਿ ਬੰਦਾ ਕੀ ਹੁੰਦਾ ਜਾਂਦਾ ਹੈ, ਅਡਲਟ ਤੋਂ ਬੁਢਾਪੇ ਤੇ ਕੰਨੀ ਤੱਕ ਜਾਂਦਾ ਰਹਿੰਦਾ ਹੈ। ਮਤਲਬ ਕਿ ਉਹ 'ਚ ਜਿਹੜੀ ਸਟੇਜ ਆਉਂਦੀ ਹੈ ਉਹ ਸਿਰਫ ਕਿਹੜੀ ਸਟੇਜ ਰਹਿੰਦੀ ਹੈ, ਰਿਟਾਇਰਮੈਂਟ ਦੀ ਸਟੇਜ ਆਉਂਦੀ ਹੈ। ਚਾਹੇ ਉਹ ਇੱਕ ਜੋਬ ਵਰਕ ਤੋਂ ਹੈ, ਚਾਹੇ ਉਹ ਤੁਹਾਡੇ ਆਪਣੇ ਇੱਕ ਲਾਈਫ ਤੋਂ ਹੈ। ਹੁਣ ਬੰਦਾ ਕੀ ਸੋਚਦਾ ਹੈ, ਇਸ ਉਮਰ ਦੇ ਵਿੱਚ ਆ ਕੇ ਕਹਿੰਦੇ ਨੇ ਬੰਦਾ ਸਠਿਆ ਗਿਆ, 60ਵਾਂ ਆਇਆ ਤਾਂ ਕਹਿੰਦਾ ਮਤਲਬ ਬੁੱਢਾਪਾ, ਮਤਲਬ ਕਿ ਕੁਛ ਬੁਢਾਪਾ ਆ ਜਾਂਦਾ, ਬੰਦਾ ਸਠਿਆ ਜਾਂਦਾ ਹੈ। ਉਹ ਸਿਰਫ ਕੀ ਸੋਚਦਾ ਹੈ ਕਿ ਪਾਸਟ ਦੇ ਵਿੱਚ ਜਿਹੜੀ ਮੈਨੇ ਗਲਤੀਆਂ ਕੀਤੀਆਂ ਨੇ ਉਹ ਗਲਤੀਆਂ ਹੁਣ ਤਾਂ ਸੁਧਰ ਨਹੀਂ ਸਕਦੀਆਂ। ਅਗਰ ਉਹ ਗਲਤੀਆਂ ਸੋਚਦਾ ਰਹੂ ਵੀ ਮੈਨੇ ਆਹ ਗਲਤੀ ਕੀਤੀ, ਆਹ ਗਲਤੀ ਕੀਤੀ, ਆਹ ਗਲਤੀ ਕੀਤੀ, ਤਾਂ ਬੰਦਾ ਕਾਹਦਾ ਸ਼ਿਕਾਰ ਹੋ ਜਾਂਦਾ ਹੈ, ਡਿਸਪੀਅਰ ਦਾ ਸ਼ਿਕਾਰ ਹੋ। ਮਤਲਬ ਕਿ ਬੰਦੇ ਵਿਚਕਾਰ ਕੀ ਆ ਜਾਂਦੀ ਹੈ, ਉਹ ਚੀਜ਼ ਆ ਜਾਂਦੀ ਹੈ ਵੀ ਜਿਹੜੀ ਜ਼ਿੰਦਗੀ ਜਿੱਤੀ ਹੈ ਮੈਨੇ, ਹੈ ਨਾ, ਚਾਹੇ ਉਹ ਗਲਤੀਆਂ ਨਾਲ ਜਿੱਤੀ ਹੈ, ਉਹ ਹਮੇਸ਼ਾ ਨਿਰਾਸ਼ਾਜਨਕ ਜਾਊਗਾ, ਮਤਲਬ ਨਿਰਾਸ਼ ਰਹੂਗਾ। ਹੁਣ ਅਗਰ ਬੰਦਾ ਸੋਚਦਾ ਰਵੇ ਪਾਸ ਦੇ ਵਿੱਚ ਮੈਨੇ ਅੱਛੀ ਜ਼ਿੰਦਗੀ ਜੀ ਹੈ, ਮੈਨੇ ਆਪਣੇ ਬੱਚਿਆਂ ਨੂੰ ਚੰਗੀ ਨੌਕਰੀ ਦਿਲਵਾਇਆ ਹੈ, ਮੈਂ ਪੋਤੇ ਪੋਤੀਆਂ ਵਾਲਾ, ਠੀਕ ਹੈ, ਪੋਤੇ ਪੋਤੀ ਮੇਰੇ ਦੋਨੋਂ ਵਧੀਆ ਨੇ, ਇਟ ਮੀਨ ਕਿ ਮੇਰੀ ਨੂੰਹ ਵੀ ਸਭ ਤੋਂ ਵਧੀਆ ਹੈ, ਮੇਰੀ ਘਰ ਵਾਲੀ ਵੀ ਸਭ ਤੋਂ ਵਧੀਆ ਹੈ, ਤਾਂ ਬੰਦਾ ਕੀ ਸੋਚੂਗਾ ਵੀ ਜਿਹੜੀ ਮੈਨੇ ਪਾਸ ਵਿੱਚ ਜ਼ਿੰਦਗੀ ਜਿੱਤੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀ ਜ਼ਿੰਦਗੀ ਹੋਊਗੀ ਉਹ ਸਕਸੈਸਫੁਲ ਨੇਚਰ ਦੀ ਹੋਊਗੀ। ਇਟ ਮੀਨ ਕਿ ਬੱਚਾ ਕੀ ਹੋ ਜਾਊ, ਉੱਥੇ ਬੁਢਾਪਾ ਕੀ ਹੋ ਜਾਊਗਾ, ਈਗੋ ਇੰਟੈਗ੍ਰੇਟ ਮਤਲਬ ਇੱਕ ਏਕਤਾ 'ਚ ਬਣਾ ਕੇ ਰੱਖੂਗਾ। ਬੰਦਾ ਕੀ ਰਹੂਗਾ, ਸੈਟਿਸਫਾਈ ਰਹੂਗਾ। ਅਗਰ ਹਮੇਸ਼ਾ ਅਗਰ ਪਾਸਟ ਵਿੱਚ ਉਹ ਕੀ ਸੋਚੂਗਾ, ਗਲਤੀਆਂ ਬਾਰੇ ਸੋਚੂਗਾ, ਤਾਂ ਬੰਦਾ ਕੀ ਹੋ ਸਕਦਾ ਹੈ, ਡਿਸਸੈਟਿਸਫਾਈ ਹੋ ਸਕਦਾ। ਮਤਲਬ ਕਿ ਲਾਈਫ ਨੂੰ ਦੇਖਣਾ ਇੱਕ ਨੈਗੇਟਿਵ ਵੇ ਨਾਲ ਦੇਖੂਗਾ ਤਾਂ ਡਿਸਪੀਅਰ ਹੋ ਜਾਊਗਾ। ਅਗਰ ਪੋਜ਼ਿਟਿਵ ਵੇ ਮਤਲਬ ਕਿ ਗਲਤੀਆਂ ਨੂੰ ਅਗਰ ਨਹੀਂ ਨਿਕਾਰਦਾ ਹੋਇਆ, ਪੋਜ਼ਿਟਿਵ ਵੇ ਨਾਲ ਸੋਚੂਗਾ, ਤਾਂ ਬੰਦਾ ਕੀ ਹੋ ਸਕਦਾ, ਸੈਟਿਸਫਾਈ ਵੀ ਹੋ ਸਕਦਾ ਹੈ। ਮਤਲਬ ਕਿ ਬੰਦੇ ਵਿਚਕਾਰ ਕੀ ਆ ਜਾਊਗੀ, ਇੱਕ ਵਿਜ਼ਡਮ ਆ ਜਾਊਗੀ, ਬੁੱਧੀ ਆ ਜਾਊਗੀ। ਉਹ ਲਾਈਫ ਨੂੰ ਪਿੱਛੇ ਮੁੜ ਕੇ ਦੇਖੂਗਾ ਤਾਂ ਉਹਨੂੰ ਅੱਛਾ ਮਤਲਬ ਕਿ ਹੈਪੀਨੈਸ ਆਊਗੀ। ਅਗਰ ਲਾਈਫ ਨੂੰ ਅੱਗੇ ਜੀਊਗਾ ਤਾਂ ਕਹਿਣ ਦਾ ਮਤਲਬ ਅੱਗੇ ਜੀਣਾ ਇੱਕ ਲਾਈਫ ਨੂੰ ਦੇਖ ਕੇ ਜੀਣਾ। ਅਗਰ ਉਹ ਸੋਚੂਗਾ ਕਿ ਮੇਰੀ ਜ਼ਿੰਦਗੀ ਗਲਤ ਜਿੱਤੀ ਹੈ, ਸਾਰੀ ਗਲਤੀਆਂ ਨੇ ਜ਼ਿੰਦਗੀ ਜਿੱਤੀ ਹੈ, ਬਹੁਤ ਗਲਤੀਆਂ ਕੀਤੀਆਂ ਨੇ, ਤਾਂ ਬੰਦੇ ਦਾ ਬੁਢਾਪਾ ਵਿਗੜ ਵੀ ਸਕਦਾ ਹੈ। ਅਗਰ ਪਿਛਲੀ ਜ਼ਿੰਦਗੀ ਨੂੰ ਦੇਖਦਾ ਰਹੂਗਾ, ਉਹ 'ਚ ਪੋਜ਼ਿਟਿਵ ਵੇ ਨਾਲ ਸੋਚੂਗਾ, ਤਾਂ ਬੰਦਾ ਚੰਗੀ ਤਰ੍ਹਾਂ ਮੌਤ ਵੀ ਜੀ ਸਕਦਾ। ਉਹਨੂੰ ਅਸੀਂ ਕੀ ਬੋਲਦੇ ਹਾਂ, ਟਿਲ ਡੈਥ ਦੀ ਸਟੇਜ ਬੋਲਦੇ ਹਾਂ। ਇਹ ਧਿਆਨ ਰੱਖਿਓ। ਅੱਗੇ ਮੈंने ਨਾ ਕੁਝ ਪਿਕਚਰਸ ਐਡ ਕੀਤੀਆਂ ਨੇ। पेपर करनी तो है बहुत वधिया पिक्चर्स, मतलब कि पेपर करनी तो है पिक्चर्स हमने देख के जानी है।
ਇਹ ਕਹਿੰਦਾ ਮਤਲਬ ਇਹ ਪਿਕਚਰ ਪੇਪਰ ਵਾਸਤੇ ਬਹੁਤ ਇੰਪੋਰਟੈਂਟ ਹੈ। ਹੁਣ ਪਹਿਲੀ ਇੱਥੇ ਤਾਂ ਮੈंने ਏਜ ਲਗਾਇਆ ਪਹਿਲੇ ਕਾਲਮ ਦੇ ਵਿੱਚ, ਠੀਕ ਹੈ। ਪਹਿਲੇ ਕਾਲਮ 'ਚ मैंने ਏਜ ਰੱਖੀ ਹੈ। ਦੂਸਰੇ ਦੇ ਵਿੱਚ ਕ੍ਰਾਈਸਿਸ ਨੇ, ਮਤਲਬ ਕਿਹੜੀ ਕਿਹੜੀ ਉਮਰ ਦੇ ਕੋਈ ਕ੍ਰਾਈਸਿਸ ਆਣਗੇ, ਇਸ 'ਚ ਕਿਹੜੀ ਕਿਹੜੀ ਚੀਜ਼ਾਂ ਆਉਂਦੀਆਂ ਨੇ, ਉਹ ਕਿਹੜਾ ਕੰਮ ਤੁਹਾਨੂੰ ਕਰਕੇ ਦਿਖਾਣਾ ਹੈ। ਪਹਿਲੀ ਗੱਲ ਤਾਂ ਕਰ ਰਿਹਾ 0 ਤੋਂ ਲੈ ਕੇ 1.5 ਸਾਲ ਤੱਕ ਦੀ ਬੱਚਾ ਟਰਸਟ ਔਰ ਮਿਸਟਰਸਟ ਹੋ ਸਕਦਾ ਹੈ। ਬੱਚੇ 'ਚ ਕਿਹੜੀ ਭਾਵਨਾ ਦੀ ਇੱਕ ਆਸ਼ਾ ਦੀ ਭਾਵਨਾ ਆਉਂਦੀ ਹੈ, ਮੈਨੂੰ ਬੋਲ ਦਊਗਾ ਤਾਂ ਮੇਰਾ ਵਿਸ਼ਵਾਸ ਕਰੂੰਗਾ, ਜੇ ਮੈਨੂੰ ਬੋਲ ਨਹੀਂ ਦਿੰਦਾ ਤਾਂ ਮੇਰਾ ਵਿਸ਼ਵਾਸ ਨਹੀਂ ਕਰ ਸਕਦਾ। ਇਹਦੇ ਵਿੱਚ ਟਾਸਕ ਕੀ ਹੁੰਦਾ ਹੈ, ਫੀਡਿੰਗ ਐਂਡ ਅਡੋਮਨੈਂਟ, ਮਤਲਬ ਕਿ ਮਾਂ ਦਾ ਦੁੱਧ ਪੀਂਦਾ ਬੱਚਾ, ਜਾਂ ਫਿਰ ਅਗਰ ਮਾਂ ਦੀ ਝਿੜਕਾ ਵੀ ਸਹਿਣ ਕਰਦਾ, ਕੁਝ ਵੀ ਹੋ ਸਕਦਾ ਹੈ। 1.5 ਤੋਂ ਲੈ ਕੇ 3 ਸਾਲ ਤੱਕ ਦੇ ਬੱਚੇ 'ਚ ਆਟੋਨੋਮੀ ਆਉਂਦੀ ਹੈ, ਬੱਚਾ ਆਪਣਾ ਕੰਮ ਆਪ ਕਰਦਾ ਹੈ, ठीक है। या फिर अगर काम नहीं होता तो शेम की भावना आती है। इट मीन के इस बच्चे की विल पावर देखी जाती है कि बच्चा काम करता भी है तो अच्छा काम करता है, तो इट मीन के ऑटोनमी है, नहीं तो बच्चे घर की है शेम है। ये काला काम किया जाता है टॉयलेट ट्रेनिंग का, ठीक है। 3 तो लैके 5 साल तक उम्र का बच्चा इनिशिएट होगा तो गिल्ट महसूस करूगा, मतलब कि परपस देखा जाऊगा। परपस की है अपने काम नू या लाइफ नू या जिंदगी नू या गेम नू की करूगा, प्ले करूगा। अगर गेम अच्छी लगी तो वह ज़्यादा अट्रैक्टिव बन चुकी, अगर गेम लाइफ से बुरी लगी तो बच्चा की फील करूगा, गिल्टी फील करूगा। ये ध्यान रखियो, ठीक है। अगली उम्र है 5 तो लेके 12 साल की, ठीक है। अगली उम्र है 12 तो 18 साल की, 18 तो 40 साल की, 40 तो 65 साल की, 65 तो उपर टिल डेथ तक की। आह जी उम्र है 65 तो लैके प्लस डेथ तक की एक विजडम दूगी। अगर जिंदगी अच्छी जी है तो बुढ़ापा अच्छा निकल गया, अगर पिछली गलतियों को देखता रहूगा तो बुढ़ापा बिगड़ भी सकता। मतलब कि सारी पास्ट जोड़ा है थोड़ी फ्यूचर उत्ते की करूगा, रिफ्लैक्ट करूगा। रिफ्लैक्ट मतलब और तो इफैक्ट पाऊगा ही पाऊगा। ये पॉजिटिव इफैक्ट भी हो सकते हैं और नैगेटिव इफैक्ट भी हो सकते हैं, ठीक है जी। अगे पिक्चर दी हुई है, ये स्टेजिस ने कई स्टेजिस ऑफ साइकोलॉजिकल डिवेलपमेंट की। हुण शुरू कित्थे हुंदी है इस चीज़ तो, आ चीज़ तो नंबर 1 इन्फेंसी, ट्रस्ट और मिसट्रस्ट और टॉयलेट ट्रेनिंग जो दो नंबर पर है। 3rd नंबर इनिशिएटिव गिल्टी है। उस तो अगली उम्र आती स्कूल जाने की उम्र होंगी है। अगली उम्र आती थोड़ी एडोलसेंस की, अगला आते लव इन्फेक्शन की, अपना प्यार बनाने की, अपने टब्बर रखने की, परिवार रखने की, मतलब कि ये उम्र आ जाती है। ब्याह की उम्र आ जाती है। उस तो बाद घर की उम्र आ जाती है। उस तो बाद थोड़ा मैच्योरिटी लेवल आ जाता, मतलब कि एक बंदे को 8 उम्र तो गुजरना पैंता है। ये सारी स्टेजिस ने कि दी थोड़ी अपनी एरिक्सन ने दी, ठीक है बच्चे। ये पढ़ने वाले पॉइंट ने ध्यान रखियो। और जिंदगी में जीन के 8 साधन दिते हुए हैं, वो 8 साधनों एक स्टेज से डिवाइड किया हुआ, जिन्होंने सिक्की बोलते हैं द मैन ऑफ 8 स्टेज, भी जो बंदे की उम्र है और 8 साल की उम्र तो होकर गुजरना पऊगा। ये ध्यान रखियो, ठीक है बच्चा। कोई डाउट इतने तक? नेहा आफ्टर द कंप्लीशन ऑफ सिलेबस मैं इसी काम पे आया, थोड़ा MCQs मिल जाएंगे, ठीक है। MCQs मिल जाएंगे बच्चे, ठीक है। एक बार सिलेबस कंप्लीट कर लो, थोड़ा MCQs तो बाद दूंगा। चलो जी, ठीक है बच्चे।